ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਦੀ ਧਰਤੀ ਦੇ ਉੱਤੇ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਚਾਨਕ ਕੋਈ ਵੀ ਵਿਅਕਤੀ ਕਿਤੇ ਵੀ ਬੰਦੂਕ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ, ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਫਿਲਾਡੈਲਫੀਆ ਦੇ ਵਿੱਚ ਇੱਕ ਅਜਿਹੀ ਘਟਨਾ ਹੋਈ ਸੋਮਵਾਰ ਰਾਤ ਨੂੰ 8:30 ਵਜੇ 2023 ਦੀ 29ਵੀਂ ਅਜਿਹੀ ਘਟਨਾ। 5 ਲੋਕ ਮਾਰੇ गए ने, कई लोग घायल हुए ने। इस वक्त जो दोषी है अंडर अरेस्ट है। 40 साल का एक युवक बुलेट प्रूफ जैकेट पाई हुई ਫਿਲਾਡੈਲਫੀਆ ਦੇ एक शहर ਦੇ ਗਲੀਆਂ ਦੇ ਵਿੱਚ ਅੰਨਾਧੁੰਨ ਗਲੀਆਂ ਚਲਾ ਰਿਹਾ ਹੈ ਔਰ ਇੰਨੀਆਂ ਗੋਲੀਆਂ ਚਲਾ ਰਿਹਾ ਹੈ ਕਿ ਲੋਕੀ ਜਾਗਦੇ ਹੀ ਪਏ ਸੀ ਕਿਉਂਕਿ 8:30 ਦਾ ਵੇਲਾ ਸੀ। ਫਿਰ ਵੀ ਸੁੱਤੇ ਵੀ ਜਾਗ ਪਏ ਤੇ ਪੁਲਿਸ ਨੂੰ ਇਨਫੋਰਮ ਕੀਤਾ। ਪੁਲਿਸ ਨੇ ਆ ਕੇ ਇੱਦਾਂ ਦੇ ਹਾਲਾਤ ਪੈਦਾ ਕੀਤੇ ਕਿ ਉਸ ਬੰਦੇ ਨੂੰ ਸਰੈਂਡਰ ਕਰਨ ਤੇ ਮਜਬੂਰ ਕਰ ਦਿੱਤਾ ਔਰ ਉਹ ਬੰਦਾ ਫੜਿਆ ਗਿਆ। ਉਹਦੇ ਕੋਲੋਂ ਮਿਲੀ ਹੈ AR टाइप ਦੀ ਰਾਈਫਲ, एक हैंडगन और एक पुलिस स्कैनर और कई मैगजीन जिंदा कारतूस ਨਾਲ ਭਰੇ ਹੋਏ। ਜੇ ਉਸ ਬੰਦੇ ਨੂੰ ਕਾਬੂ ਨਾ ਕੀਤਾ ਜਾਂਦਾ ਪਤਾ ਨਹੀਂ ਉਹਨੇ ਹੋਰ ਕੀ ਗੋਲ ਖਿਲਾਣੇ ਸੀ, ਪਤਾ ਨਹੀਂ ਹੋਰ ਕਿੰਨੀਆਂ ਜਾਨਾਂ ਜਾਣੀਆਂ ਸੀ। ਸੋ ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਬਾਲਟੀਮੋਰ ਵਿੱਚ ਵੀ ਇਹ ਘਟਨਾ ਹੋਈ ਹੈ। ਸੋ 2023 ਦੀ 29ਵੀਂ ਘਟਨਾ ਜਿਹਦੇ ਵਿੱਚ ਲੋਕ ਮਾਰੇ ਗਏ। ਕੋਈ ਤਾਂ ਛੱਡੀ ਨਹੀਂ ਇਹਨਾਂ ਗੋਲੀਆਂ ਚਲਾਉਣ ਵਾਲਿਆਂ ਨੇ। ਕਦੇ ਸਕੂਲਾਂ ਦੇ ਵਿੱਚ, ਕਦੇ ਹਸਪੀਟਲ ਦੇ ਵਿੱਚ, ਕਦੇ ਸ਼ਾਪਿੰਗ ਮਾਲ ਦੇ ਵਿੱਚ, ਕਦੇ ਧਾਰਮਿਕ ਸਥਾਨ ਦੇ ਉੱਤੇ, ਕਦੇ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਕਿੱਥੇ ਕਿੱਥੇ ਗੋਲੀਆਂ ਨਹੀਂ ਚਲਾਈਆਂ ਇਹਨਾਂ ਨੇ। ਹੁਣ ਸਵਾਲ ਇਹ ਹੈ ਕਿ ਜਦੋਂ ਸਦਨ ਦੇ ਵਿੱਚ ਇਹ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗਨ ਕਲਚਰ ਨੂੰ ਸਟਾਪ ਕੀਤਾ ਜਾਏ, ਇਸ ਵਕਤ ਦੀ ਲੋੜ ਨਹੀਂ ਹੈ ਕਿਉਂਕਿ ਸਿਕਿਉਰਿਟੀ ਹਰ ਥਾਂ 'ਤੇ ਮੌਜੂਦ ਹੈ, ਅਮਰੀਕਨ ਏਜੰਸੀਜ਼ ਮੌਜੂਦ ਨੇ। ਸੋ ਬਾਈਡਨ ਸਾਹਿਬ, ਕਮਲਾ ਹੈਰਿਸ ਇਸ ਦੇ ਉੱਤੇ ਗੱਲਬਾਤ ਕਰਦੇ ਨੇ, ਪਰ ਇੱਕ ਇੱਦਾਂ ਦੀ ਲੌਬੀ ਹੈ ਜੋ ਸਪੋਰਟ ਕਰਦੀ ਹੈ ਇਹ ਗਨਸ ਬਣਾਉਣ ਵਾਲਿਆਂ ਨੂੰ, ਐਮੂਨੀਸ਼ਨ ਬਣਾਉਣ ਵਾਲਿਆਂ ਨੂੰ, ਇਹਨਾਂ ਕੰਪਨੀਆਂ ਨੂੰ। ਸੋ ਇਹਨਾਂ ਕੰਪਨੀਆਂ ਦਾ ਕਿਤੇ ਨਾ ਕਿਤੇ ਪੋਲੀਟੀਕਲ ਪ੍ਰੈਸ਼ਰ ਵੀ ਹੈ ਗਵਰਨਮੈਂਟਸ ਦੇ ਉੱਤੇ, ਇਹ ਵੀ ਐਕਸਪਰਟਸ ਮੰਨਦੇ ਨੇ। ਪਰ ਸਵਾਲ ਇਹ ਹੈ ਕਦੋਂ ਤੱਕ ਇਹ ਬੇਗੁਨਾਹ ਜ਼ਿੰਦਗੀਆਂ ਜਾਂਦੀਆਂ ਰਹਿਣਗੀਆਂ, ਕਦੋਂ ਤੱਕ ਬੇਗੁਨਾਹ ਲੋਕ ਮਾਰੇ ਜਾਂਦੇ ਰਹਿਣਗੇ। ਔਰ ਜੋ ਇੰਡੀਅਨ ਡਾਇਸਪੋਰਾ ਰਹਿੰਦਾ ਹੈ ਅਮਰੀਕਾ ਦੇ ਵਿੱਚ, ਉਹ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਾ ਵਿੱਚ ਹੈ ਕਿਉਂਕਿ ਇਹ ਚੀਜ਼ ਇੰਡੀਅਨ ਕਲਚਰ ਨੂੰ ਕਦੀ ਵੀ ਸੂਟ ਨਹੀਂ ਕਰਦੀ। ਇਸ ਕਰਕੇ ਉਹ ਜਾਣਦੇ ਨੇ ਇਨਸਾਨ ਦੀ ਕੀਮਤ ਕੀ ਹੁੰਦੀ ਹੈ। ਔਰ ਬਾਈਡਨ ਸਾਹਿਬ ਅਕਸਰ ਕਹਿੰਦੇ ਨੇ ਹਿਊਮਨ ਲਾਈਫ ਮੈਟਰਸ। ਸੋ ਜਦੋਂ ਮੋਦੀ ਸਾਹਿਬ ਆਏ ਸੀ ਅਮਰੀਕਾ ਦੇ ਵਿੱਚ ਕੁਝ ਦਿਨ ਪਹਿਲਾਂ, ਉਹਨਾਂ ਨੇ ਵੀ ਗੱਲ ਕੀਤੀ ਸੀ ਜੋ ਇੰਡੀਅਨ ਕਾਕਸ ਬੈਠਾ ਹੈ, ਜਿਹਨੂੰ ਸਮੋਸਾ ਕਾਕਸ ਕਿਹਾ ਜਾਂਦਾ ਹੈ ਪਾਰਲੀਮੈਂਟ ਦੇ ਵਿੱਚ, ਉਹ ਵੀ ਇਸ ਗੱਲ ਨੂੰ ਸਪੋਰਟ ਨਹੀਂ ਕਰਦਾ ਕਿ ਗਨ ਕਲਚਰ ਹੋਰ ਹੋਣਾ ਚਾਹੀਦਾ ਹੈ। ਇਸ ਕਰਕੇ ਇਸ ਗਨ ਕਲਚਰ ਦਾ ਪੂਰੀ ਦੁਨੀਆ ਦੇ ਉੱਤੇ ਪ੍ਰਭਾਵ ਪੈਂਦਾ ਹੈ। ਸੋ ਇਹਨੂੰ ਸਟਾਪ ਕਿੱਦਾਂ ਕੀਤਾ ਜਾਏ, ਇਸ ਬਾਰੇ ਸਾਰੇ ਨਾਗਰਿਕਾਂ ਨੂੰ, ਅਮਰੀਕਾ ਦਿਆਂ ਨੂੰ ਔਰ ਸਾਰੇ ਪੋਲੀਟੀਸ਼ੀਅਨਸ ਨੂੰ ਸੰਜੀਦਾ ਹੋਣ ਦੀ ਲੋੜ ਹੈ ਕਿ ਸਟਾਪ ਦਿਸ ਗਨ ਕਲਚਰ। ਬਹੁਤ ਹੋ ਗਿਆ ਔਰ ਬਹੁਤ ਮੈਨਹੁੱਡ ਦਾ ਪ੍ਰਦਰਸ਼ਨ ਹੋ ਗਿਆ। ਔਰ ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਲੇਡੀਜ਼ ਗਨਸ ਖਰੀਦਣ ਦੇ ਵਿੱਚ ਅੱਗੇ ਨੇ ਮਰਦਾਂ ਕੋਲੋਂ। ਇਹ ਗਨ ਕਲਚਰ ਕਿੱਧਰ ਲੈ ਕੇ ਜਾਏਗਾ ਅਮਰੀਕਾ ਦੀ ਪੋਲੀਟਿਕਸ ਨੂੰ, ਅਮਰੀਕਾ ਦੇ ਸਮਾਜਿਕ ਢਾਂਚੇ ਨੂੰ, ਇਹ ਇੱਕ ਵਿਚਾਰਨ ਦੀ ਗੱਲ ਹੈ। ਸੋ ਅਗਲੀ ਗੱਲ ਜੋ ਸਾਹਮਣੇ ਆ ਰਹੀ ਹੈ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦੀ ਸੰਨ 2020 ਦੇ ਵਿੱਚ ਇੱਕ ਨਵਾਂ ਏਜੰਡਾ ਲੈ ਕੇ ਚੱਲੇ ਹਾਂ ਕਿ ਇਹਦੇ ਵਿੱਚ ਸਾਰੇ ਸੁਧਾਰ ਕੀਤੇ ਜਾਣ। ਜੋ ਸਿਸਟਮ ਚੱਲਦਾ ਪਿਆ ਸੰਨ 1945 ਤੋਂ, ਕਿਉਂਕਿ ਸੰਨ 1945 ਦੇ ਵਿੱਚ ਜਦੋਂ ਸੈਕੰਡ ਵਰਲਡ ਵਾਰ ਬ੍ਰਿਟੇਨ ਹਾਰ ਜਾਂਦਾ ਹੈ, ਉਦੋਂ UNO ਆਉਂਦੀ ਹੈ ਹੋਂਦ ਦੇ ਵਿੱਚ। ਉਸ ਤੋਂ ਬਾਅਦ ਸਾਰਾ ਜੀਓ ਪੋਲੀਟਿਕਸ ਬਦਲਦਾ ਹੈ ਔਰ ਇਸ ਵਕਤ ਵੀ ਬਦਲਾਅ ਬਹੁਤ ਜ਼ਿਆਦਾ ਹੋ ਰਿਹਾ ਹੈ। ਉਹਦੇ ਮੁਤਾਬਿਕ ਰੂਲਸ ਚੇਂਜ ਹੋਣੇ ਚਾਹੀਦੇ ਨੇ ਤਾਂ ਕਿ ਵਿਸ਼ਵ ਸ਼ਾਂਤੀ ਕਾਇਮ ਕੀਤੀ ਜਾ ਸਕੇ ਔਰ ਇਸ ਵਕਤ ਜੀਓ ਪੋਲੀਟਿਕਸ ਦੀ ਜੋ ਜ਼ਰੂਰਤ ਹੈ ਉਸ ਦੇ ਮੁਤਾਬਿਕ ਸਾਰਾ ਢਾਂਚਾ ਬਣਾਇਆ ਜਾ ਸਕੇ। ਔਰ ਇਹਦੇ ਵਿੱਚ ਬ੍ਰਿਟੇਨ ਕਹਿੰਦਾ ਹੈ ਕਿ ਭਾਰਤ ਨੂੰ, ਬ੍ਰਾਜ਼ੀਲ ਨੂੰ, ਜਰਮਨੀ ਨੂੰ, ਜਾਪਾਨ ਨੂੰ ਔਰ ਅਫਰੀਕੀ ਦੇਸ਼ਾਂ ਨੂੰ ਇੱਕ ਪਰਮਾਨੈਂਟ ਸੀਟ ਮਿਲਣੀ ਚਾਹੀਦੀ ਹੈ ਤਾਂ ਕਿ ਇੱਕ ਬੈਲੈਂਸ ਬਣ ਸਕੇ। ਚਾਹੇ ਉਹ ਸਮੁੰਦਰੀ ਹੱਦਾਂ ਨੇ, ਚਾਹੇ ਉਹ ਜ਼ਮੀਨੀ ਹੱਦਾਂ ਨੇ, ਚਾਹੇ ਉਹ ਅਸਮਾਨੀ ਹੱਦਾਂ ਨੇ, ਇੱਕ ਸੰਤੁਲਨ ਜ਼ਰੂਰੀ ਹੈ ਵਿਸ਼ਵ ਸ਼ਾਂਤੀ ਵਾਸਤੇ। ਇਸ ਕਰਕੇ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦੇ ਜਿਹੜੇ ਪੁਰਾਣੇ ਸਿਸਟਮਸ ਨੇ, ਪੁਰਾਣੇ ਰੂਲਸ ਨੇ, ਉਹਨਾਂ ਦੇ ਵਿੱਚ ਬਦਲਾਅ ਹੋਣਾ ਚਾਹੀਦਾ ਹੈ। ਬਦਲਾਅ ਹੋ ਰਿਹਾ ਹੈ ਪ੍ਰਕਿਰਤੀ ਦੇ ਵਿੱਚ ਵੀ। ਔਰ 3 ਜੁਲਾਈ ਨੂੰ ਦੁਨੀਆ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ 17 ਡਿਗਰੀ ਸੈਲਸੀਅਸ, ਯਾਨੀ ਕਿ ਸਮੁੰਦਰ ਦਾ, ਜ਼ਮੀਨ ਦਾ ਜੋ ਤਾਪਮਾਨ ਹੈ ਵੱਧਦਾ ਪਿਆ ਹੈ 17 ਡਿਗਰੀ ਸੈਲਸੀਅਸ। 3 ਜੁਲਾਈ ਨੂੰ ਦੁਨੀਆ ਦਾ ਸਭ ਤੋਂ ਗਰਮ ਦਿਨ। ਔਰ ਇਸ ਦੀ ਘਟਨਾ ਜੋ ਹੈ ਉਹਨੂੰ ਕਿਹਾ ਜਾਂਦਾ ਹੈ ਐਲ ਨੀਨੋ। ਐਲ ਨੀਨੋ ਯਾਨੀ ਕਿ ਜੋ ਸਾਡੀ ਇਕੁਏਟਰ ਹੈ, ਭੂ-ਮੱਧ ਰੇਖਾ ਹੈ, ਉੱਥੇ ਪ੍ਰਸ਼ਾਂਤ ਮਹਾਸਾਗਰ ਦਾ ਜੋ ਤਾਪਮਾਨ ਹੈ ਵੱਧਦਾ ਪਿਆ ਔਰ ਉਸ ਘਟਨਾ ਦੇ ਕਰਕੇ ਵੀ ਪ੍ਰਕਿਰਤੀ ਦੇ ਵਿੱਚ ਇਹ ਤਾਪਮਾਨ ਦਾ ਵਾਧਾ ਵੇਖਿਆ ਜਾ ਰਿਹਾ। ਦੂਸਰਾ ਕਾਰਬਨ ਡਾਈਆਕਸਾਈਡ ਦਾ ਜੋ ਅਸੀਂ ਦੇਖਦੇ ਹਾਂ ਬਹੁਤ ਜ਼ਿਆਦਾ ਇਸਤੇਮਾਲ ਹੋ ਰਿਹਾ ਧਰਤੀ ਦੇ ਉੱਤੇ। ਔਰ ਕਾਰਬਨ ਡਾਈਆਕਸਾਈਡ ਕਈ ਔਜ਼ਾਰ ਨੇ ਜਿਹੜੇ ਛੱਡਦੇ ਨੇ, ਜਿੱਦਾਂ 에ਅਰ ਕੰਡੀਸ਼ਨ ਹੋ ਗਿਆ, ਰੈਫਰੀਜਰੇਟਰਸ ਹੋ ਗਏ, ਇੱਦਾਂ ਕਈਆਂ ਵਿੱਚੋਂ ਜਦੋਂ ਕਾਰਬਨ ਡਾਈਆਕਸਾਈਡ ਬਾਹਰ ਆਉਂਦੀ ਹੈ ਤਾਂ ਉਸ ਦੇ ਨਾਲ ਵੀ ਵਾਤਾਵਰਣ ਦਾ ਤਾਪਮਾਨ ਵੱਧਦਾ ਹੈ, ਹੀਟ ਵੇਵ ਵੇਖਣ ਨੂੰ ਮਿਲਦੀ ਹੈ। ਸਪੇਨ ਤੇ ਏਸ਼ੀਆ ਦੇ ਕਈ ਦੇਸ਼ਾਂ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲੀ ਹੈ। ਗਲੇਸ਼ੀਅਰ ਪਿਘਲ ਰਹੇ ਨੇ
ਔਰ ਪ੍ਰਕਿਰਤੀ ਦਾ ਵਾਤਾਵਰਣ ਔਰ ਬੈਲੈਂਸ ਸਾਰਾ ਵਿਗੜਦਾ ਪਿਆ। ਇਸ ਕਰਕੇ ਜਦੋਂ ਵੀ G20 ਦੀ, G7 ਦੀ ਜਾਂ ਵਰਲਡ ਦੀਆਂ ਜਿਹੜੀਆਂ ਵੀ ਵੱਡੀਆਂ ਵੱਡੀਆਂ ਆਰਗੇਨਾਈਜੇਸ਼ਨਸ ਦੀਆਂ ਮੀਟਿੰਗਸ ਹੁੰਦੀਆਂ ਨੇ, ਸੈਮੀਨਾਰਸ ਹੁੰਦੇ ਨੇ, ਸਮਿਟਸ ਹੁੰਦੀਆਂ ਨੇ, ਉਹਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਕਿ ਇੱਕ ਫੰਡ ਰੱਖਿਆ ਜਾਵੇ ਜਿਹਦੇ ਵਿੱਚ ਪ੍ਰਕਿਰਤੀ ਨੂੰ ਕਿੱਦਾਂ ਸਾਂਭਣਾ, ਕਿੱਦਾਂ ਸੰਭਾਲਣਾ ਹੈ, ਨੈਕਸਟ ਜਨਰੇਸ਼ਨ ਵਾਸਤੇ ਉਸ ਦੀ ਦੇਖਭਾਲ ਕੀਤੀ ਜਾਵੇ। ਉਹ ਫੰਡ ਦੇ ਵਿੱਚ ਸਾਰੇ ਦੇਸ਼ ਕੰਟਰੀਬਿਊਟ ਕਰਨਗੇ, ਉਸ ਪੈਸੇ ਦਾ ਇਸਤੇਮਾਲ ਕੀਤਾ ਜਾਏਗਾ ਪ੍ਰਕਿਰਤੀ ਨੂੰ, ਐਨਵਾਇਰਨਮੈਂਟ ਨੂੰ ਸੰਭਾਲਣ ਦੇ ਵਿੱਚ, ਤਾਂ ਕਿ ਅਸੀਂ ਇੱਕ ਹੈਲਦੀ ਲਾਈਫ ਜੀ ਸਕੀਏ ਇੱਕ ਹੈਲਦੀ ਪ੍ਰਕਿਰਤੀ ਦੇ ਵਿੱਚ। ਸੋ ਇਹ ਸਨ ਇੰਪੋਰਟੈਂਟ ਨਿਊਜ਼ ਜੋ ਪੂਰੇ ਵਰਲਡ ਲੈਵਲ ਦੇ ਉੱਤੇ ਇਸ ਵਕਤ ਡਿਸਕਸ਼ਨਸ ਦੇ ਵਿੱਚ ਨੇ। ਹੁਣ ਵੱਧਦੇ ਹਾਂ ਆਪਣੇ ਪੰਜਾਬ ਦੇ ਮੁੱਦਿਆਂ ਵੱਲ, ਭਾਰਤ ਦੇ ਮੁੱਦਿਆਂ ਦੇ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਬਲਕਾਰ ਜੀ ਜੀ ਕਿੱਦਾਂ, ਫਿਰ ਸਿਹਤ ਫਿੱਟ? ਬਹੁਤ ਵਧੀਆ, ਚੰਗਾ ਹੈ। ਤੁਹਾਨੂੰ ਮੈਂ ਕਿਹਾ ਪਹਿਲਾਂ ਤਾਂ ਜੀ ਆਇਆਂ ਨੂੰ, ਤੁਸੀਂ ਜਿਹੜੀ ਵੀ ਧਰਤੀਆਂ ਤੋਂ ਆਏ ਜੇ, ਪਰਤੇ ਜੇ ਵਾਪਸ ਅਮਰੀਕਾ ਤੋਂ, ਪੂਰੇ ਵਿਸ਼ਵ ਵਿੱਚੋਂ, ਤਾਂ ਪੰਜਾਬ ਦੀ ਧਰਤੀ ਤੇ ਤੁਹਾਡੇ ਪੈਰ ਲੱਗੇ ਆ ਤੇ ਆ ਕੇ ਹੁਣ ਆਪਾਂ ਉਹਨਾਂ ਗੱਲਾਂ ਨਾਲ ਸਾਂਝ ਪਈਏ ਜਿਹੜੇ ਸਾਡੇ ਪੰਜਾਬ ਦੇ ਵਸਨੀਕ, ਹਰਿਆਣਾ ਦੇ, ਹਿਮਾਚਲ ਦੇ ਨਾਲ ਦੇ ਸੂਬਿਆਂ ਦੇ ਔਰ ਬਾਕੀ ਦੇਸ਼ ਵਿੱਚ ਰਹਿੰਦੇ ਲੋਕਾਂ ਨਾਲ ਗੱਲ ਕਰੀਏ ਤੇ ਉਹ ਕਿਹੜੇ ਮੁੱਦੇ ਨੇ ਜਿਹੜੇ ਉਹਨਾਂ ਨਾਲ ਅਸੀਂ ਸਾਂਝ ਪਾਈਏ। ਸਭ ਤੋਂ ਪਹਿਲਾਂ ਤਾਂ ਅਮਰੀਕਾ ਦਾ ਹੀ ਮੁੱਦਾ ਹੈ। ਵਾਹ, ਕਿਉਂਕਿ ਜਿੱਥੇ ਉਹ ਫਿਰ ਇਹਦਾ ਮਤਲਬ ਮੈਂ ਵੀ ਉਡਾਰੀ ਮਾਰੂੰਗਾ ਤੁਹਾਡੇ ਨਾਲ ਹੁਣ। ਹਾਂ, ਉਡਾਰੀ ਮਾਰੋਗੇ, ਪਰ ਜਿਹੜੀ ਘਟਨਾ ਹੋਈ ਹੈ ਨਾ ਬਹੁਤ ਦਿਲ ਨੂੰ ਦੁਖਾਉਣ ਵਾਲੀ ਆ। ਜੀ ਜੀ। ਜਿੱਥਾ ਉੱਤੇ ਸਫਾਰਤਖਾਨੇ ਨੂੰ ਅੱਗ ਲਗਾ ਦਿੱਤੀ ਗਈ ਹੈ ਸੈਨ ਫਰਾਂਸਿਸਕੋ ਦੇ ਵਿੱਚ। ਸੋ ਇਹ ਘਟਨਾ ਜਿਹੜੀ ਹੈ, ਇਸ ਨੇ ਕਿਤੇ ਨਾ ਕਿਤੇ ਜੋ ਭਾਰਤ ਦੀ ਸਹਿਣਸ਼ੀਲਤਾ ਹੈ ਨਾ, ਜਿੱਦਾਂ ਅਸੀਂ ਕਹਿੰਦੇ ਹਾਂ ਪੂਰੀ ਦੁਨੀਆ ਦੇ ਵਿੱਚ ਅਸੀਂ ਬੜੇ ਟੋਲਰੈਂਟ ਲੋਕ ਹਾਂ, ਉੱਥੇ ਨਾ ਕਿਤੇ ਕੁਐਸਚਨ ਮਾਰਕ ਲਗਾਉਂਦੀ ਹੈ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਅਸੀਂ ਅਜਿਹਾ ਕਾਰਾ ਕਿਉਂ ਕੀਤਾ ਹੈ, ਇਹਦਾ ਕੀ ਪਿਛੋਕੜ ਹੈ, ਤਾਂ ਹੀ ਇਹ ਕਾਰਾ ਸਾਹਮਣੇ ਆਇਆ। ਵੈਸੇ ਇਹ ਪੂਰਾ 100 ਦਿਨ ਤੋਂ ਬਾਅਦ ਇਹ ਫਿਰ ਵਾਕਿਆ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਵਾਕਿਆ ਹੋਇਆ, ਜਿਹਦੇ ਵਿੱਚ ਉਹਨਾਂ ਨੇ ਸਫਾਰਤਖਾਨਾ ਕੰਸੂਲੇਟ ਨੂੰ ਜਿਹੜੀ ਅੱਗ ਦੀਆਂ ਲਪਟਾਂ ਵਿੱਚ ਲਪੇਟ ਦਿੱਤਾ ਔਰ ਅੱਗ ਬਹੁਤ ਜ਼ੋਰਾਂ ਨਾਲ ਲੱਗੀ ਔਰ ਉਹਦੇ ਵਿੱਚ ਉਹਨਾਂ ਤੋਂ ਜਿਹੜੇ ਫਾਇਰ ਬ੍ਰਿਗੇਡ ਆ ਉਹਨਾਂ ਨੂੰ ਸੂਚਿਤ ਕੀਤਾ, ਫਿਰ ਉਹਨੇ ਆ ਕੇ ਉਹਨੂੰ ਕੰਟਰੋਲ ਕੀਤਾ। ਪਰ ਰਹਿੰਦੀ ਗੱਲ ਹੈ ਕਿ ਉਹਨਾਂ ਨੇ ਫਿਰ ਜਿਹੜੇ ਅੱਗ ਲਾਉਣ ਵਾਲੀਆਂ ਸ਼ਰਾਰਤੀ ਅਨਸਰ ਨੇ, ਉਹਨਾਂ ਨੇ ਫਿਰ ਉਹਨੂੰ ਸੋਸ਼ਲ ਮੀਡੀਆ 'ਤੇ ਪਾ ਦਿੱਤਾ। ਜੋ ਲਪਟਾਂ ਆਈਆਂ, ਜੋ ਕੁਛ ਫਲੇਮ ਆ ਗਈਆਂ ਸੀ ਅੱਗ ਦੀਆਂ, ਉਹਨਾਂ ਨੂੰ ਰਿਕਾਰਡ ਕਰਕੇ ਫਿਰ ਦੂਜੀ ਦੁਨੀਆ ਦੇ ਵਿੱਚ ਵੀ ਪਾਤਾ ਕਿ ਆਹ ਵੇਖੋ ਅਸੀਂ ਕੀਤਾ ਸਾਰਾ ਕਾਰਾ। ਔਰ ਉਹਦੇ ਪਿੱਛੇ ਜਿਹੜੀ ਗੱਲ ਜ਼ਿਆਦਾ ਪਤਾ ਲੱਗ ਰਿਹਾ, ਉੱਥੋਂ ਦੀ ਜਿਹੜੀਆਂ ਸੂਚਨਾ ਇਕੱਠੀਆਂ ਕਰਨ ਵਾਲੇ ਜਾਂ ਨਿਊਜ਼ ਇਕੱਠੀ ਕਰਨ ਵਾਲੇ, ਖਬਰਾਂ ਇਕੱਠੀਆਂ ਕਰਨ ਵਾਲੇ ਪੱਤਰਕਾਰ ਨੇ, ਉਹਨਾਂ ਨੇ ਕਿਹਾ ਕਿ ਜਿਹੜੇ ਨਿੱਜਰ ਨੇ, ਹਰਦੀਪ ਨਿੱਜਰ, ਜਿਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ BC ਸਰੀ ਦੇ ਵਿੱਚ, ਉਹਨਾਂ ਦੇ ਵਿਰੋਧ ਦੇ ਵਿੱਚ ਇਹ ਦੁਬਾਰਾ ਉਹਨਾਂ ਨੇ ਇਸ ਸਫਾਰਤਖਾਨੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ। ਜਿਹਦੇ ਵਿੱਚ ਬਿਲਡਿੰਗ ਸੜੀ ਆ, ਕੁਝ ਦਰਵਾਜ਼ੇ ਟੁੱਟ ਗਏ ਆ, ਭੱਜ ਗਏ ਆ, ਕੁਝ ਸੜ ਗਏ ਆ, ਕੋਈ ਇਸ ਤਰ੍ਹਾਂ ਦਾ ਨੁਕਸਾਨ ਹੋਇਆ, ਕਿਸੇ ਜਾਨਦਾਰ ਨਹੀਂ ਗਈ। ਉਹ ਬਾਕੀ ਜਿਹੜੇ ਸਫਾਰਤਖਾਨੇ 'ਚ ਕੰਮ ਕਰਦੇ ਸੀ ਉਹ ਬਚਾਅ ਹੋ ਗਿਆ ਉਹਨਾਂ ਦਾ। ਔਰ ਉਹਨਾਂ ਨੇ ਕਿਹਾ ਕਿ ਇਹਨੂੰ ਮਾਰਿਆ ਇਸ ਕਰਕੇ ਗਿਆ, ਦੂਜੇ ਪਾਸੇ ਦੀ ਧਿਰ ਨੇ ਕਿਹਾ ਕਿ ਇਸ ਕਰਕੇ ਮਾਰਿਆ ਗਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਫੋਟੋ ਲਾਉਂਦੇ ਸੀ, ਇਹਨਾਂ ਦੀ ਗੁਰੂ ਸਾਹਿਬਾਨ ਦੀਆਂ ਫੋਟੋਆਂ ਦੇ ਬਰਾਬਰ ਫੋਟੋ ਲੱਗੀ ਸੀ, ਇਸ ਕਰਕੇ ਇਹਨੂੰ ਅਸੀਂ ਗੋਲੀ ਦਾ ਨਿਸ਼ਾਨਾ ਬਣਾਇਆ ਨਿੱਜਰ ਨੂੰ। ਔਰ ਉਹਦੇ ਜਿਹੜੇ ਸਾਥੀ ਨੇ ਜਿਹੜੇ ਉਹਦੀ ਪੈਰਵਾਈ ਕਰਦੇ ਸੀ, ਉਹਨਾਂ ਨੇ ਸਫਾਰਤਖਾਨੇ ਨੂੰ ਅੱਗ ਲਾਤੀ ਆ ਔਰ ਖਾਲਿਸਤਾਨ ਦੇ ਨਾਅਰੇ ਵੀ ਉੱਥੇ ਲਾਏ ਗਏ ਆ ਔਰ ਉਹਦੇ ਵਿੱਚ ਨਾਅਰੇ ਜਿਹੜੇ ਉਹ ਕਰੇ ਗਏ ਆ, ਉਹਦੇ ਵਿੱਚ ਪੋਸਟਰ ਵੰਡੇ ਗਏ ਆ, ਬਹੁਤ ਰੌਲਾ ਪਿਆ। ਤੇ ਉਹਦੇ ਵਿੱਚ ਫਿਰ ਪੁਲਿਸ ਜਦੋਂ ਆਈ ਹੈ ਫਿਰ ਉਹ ਭੱਜ ਗਏ, ਉਹ ਫਿਰ ਨਹੀਂ ਹੱਥ ਵਿੱਚ ਆਏ। ਹੁਣ ਪੁਲਿਸ ਇਹ ਕਰ ਰਹੀ ਹੈ ਕਿ ਉਹਨਾਂ ਨੂੰ ਗ੍ਰਿਫਤ 'ਚ ਲੈ ਕੇ ਕੇਸ ਚੱਲੂਗਾ। ਪਰ ਜਿਸ ਤਰ੍ਹਾਂ ਅਸੀਂ ਗਨ ਕਲਚਰ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਜੇ ਤਾਂ ਅਸੀਂ ਅਮਰੀਕਾ ਦੇ ਲੋਕਾਂ ਦੀ ਗੱਲ ਕਰ ਰਹੇ ਹਾਂ, ਸਾਡੇ ਜਿਹੜੇ ਏਸ਼ੀਅਨ ਕੰਟਰੀ ਦੇ ਲੋਕ ਵੀ ਉਹ 'ਚ ਸ਼ਾਮਲ ਆ। ਖਾਸ ਕਰਕੇ ਹੁਣ ਤੱਕ ਜਿੰਨੀਆਂ ਖਬਰਾਂ ਆਈਆਂ, ਜੋ ਉੱਥੇ ਲੁੱਟ ਖੋਹ ਹੋਈ ਆ, ਜੋ ਮਾਰਿਆ ਗਿਆ, ਜੋ ਸੜਕਾਂ 'ਤੇ ਮਾਰਦੇ ਆ, ਉਹ ਵਿੱਚ ਏਸ਼ੀਅਨ ਕੰਟਰੀ ਦੇ ਵੀ ਲੋਕ ਆ, ਅਫਰੀਕਨ ਲੋਕ ਵੀ ਹੈਗੇ ਆ, ਬਾਕੀ ਮਿਕਸ ਹੈਗੇ ਆ। ਕਿਉਂਕਿ ਰਸ਼ੀਆ ਯੂਨਾਈਟਿਡ ਸਟੇਟ ਹੈ, ਸੰਯੁਕਤ ਰਾਜ ਹੈਗਾ, ਉਹਦੇ ਵਿੱਚ 50 ਸੂਬੇ ਆ ਔਰ ਜਿਹਨੂੰ ਕਹਿੰਦੇ ਅਸੀਂ ਪੰਜਾਬੀ ਵਿੱਚ ਵਣ ਦੀ ਲੱਕੜੀ ਹੈ। ਕਈ ਤਰ੍ਹਾਂ ਦੇ ਲੋਕ ਉੱਥੇ ਬੈਠੇ ਆ ਔਰ ਉਹਦੇ ਵਿੱਚ ਇੱਕ ਧਾਰਾ ਦੇ ਲੋਕ ਨਹੀਂ ਹੈਗੇ, ਉਹਦੇ ਵਿੱਚ ਵੱਖ-ਵੱਖ ਸੋਚ, ਵੱਖ-ਵੱਖ ਨੀਤੀ, ਵੱਖ-ਵੱਖ ਤਰ੍ਹਾਂ ਦੇ ਲੋਕ ਬੈਠੇ ਆ। ਔਰ ਉਹਦੇ ਵਿੱਚ ਬਾਈਡਨ ਸਰਕਾਰ ਜਿਹੜੀ ਹੈ, ਇਹਨੇ ਵਾਹ ਜ਼ੋਰਾਂ ਦੀ ਲਾ ਲਈ ਆ। ਜਦੋਂ ਕਿ ਸਿਰ ਤੋਂ ਦੀ ਪਾਣੀ ਲੰਘ ਗਿਆ, ਇਹਨਾਂ ਕੋਲ ਨਹੀਂ ਸੰਭਾਲਿਆ ਗਿਆ। ਸਕੂਲਾਂ 'ਚ ਵੀ ਗੋਲੀ ਚੱਲਦੀ ਆ, ਯੂਨੀਵਰਸਿਟੀਆਂ ਵਿੱਚ ਵੀ ਚੱਲਦੀ ਆ, ਸਫਾਰਤਖਾਨਿਆਂ 'ਚ ਵੀ ਚੱਲਦੀ ਆ, ਹੈ ਨਾ, ਐਮਬੈਸੀ 'ਚ ਵੀ ਚੱਲਦੀ ਆ। ਕੋਈ ਜਗ੍ਹਾ ਨਹੀਂ ਬਚੀ ਸੜਕ 'ਤੇ ਕਿ ਜਿਹੜੀ ਉੱਥੇ ਸੁਰੱਖਿਅਤ ਹੋਵੇ, ਸਿਕਿਉਰਿਟੀ ਹੋਵੇ ਉੱਥੇ। ਹਾਲਾਂਕਿ ਇੰਨੀ ਸੈਂਸਿਟਿਵ ਜਿਹੜੀ ਸੁਰੱਖਿਆ ਹੈਗੀ ਆ ਅਮਰੀਕਾ ਦੀ, ਉੱਥੇ ਇਹਨਾਂ ਕੋਈ ਨਹੀਂ ਸੰਭਾਲਿਆ ਜਾਂਦਾ। ਇਸ ਕਰਕੇ ਨਹੀਂ ਸੰਭਾਲਿਆ ਜਾਂਦਾ ਕਿ ਜਿਹੜਾ ਅੱਗ ਬਣਾਉਂਦਾ, ਅੱਗ ਨੂੰ ਕ੍ਰੀਏਟ ਕਰਦਾ, ਜਿਹੜਾ ਅੱਗ ਬਣਾਉਂਦਾ ਵਾ, ਉਹਨੇ ਬੁਝਾਉਣੀ ਕੀ ਹੈਗੀ ਹੈ। ਕਿਉਂਕਿ ਇਹਨਾਂ ਨੇ ਜੋ ਕੁਛ ਹਥਿਆਰ ਬਣਾ ਰਹੇ ਉਹਨਾਂ ਦੀ ਕੰਟਰੀ 'ਚ ਹੀ ਬਣ ਰਹੇ ਆ। ਹੁਣ ਉਹ ਜਿੱਦਾਂ ਹਿਟਲਰ ਨੇ ਕਿਹਾ ਸੀਗਾ ਕਿ ਜਿਹੜੇ ਬੰਬਾਰਮੈਂਟ ਕਰਨ ਲਈ ਜਿਹੜੇ ਬੰਬ ਬਣਾਏ ਜਾਂਦੇ ਆ,
ਇਹ ਸਿਰਫ ਕਬੂਤਰ ਮਾਰਨ ਲਈ ਨਹੀਂ ਬਣਾਏ ਜਾਂਦੇ, ਲੋਕਾਂ ਨੂੰ ਮਾਰਨ ਲਈ ਬਣਾਏ ਜਾਂਦੇ। ਹੁਣ ਇਹਦੇ 'ਚ AK-47 57 ਕਈ ਤਰ੍ਹਾਂ ਦੀਆਂ ਗੰਨਾਂ ਬਣਦੀਆਂ, ਔਰ ਉਹਦੇ 'ਚ ਕੋਈ ਜਦੋਂ ਰਾਈਫਲ ਲੈਂਦੇ ਆ ਕੋਈ ਲਾਇਸੈਂਸ ਨਹੀਂ ਉਹਦਾ ਹੁੰਦਾ, ਲਾਇਸੈਂਸ ਲੈਣ ਦੀ ਕੋਈ ਲੋੜ ਨਹੀਂ ਪੈਂਦੀ। ਜਿੱਦਾਂ ਅਸੀਂ ਡਿਪਟੀ ਕਮਿਸ਼ਨਰ ਕੋਲ ਲੈਂਦੇ ਹਾਂ, ਕਮਿਸ਼ਨਰ ਕੋਲ ਲੈਂਦੇ ਹਾਂ, ਉੱਥੇ ਕੋਈ ਇੱਦਾਂ ਦੀ ਗੱਲ ਨਹੀਂ। ਜਿਸ ਤਰ੍ਹਾਂ ਤੁਸੀਂ ਹੁਣੇ ਜ਼ਿਕਰ ਕੀਤਾ, ਔਰਤਾਂ ਉੱਥੇ ਸਭ ਤੋਂ ਅੱਗੇ ਆ ਗਨ ਖਰੀਦਣ ਦੇ ਵਿੱਚ, ਔਰ ਜਿਨ੍ਹਾਂ ਨੇ ਬੱਚੇ ਖਿਡਾਉਣੇ ਆ, ਜਿਨ੍ਹਾਂ ਨੇ ਬੱਚੇ ਗੋਦ 'ਚ ਲੈ ਕੇ ਲੋਰੀਆਂ ਦੇਣੀਆਂ ਵਾ, ਕੁੜਤੀਆਂ ਦੇਣੀਆਂ ਬੱਚਿਆਂ ਨੂੰ, ਉਹੀ ਗੰਨਾਂ ਲੈ ਕੇ ਚਲਾਉਂਦੀਆਂ। ਇਹ ਅਫਗਾਨਿਸਤਾਨ ਦੀ ਰੀਸ ਹੈ ਪੂਰੀ। ਅਫਗਾਨਿਸਤਾਨ 'ਚ ਵੀ ਕੁੜੀਆਂ ਮੋਟਰ ਚਲਾਉਂਦੀਆਂ, ਗੰਨਾਂ ਚਲਾਉਂਦੀਆਂ, ਹੈ ਨਾ। 303 ਗਨ ਉਹਨਾਂ ਕੋਲ ਬੰਦੂਕਾਂ ਹੈਗੀਆਂ। ਚਲੋ ਉਹ ਤਾਂ ਇੱਕ ਸੂਬਾ ਇਸ ਤਰ੍ਹਾਂ ਦਾ, ਉਹ ਪਠਾਨ ਆ, ਲੜਾਕੂ ਆ, ਵਾਰੀਅਰ ਆ, ਉਹ ਇਸੇ ਕਰਕੇ ਪਿੱਛੇ ਚਲੇ ਗਏ। ਇਹ ਤਾਂ ਬਹੁਤ ਸੁਪਰ ਕੰਟਰੀ ਹੈ। ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹ 'ਚੋਂ ਪ੍ਰਭਾਵਿਤ ਨੇ ਲੋਕ ਪੂਰੀ ਦੁਨੀਆ ਦੇ, ਨਾ ਕਿ ਇਕੱਲਾ ਅਮਰੀਕਾ ਹੀ। ਸਾਡੇ ਉੱਥੇ ਜਿਹੜੇ NRI ਬੈਠੇ ਵੀਰ ਨੇ, ਸਾਡੇ ਬੱਚੇ ਉੱਥੇ ਪੜ੍ਹ ਰਹੇ ਆ, ਸਾਰੇ ਪ੍ਰਭਾਵਿਤ ਹੁੰਦੇ ਆ। ਜਲੰਧਰ 'ਚ ਕਿਸੇ ਨੁਕਰੇ ਕੁਝ ਛੁਰਾਬਾਜ਼ੀ ਜੇ ਗੋਲੀ ਚੱਲ ਜੇ ਤੇ ਲੋਕ ਉਸੇ ਵੇਲੇ ਚੁਕੰਨੇ ਹੋ ਜਾਂਦੇ ਆ। ਤੇ ਅਮਰੀਕਾ 'ਚ ਤਾਂ ਰੋਜ਼ ਦਿਹਾੜੀ, ਨਿੱਤ ਦਿਹਾੜੀ, ਜਦੋਂ ਸਵੇਰ ਦਾ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪੈਂਦੀਆਂ ਉਦੋਂ ਗੋਲੀ ਚੱਲਣ ਡੀ ਹੁੰਦੀ ਹੈ। ਇਸ ਗੱਲ ਨੂੰ ਜਿਹੜਾ ਹੈਗਾ ਪੰਜਾਬੀਆਂ ਲਈ, ਪੂਰੇ ਵਿਸ਼ਵ ਲਈ ਔਰ ਪੂਰੇ ਭਾਰਤ ਲਈ, ਤੇ ਜਾਂ ਜਿਹੜੇ ਇਹਦੇ ਨਾਲ ਦੇ ਲੋਕ ਜਾਂ ਇਹਦੇ ਨਾਲ ਦੇ ਦੇਸ਼ ਨੇ, ਉਹਨਾਂ ਲਈ ਬਹੁਤ ਬੁਰੀ ਖਬਰ ਹੁੰਦੀ ਆ। ਔਰ ਇਹ ਖਬਰ ਨੂੰ ਜਿਸ ਤਰ੍ਹਾਂ ਦਾ ਹੈਗਾ ਕੰਟਰੋਲ ਕਰਨਾ ਚਾਹੀਦਾ। ਚਾਹੇ ਉੱਥੇ ਰੱਬ ਦਾ ਨਾਂ ਲੈਣ, ਗੁਰੂ ਮਹਾਰਾਜ ਦਾ ਨਾਂ ਲੈਣ, ਗੋਡ ਇਜ਼ ਵਨ, ਹਰ ਤਰ੍ਹਾਂ ਦੀ ਉੱਥੇ ਗੱਲ ਹੈਗੀ ਹੈ। ਕੁਝ ਇਸ ਤਰ੍ਹਾਂ ਦੇ ਇਹ ਜਿਹੜੇ ਤਰੀਕੇ ਵਰਤ ਲੈਣ ਤਾਂ ਕਿ ਜਿਹੜਾ ਉਹ ਦੇਸ਼ ਬਚ ਸਕੇ। ਇੱਕ ਪਾਸੇ ਸੁਪਰ ਸਿਖਰ 'ਤੇ ਆ, ਦੂਜੇ ਪਾਸੇ ਨੈਗੇਟਿਵਿਟੀ ਦੇ ਲਿਹਾਜ਼ ਨਾਲ ਦੇਸ਼ ਬਿਲਕੁਲ ਤਬਾਹੀ ਵੱਲ ਵੱਧ ਰਿਹਾ। ਜਿਸ ਧਰਤੀ 'ਤੇ ਗੋਲੀ ਬਰੂਦ ਚੱਲੂਗਾ, ਉਹ ਧਰਤੀ ਕਦੀ ਸ਼ਾਂਤੀ ਨਾਲ ਹੀ ਬਹਿ ਸਕਦੀ। ਜਿਸ ਘਰ ਦੇ ਵਿੱਚ ਕਲੇ ਆ, ਉਹਦੇ ਘਰ ਵਿੱਚ ਬਰਕਤ ਨਹੀਂ ਰਹਿ ਸਕਦੀ। ਇਹ ਸਿਆਣਿਆਂ ਦੇ ਕਥਨ ਆ। ਸਹੀ ਕਹਿ ਰਹੇ ਹੋ। ਔਰ ਅਸੀਂ ਗੱਲ ਕਰ ਰਹੇ ਹਾਂ ਸੈਨ ਫ੍ਰਾਂਸਿਸਕੋ ਦੇ ਵਿੱਚ ਜੋ ਇੰਡੀਅਨ ਕੌਂਸੂਲੇਟ ਹੈ, ਉੱਥੇ ਅੱਗ ਲਗਾ ਦਿੱਤੀ ਗਈ। ਪਰ ਹਰ ਵਕਤ ਅਸੀਂ ਇਹੀ ਗੱਲ ਕਹਾਂਗੇ ਕਿ ਅਮਰੀਕਾ ਦੀਆਂ ਸਿਕਿਉਰਿਟੀ ਏਜੰਸੀਜ਼ ਬੜੀਆਂ ਸਟਰੋਂਗ ਨੇ। ਇਸ ਵਕਤ ਸਭ ਕੁਝ ਅੰਡਰ ਕੰਟਰੋਲ ਹੈ। ਔਰ ਭਾਵਨਾਵਾਂ ਆਹਤ ਹੁੰਦੀਆਂ ਨੇ ਤਾਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ। ਪਰ ਜਿਹੜੇ ਆਗੂ ਨੇ, ਧਾਰਮਿਕ ਆਗੂ, ਉਹ ਹਮੇਸ਼ਾ ਕਹਿੰਦੇ ਨੇ ਕਿ ਆਪਣੀਆਂ ਭਾਵਨਾਵਾਂ ਦੇ ਉੱਤੇ ਸੰਯਮ ਰੱਖੋ, ਕੰਟਰੋਲ ਰੱਖੋ, ਤਾਂ ਕਿ ਕਿਸੇ ਨੂੰ ਅਸੀਂ ਕੋਈ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚਾਈਏ। ਜੀ। ਅਗਲੀ ਗੱਲ ਇਹ ਹੈ ਕਿ ਅੱਤਵਾਦ ਖਿਲਾਫ ਫੈਸਲਾਕੁਨ ਕਾਰਵਾਈ ਦੀ ਲੋੜ ਹੈ, ਪ੍ਰਧਾਨ ਮੰਤਰੀ ਕਹਿ ਰਹੇ ਨੇ। SCO ਦੀ ਸਿਖਰ ਵਾਰਤਾ ਦੇ ਵਿੱਚ ਇਹ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ। ਹਾਂ, ਇਹ ਹੁਣੇ ਵਾਰਤਾ ਹੋਈ ਆ, ਔਰ ਇਹਦੇ ਵਿੱਚ 4 ਦੇਸ਼ ਜਿਹੜੇ ਭਾਗ ਲਿਆ, ਵਰਚੁਅਲ ਡਿਸਕਸ਼ਨਸ, ਜਿਹਦੇ ਵਿੱਚ ਵੀਡੀਓ ਕਾਨਫਰੰਸ, ਜਿਹਦੇ ਵਿੱਚ ਪੁਤਿਨ ਜੀ ਸੀ ਰਸ਼ੀਆ ਦੇ, ਔਰ ਸ਼ਹਿਬਾਜ਼ ਸ਼ਰੀਫ ਜਿਹੜੇ ਪਾਕਿਸਤਾਨ ਦੇ ਸੀਗੇ, ਸ਼ੀ ਜਿਨਪਿੰਗ ਚਾਈਨਾ ਦੇ ਸੀਗੇ। ਇੱਧਰੋਂ ਇਹ ਸਿਖਰ ਦੇ ਜਿਹੜੇ ਆਪਣੇ ਪਹਿਲਾਂ ਵੀ ਅਮਰੀਕਾ 'ਚ ਹੋ ਆਏ ਆ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਔਰ ਇਹਨਾਂ ਨੇ ਚੰਗੀ ਵਧੀਆ ਵਾਰਤਾਲਾਪ ਨਾਲ ਜਵਾਬ ਦਿੱਤੇ ਆ। ਔਰ ਸਭ ਤੋਂ ਵੱਧ ਇਹਨਾਂ ਕਿਹਾ ਕਿ ਜਿਹੜਾ ਅੱਤਵਾਦ ਫੈਲ ਗਿਆ ਵਾ ਨਾਲ ਦੇ ਗੁਆਂਢੀ ਦੇਸ਼ਾਂ ਤੋਂ ਬਾਹਰਲੇ, ਇਹਨਾਂ ਦਾ ਸੰਕੇਤ, ਇਹਨਾਂ ਦਾ ਇਸ਼ਾਰਾ ਪਾਕਿਸਤਾਨ ਵੱਲ ਸੀਗਾ ਜੀ। ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਉਹਦੇ ਵਿੱਚ ਉਹਨੂੰ ਕਾਬੂ ਪਾਉਣ ਲਈ, ਉਹਨੂੰ ਕੰਟਰੋਲ ਕਰਨ ਲਈ ਸਾਰੇ ਵਿਸ਼ਵ ਦੇ ਨੇਤਾ ਨੇ ਉਹਨਾਂ ਨੂੰ ਇਕੱਠੇ ਰਹਿਣਾ ਚਾਹੀਦਾ। ਜਿਹੜੀਆਂ ਸਰਹੱਦਾਂ 'ਤੇ ਗੋਲਾਬਾਰੀ ਹੁੰਦੀ ਆ, ਲੋਕ ਮਾਰੇ ਜਾਂਦੇ ਆ, ਤਸ਼ੱਦਦ ਹੁੰਦਾ, ਖੂਨ ਖਰਾਬਾ ਹੁੰਦਾ, ਉਹਨੂੰ ਰੋਕਣ ਲਈ ਕੁਛ ਨਾ ਕੁਛ ਤੇ ਸਾਨੂੰ ਕਰਨਾ ਵਾਜਬ ਹੈ। ਔਰ ਇਹਦੇ ਨਾਲ ਸ਼ਾਂਤੀ ਦਾ ਭੰਗ ਹੁੰਦੀ ਆ। ਇੱਕ ਉਹਨਾਂ ਨੇ ਕਿਹਾ ਕਿ ਜਿਹੜਾ ਇੰਡੀਆ ਹੈਗਾ, ਇਹ ਸ਼ਾਂਤੀ ਦਾ ਬਿਲਕੁਲ ਇੱਕ ਪੁਤਲਾ ਦੀ ਤਰ੍ਹਾਂ ਹੀ ਹੈਗਾ। ਇਹਨਾਂ ਨੇ ਸ਼ਾਂਤੀ ਬਰਕਰਾਰ ਰੱਖਣ ਲਈ ਕੰਮ ਕੀਤੇ ਆ। ਇਤਿਹਾਸ ਦੇ ਤੌਰ 'ਤੇ ਆਂਦੇ ਜਿੰਨੀਆਂ ਸਰਕਾਰਾਂ ਪਿੱਛੇ ਗਈਆਂ ਹੁਣ ਤੱਕ, ਜਦੋਂ ਵੀ ਆਇਆ ਅਟਲ ਬਿਹਾਰੀ ਵਾਜਪਾਈ ਦੀ ਐਗਜ਼ਾਮਪਲ ਦਿੱਤੀ ਉਹਨਾਂ ਨੇ, ਨਰਸਿਮਹਾ ਰਾਓ ਦੀ ਦਿੱਤੀ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਾਰਜਕਾਲ ਵਿੱਚ ਕਦੀ ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਰਹੀ। ਔਰ ਉੱਧਰ ਯਹੀਆ ਖਾਨ ਭੁੱਟੋ ਜੀ ਔਰ ਉਹਦੇ 'ਚ ਜਿੰਨੇ ਵੀ ਨੇਤਾ ਰਹੇ ਨੇ, ਉਹਨਾਂ ਦਾ ਨਾਂ ਜ਼ਿਕਰ ਕੀਤਾ ਉਹਨਾਂ ਨੇ ਕਿ ਜਿੰਨੇ ਦੇ ਰਹੇ ਉੱਥੇ ਬਹੁਤ ਬੁਰੀ ਤਰ੍ਹਾਂ ਜਿਹੜੀ ਕਾਰਜਕਾਲ ਨਿਭਾਇਆ ਗਿਆ ਵਾ। ਉਹ 'ਚ ਆਰਮੀ ਦਾ ਉਹਨਾਂ ਨੇ ਕਿਹਾ ਕਿ ਸੰਕੇਤ ਆਰਮੀ ਪਿੱਛੇ ਹੁੰਦੀ ਆ। ਪਹਿਲਾਂ ਬਾਜਵਾ ਸਾਹਿਬ ਸੀ ਉੱਥੇ ਚੀਫ ਆਫ ਦੀ ਆਰਮੀ ਸਟਾਫ, ਹੁਣ ਜਿਹੜੇ ਆਏ ਨੇ ਕਹਿੰਦੇ ਉਹ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਰਹੇ। ਉਹਨਾਂ ਦਾ ਨੁਕਤਾ ਨਿਗਾਹ ਜਿਹੜੀ ਆ ਉਹ ਹਿੰਦੁਸਤਾਨ 'ਤੇ ਹੀ ਆ, ਇੰਡੀਆ 'ਤੇ ਹੀ ਆ। ਔਰ ਉਹਦੇ ਨਾਲ ਇਹ ਚਾਈਨਾ ਪੱਖੀ ਰਲ ਕੇ ਕਰ ਰਹੇ ਆ। ਉਹਨਾਂ ਜੀ ਜਿਨਪਿੰਗ ਤੋਂ ਵੀ ਨਹੀਂ ਡਰੇ। ਉਹਨਾਂ ਨੇ ਸਿੱਧਾ ਕਹਿਤਾ ਕਿ ਇਹਨਾਂ ਦੀ ਜਿਹੜੀ ਸਾਥੀ ਨੇ, ਪਾਕਿਸਤਾਨ ਅਤੇ ਚਾਈਨਾ ਦਾ ਦੋਵਾਂ ਦਾ ਆਪਸੀ ਮੇਲ ਜੋਲ ਰਿਹਾ ਹੈਗਾ। ਹਾਲਾਂਕਿ ਸਾਡਾ ਸੂਬਾ ਹੈਗਾ, ਸਾਡੇ ਨਾਲ ਸਰਹੱਦਾਂ ਲੱਗਦੀਆਂ ਔਰ ਰਸ਼ੀਆ ਦੀਆਂ ਸਰਹੱਦਾਂ ਵੀ ਲੱਗਦੀਆਂ। ਉਹਨਾਂ ਨੇ ਹਮ ਰੁਤਬਾ ਆਪਣੇ ਪੁਤਿਨ ਜੀ ਨਾਲ ਗੱਲ ਕੀਤੀ। ਪੁਤਿਨ ਜੀ ਨੇ ਇਹ ਕਿਹਾ, ਕਿਉਂਕਿ ਉਹਨਾਂ ਨੇ ਕਿਹਾ ਕਿ ਜੇ ਅਸੀਂ ਮੇਲ ਮਿਲਾਪ ਰੱਖਾਂਗੇ, ਸਾਰਾ ਕੁਝ ਰੱਖਾਂਗੇ, ਉਹਦੇ ਵਿੱਚ ਇਹ ਨਹੀਂ ਕਿਹਾ ਕਿ ਅਸੀਂ ਯੂਕਰੇਨ 'ਤੇ ਜੇ ਲੜਾਈ ਦਾ ਦਾਅਵਾ ਕੀਤਾ, ਸਾਰਾ ਕੁਝ ਕੀਤਾ, ਜੇ ਮਿਲ ਬੈਠ ਕੇ ਅਸੀਂ ਚਾਹੁੰਦੇ ਹਾਂ। ਔਰ ਸਾਡੇ ਵਿੱਚ ਵੀ ਬਗਾਵਤ ਹੋ ਗਈ ਹੈ, ਸਾਡੇ ਵਿੱਚ ਵੀ ਜੋ ਬਗਾਵਤ ਨਾਲ ਫੌਜਾਂ ਨੇ ਆਪਸੀ ਜਿਹੜਾ ਬਗਾਵਤ ਕਰਨ ਨਾਲ ਸਾਡੇ 'ਤੇ ਬਹੁਤ ਰੋਬ ਜਮਾਇਆ, ਪਰ ਅਸੀਂ ਉਹਨੂੰ ਕੰਟਰੋਲ ਕਰ ਲਿਆ। ਮਾਸਕੋ ਤੱਕ ਵਧਣ ਦੀ ਗੱਲ ਹੋਈ ਆ। ਹਰ ਇੱਕ ਨੇਤਾ ਨੇ ਸਮਝ ਲਓ ਆਪਣੇ ਰੋਣੇ ਰੋਏ ਆ। ਉਹਨਾਂ ਨੂੰ ਰੋਕਣ ਲਈ ਇਹਨਾਂ ਨੇ ਕਈ ਤਰ੍ਹਾਂ ਦੇ ਤਰੀਕੇ ਅਤੇ ਕਈ ਤਰ੍ਹਾਂ ਦੀਆਂ ਜ਼ੋਰ ਅਜ਼ਮਾਈਆਂ ਕਰਨ ਦਾ ਵੀ ਸੰਕੇਤ ਦਿੱਤੇ ਆ। ਔਰ ਚਾਰੇ ਪਾਵਰਾਂ, ਹੁਣ ਇੰਡੀਆ ਵੀ ਉਹਨਾਂ ਸੁਪਰ ਪਾਵਰਾਂ ਵਿੱਚ ਸ਼ਾਮਲ ਹੋਣ ਦਾ ਸੰਕੇਤ ਹੈਗਾ। ਨਹੀਂ ਤਾਂ ਇਹ ਪਹਿਲੋਂ ਗੱਲ ਨਹੀਂ ਸੀ ਸੁਣ ਦਿੰਦੇ, ਨਾ ਚਾਈਨਾ ਨਾ ਰਸ਼ੀਆ।
ਤੇ ਪਾਕਿਸਤਾਨ ਤਾਂ ਸਾਡੇ ਵਰਗਾ ਹੀ ਆ, ਉਹਦਾ ਤਾਂ ਗੱਲ ਸੁਣਨਾ ਜਾਂ ਨਾ ਸੁਣਾਈ ਗੱਲ ਇੱਕੋ ਜਿਹੀ ਹੈਗੀ ਆ। ਇਹ ਗੱਲ ਆ ਵਾਰਤਾਲਾਪ ਜਿਹੜੀ ਹੋਈ ਆ, ਮੋਦੀ ਜੀ ਉਹ 'ਚ ਬੜਾ ਖੜਕ ਕੇ ਬੋਲੇ। ਇਹਦੇ 'ਚ ਇਹ ਹੈ ਕਿ ਰਸ਼ੀਆ ਤਾਂ ਉਲਝਿਆ ਹੋਇਆ ਹੈ ਸਹੀ ਗੱਲ। ਔਰ ਉਹਦੀ ਤਾਕਤ ਕਮਜ਼ੋਰ ਹੋ ਰਹੀ ਹੈ ਔਰ ਉਹਦੀ ਚੀਨ ਦੇ ਉੱਤੇ ਨਿਰਭਰਤਾ ਵੱਧਦੀ ਪਈ ਹੈ। ਪਰ ਰਸ਼ੀਆ ਇਹ ਨਹੀਂ ਚਾਹੁੰਦਾ ਕਿ ਚੀਨ ਉਹਦੇ ਨਾਲੋਂ ਜ਼ਿਆਦਾ ਸਟਰੋਂਗ ਹੋ ਜਾਏ। ਹਾਲਾਂਕਿ ਮਿੱਤਰ ਨੇ, ਪਰ ਫਿਰ ਵੀ ਜੋ ਜ਼ਰੂਰੀ ਹੈ ਪੋਲਿਟਿਕਸ ਦੇ ਵਿੱਚ ਉਹ ਜ਼ਰੂਰੀ ਹੈ। ਇਸ ਕਰਕੇ ਦੋਵੇਂ ਇੱਕ ਦੂਜੇ ਦੀ ਮਿੱਤਰਤਾ ਵੀ ਚਾਹੁੰਦੇ ਨੇ, ਦੂਜੇ ਨੂੰ ਇਸਤੇਮਾਲ ਵੀ ਕਰਨਾ ਚਾਹੁੰਦੇ ਨੇ। ਕੋਈ ਵੀ ਸ਼ਰੀਕ ਜਿਹੜਾ ਆਪਣੇ ਤੋਂ ਵੱਡੇ ਨਾਲ ਦੇ ਨੂੰ ਤਕੜਾ ਨਹੀਂ ਹੋਣ ਦਊਗਾ। ਬਿਲਕੁਲ, ਉਹ ਗਾਹੇ ਬਗਾਹੇ ਦੀਆਂ ਲੱਤਾਂ ਖਿੱਚੂਗਾ, ਉਹਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚੂਗਾ। ਇਹ ਦੇਸ਼ਾਂ ਦੀ ਗੱਲ ਵੀ ਹੋਈ ਹੈ, ਹਿਊਮਨ ਸਾਈਕੀ ਹੈ ਨਾ, ਗੱਲ ਤਾਂ ਉਹੀ ਸਾਈਕੀ ਹੈ, ਇੱਕੋ ਹੀ ਹੈ। ਔਰ ਦੇਖੋ ਯੂਰਪ ਦੇ ਵਿੱਚ ਵਾਰ ਚੱਲ ਰਹੀ ਆ ਔਰ ਏਸ਼ੀਆ ਦੇ ਵਿੱਚ ਕੋਲਡ ਵਾਰ ਚੱਲ ਰਹੀ ਹੈ। ਇਧਰੋਂ ਪਾਕਿਸਤਾਨ ਰੈਡੀ ਹੋ ਰਿਹਾ ਹੈ, ਇਧਰੋਂ ਚਾਈਨਾ ਰੈਡੀ ਹੋ ਰਿਹਾ ਹੈ, ਇੰਡੀਆ ਰੈਡੀ ਹੋ ਰਿਹਾ, ਅਮਰੀਕਾ ਤੋਂ ਡਰੋਨਸ ਲੈ ਰਿਹਾ। ਹਾਲਾਂਕਿ ਦੇਖੋ ਜੋ ਪਾਕਿਸਤਾਨ ਹੈ ਉਹ ਕੁਝ ਹਥਿਆਰ ਯੂਕਰੇਨ ਦੇ ਵਿੱਚ ਵੀ ਭੇਜ ਰਿਹਾ। ਦੇਖੋ ਇਹ ਵੀ ਸਪੋਰਟ ਪਰ ਉਹ ਆਇਆ ਅਮਰੀਕਾ ਹੀ ਆ, ਉਹ ਅਮਰੀਕਾ ਤੋਂ ਲੈਂਦੇ, ਇਹਨਾਂ ਕੋਲ ਬਣਦਾ ਆਪਣੇ ਕੋਲ ਤੇ ਕੁਝ ਵੀ ਨਹੀਂ ਹੁੰਦਾ, ਕੋਲ ਬਣਦਾ ਕੁਝ ਨਹੀਂ। ਠੀਕ ਹੈ, ਤਾਂ ਇਹ ਸਭ ਚੀਜ਼ਾਂ ਵੀ ਚੱਲਦੀਆਂ ਪਈਆਂ। ਹੁਣ ਇਹ ਸਾਰੀ ਜੋ ਰਣਨੀਤੀ ਤੇ ਰਾਜਨੀਤੀ ਹੈ ਇਹ ਬੜੀ ਖਿੰਡੀ ਵੀ ਹੋਈ ਹੈ ਤੇ ਇਹਨੂੰ ਅਮਰੀਕਾ ਇਕੱਠੀ ਕਰ ਲੈਣਾ ਚਾਹੁੰਦਾ ਹੈ ਆਪਣੇ ਹੱਕ ਦੇ ਵਿੱਚ, ਤਾਂ ਕਿ ਉਹ ਸੁਪਰ ਪਾਵਰ ਦਾ ਅਹੁਦਾ ਉਹਦੇ ਕੋਲ ਬਣਿਆ ਰਵੇ ਔਰ ਭਾਰਤ ਨੂੰ ਇਸਤੇਮਾਲ ਕਰਨਾ ਚਾਹੁੰਦਾ ਆਪਣੇ ਨਾਲ ਲਿਆ ਕੇ, ਤਾਂ ਕਿ ਉਹ ਰਸ਼ੀਆ ਤੋਂ ਥੋੜੀ ਦੂਰੀ ਬਣਾਏ। ਔਰ ਇਹ ਸਾਰੀਆਂ ਚੀਜ਼ਾਂ ਬਣਦੀਆਂ ਪਈਆਂ ਨੇ। ਜੇ ਅਸੀਂ ਦੇਖੀਏ ਨਾ ਕਿ ਰਸ਼ੀਆ ਤੇ ਚੀਨ ਭਾਰਤ ਦੇ ਖਿਲਾਫ ਲੱਗਦੇ ਨੇ ਤਾਂ ਨਹੀਂ, ਕਿਉਂਕਿ ਚੀਨ ਦੀ ਜੇ ਭਾਰਤ ਨਾਲ ਦੋਸਤੀ ਨਹੀਂ ਹੈਗੀ ਤਾਂ ਰਸ਼ੀਆ ਦੀ ਤਾਂ ਹੈਗੀ ਹੈ। ਤੇ ਜੇ ਅਸੀਂ ਦੇਖੀਏ ਕਿ ਅਮਰੀਕਾ ਤੇ ਇੰਡੀਆ ਇਕੱਠੇ ਆਉਂਦੇ ਪਏ ਨੇ ਤੇ ਉਹ ਰਸ਼ੀਆ ਦੇ ਖਿਲਾਫ ਹੋ ਜਾਏਗਾ, ਉਹ ਵੀ ਨਹੀਂ ਹੋ ਸਕਦਾ, ਕਿਉਂਕਿ ਰਸ਼ੀਆ ਨਾਲ ਸਾਡੀ ਦੋਸਤੀ ਬਹੁਤ ਗੂੜ੍ਹੀ ਹੈ, ਅਮਰੀਕਾ ਨਾਲ ਸਾਡੇ ਆਪਣੇ ਸੰਬੰਧ ਨੇ। ਇਸ ਕਰਕੇ ਜੋ ਅੱਜ ਚੀਜ਼ ਫਾਇਦਾ ਦਿੰਦੀ ਉਹ ਕੱਲ੍ਹ ਨੁਕਸਾਨ ਦੇਗੀ, ਜੋ ਅੱਜ ਨੁਕਸਾਨ ਦਿੰਦੀ ਹੈ ਕੱਲ੍ਹ ਫਾਇਦਾ ਦੇਗੀ। ਪਰ ਹਰ ਚੀਜ਼ ਦਾ ਇਲਾਜ ਉਹੀ ਕੂਟਨੀਤੀ ਹੈ, ਡਿਪਲੋਮੈਸੀ ਦੇ ਮੁਤਾਬਿਕ ਸਭ ਚੱਲਦੇ ਨੇ। ਕਿੱਥੇ ਕਿਹੜੇ ਰਿਲੇਸ਼ਨਸ ਰੱਖ ਕੇ ਵਿਨ ਵਿਨ ਸਿਚੁਏਸ਼ਨ ਬਣਾਈ ਜਾ ਸਕੇ। ਵੈਸੇ ਰਾਜਨੀਤਿਕ ਸੰਬੰਧ ਹੁੰਦੇ ਆ ਜਾਂ ਵਿਦੇਸ਼ੀ ਤੌਰ ਤੇ ਜਿਹੜੀ ਨੀਤੀ ਹੁੰਦੀ ਹੈ ਪੱਕੀ ਨਹੀਂ ਹੁੰਦੀ, ਕੁਝ ਪੱਕਾ ਨਹੀਂ। ਅੱਜ ਉਧਰ ਇਹ ਪਲੜਾ ਕਿਹਦਾ ਭਾਰੀ ਹੈ, ਉਹਦੇ ਨਾਲ ਜਾ ਕੇ ਜੱਫੀ ਪਾ ਲੈਂਦੇ ਬਸ। ਬਿਲਕੁਲ ਸਹੀ ਗੱਲ ਹੈ। ਔਰ ਰਾਜਨੀਤੀ ਦੇ ਵਿੱਚ ਨਾ ਦੋਸਤੀ ਪੱਕੀ ਨਾ ਦੁਸ਼ਮਣੀ ਪੱਕੀ, ਸਿਰਫ ਆਪਣਾ ਫਾਇਦਾ ਦੇਖਣਾ ਹੈ। ਫਾਇਦਾ ਦੇਖਣਾ ਪੱਕਾ ਹੁੰਦਾ ਹੈ। ਔਰੰਗਜ਼ੇਬ ਨੇ ਤਾਂ ਆਪਣੇ ਭਰਾ ਹੀ ਮਰਵਾਤੇ ਤਖਤ ਲਈ, ਹੈ ਕਿ ਨਹੀਂ? ਸਾਰਾ ਪਰਿਵਾਰ ਹੀ ਸਾਰਾ ਇਦਾਂ ਹੀ ਸ਼ੁਰੂ ਤੋਂ ਚੱਲਦਾ ਆ ਰਿਹਾ। ਉਦੋਂ ਖੂਨ ਖਰਾਬਾ ਕਰ ਲਈ, ਇਹ ਨਹੀਂ ਵੇਖਦੇ ਵੀ ਇਹ ਸਾਡਾ ਖੂਨ ਆ। ਔਰੰਗਜ਼ੇਬ ਨੇ ਬਾਕੀ ਤਾਂ ਹਿੰਦੂਆਂ ਨੂੰ, ਸਿੱਖਾਂ ਨੂੰ ਉਸ ਟਾਈਮ ਤੇ ਤਬਾਹ ਕਰ ਦਿੱਤਾ, ਹੈ ਨਾ, ਜਨੇਊ ਲਾ ਲੈਂਦਾ ਸੀ, ਸਾਰਾ ਕੁਝ ਕਰਦਾ ਸੀ। ਉਹਨੇ ਆਪਣੇ ਭਰਾ ਵੀ ਨਹੀਂ ਬਖਸ਼ੇ। ਇਹ ਰਾਜਨੀਤੀ ਦੀ ਜਿਹੜੀ ਹੈ ਕੱਟੜਤਾ ਹੈਗੀ ਹੈ, ਇਹ ਰਾਜਨੀਤੀ ਦੀ ਜਿਹੜੀ ਉਲਟੀ ਸੋਚ। ਹੁਣ ਇੱਕ ਚੀਜ਼ ਅੱਗੇ ਆਪਾਂ ਵਧੀਏ ਅੱਤਵਾਦ ਨਾਲ ਰਿਲੇਟਡ, ਕਿਉਂਕਿ ਸਾਡਾ ਜੰਮੂ ਕਸ਼ਮੀਰ ਬਹੁਤ ਜ਼ਿਆਦਾ ਇਹਦਾ ਸ਼ਿਕਾਰ ਰਿਹਾ ਹੈ ਅੱਤਵਾਦ ਦਾ। ਕਿੰਨੀ ਦੇਰ ਡੈਕੇਡਸ ਬੀਤ ਗਏ, 370 ਧਾਰਾ ਲਾਗੂ ਕੀਤੀ ਗਈ ਜਿਹੜੀ, ਉਸ ਦੇ ਖਿਲਾਫ ਹੁਣ ਅਪੀਲ ਹੈ ਔਰ ਉਹਦੀ ਸੁਣਵਾਈ ਜੋ ਹੈ 11 ਜੁਲਾਈ ਨੂੰ ਹੈ। ਕਿਉਂਕਿ ਜਿਹੜੇ ਉੱਥੋਂ ਦੇ ਲੀਡਰਸ ਨੇ, ਪੋਲੀਟੀਕਲ ਲੀਡਰਸ ਜੰਮੂ ਕਸ਼ਮੀਰ ਦੇ, ਉਹ ਜੋ ਜਮਾਤ ਬੈਠੀ ਹੈ ਉਹ ਹਮੇਸ਼ਾ ਇਸ ਦੀ ਖਿਲਾਫਤ ਕਰਦੀ ਰਹੀ ਹੈ ਕਿ ਜੰਮੂ ਕਸ਼ਮੀਰ ਇੱਕ ਅਲੱਗ ਸਟੇਟ ਹੈ, ਸਾਡਾ ਕਲਚਰ ਅਲੱਗ ਹੈ, ਅਸੀਂ ਵੱਖਰੇ ਹਾਂ, ਸਾਨੂੰ ਵੱਖਰਾ ਰਹਿਣ ਦਿਓ। ਔਰ ਉੱਧਰੋਂ ਕਸ਼ਮੀਰ ਨੂੰ ਹਮੇਸ਼ਾ ਪਾਕਿਸਤਾਨ ਆਪਣਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਸਾਡੇ ਬਹੁਤ ਖੂਬਸੂਰਤ ਏਰੀਆ ਨੀਲਮ ਘਾਟੀ ਉਹਨਾਂ ਕੋਲ ਹੈ, ਜੋ ਅਸੀਂ ਹਾਰੀ ਸੀ ਜਦੋਂ ਦੂਸਰੀ ਵਾਰ ਸਾਡਾ ਯੁੱਧ ਹੋਇਆ ਹੈ ਪਾਕਿਸਤਾਨ ਦੇ ਨਾਲ। ਲਾਹੌਰ ਤੱਕ ਅਸੀਂ ਪਹੁੰਚ ਗਏ ਸੀ, ਪਰ ਫਿਰ ਉਹ ਸਾਰੇ ਸਮਝੌਤੇ UNO ਔਰ ਕਸ਼ਮੀਰ ਦਾ ਤੇ ਮਾਮਲਾ ਵੀ UNO ਦੇ ਵਿੱਚ ਨਹਿਰੂ ਸਾਹਿਬ ਲੈ ਕੇ ਗਏ। ਔਰ ਇਸ ਵਕਤ ਇਹ ਸਾਰੇ ਮਾਮਲੇ ਇੰਨੇ ਉਲਝੇ ਹੋਏ ਨੇ ਕਿ ਇਹਦੇ ਵਿੱਚ ਚੀਨ ਵੀ ਦਖਲ ਦਿੰਦਾ ਪਿਆ। ਅਸਲ 'ਚ ਇਹ 370 ਧਾਰਾ ਦਾ ਜਿਹੜਾ ਇਹਨਾਂ ਨੇ ਬੰਦ ਕਰਨਾ ਸੀਗਾ, ਕੇਂਦਰ ਸਰਕਾਰ ਨੇ ਇਹਦੇ 'ਤੇ ਹੁਕਮ ਕਰ ਦਿੱਤਾ ਸੀ ਕਿ ਇਹ ਧਾਰਾ ਬਿਲਕੁਲ ਬੰਦ ਆ। ਇਹ ਧਾਰਾ ਬਣਾਈ ਗਈ ਸੀ ਸੰਵਿਧਾਨ ਦੇ ਅਨੁਸਾਰ ਉਹਨਾਂ ਨੂੰ ਵੱਧ ਅਧਿਕਾਰ ਦੇਣ ਦੀ, ਉੱਥੇ ਸਸਤੀਆਂ ਚੀਜ਼ਾਂ ਵੇਚਣ ਦੀ, ਔਰ ਉੱਥੇ ਲੋਕਾਂ ਦੇ ਜਿਹੜੇ ਪੜ੍ਹਾਈ ਦੀਆਂ, ਨੌਕਰੀ ਦੀਆਂ, ਉਹ ਉਹਨਾਂ ਨੂੰ ਸਹੂਲਤਾਂ ਸੀਗੀਆਂ। ਉਹ ਕਿਤੇ ਵੀ ਨੌਕਰੀ ਲੈ ਸਕਦੇ ਸੀ, ਬੀਇੰਗ ਏ ਸਿਟੀਜ਼ਨ ਆਫ ਕਸ਼ਮੀਰ। ਔਰ ਉੱਥੇ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਕਿ ਉਹ ਦੇਸ਼ ਦੇ ਕੋਈ ਉਤਸਵ ਨਹੀਂ ਸੀ ਮਨਾਉਂਦੇ, ਉਹ 15 ਅਗਸਤ 'ਤੇ ਉੱਧਰ ਨੂੰ ਕੋਈ ਝੰਡਾ ਨਹੀਂ ਸੀ ਚੜਾਉਂਦੇ, ਇਹ ਜ਼ਮਾਨਾ ਸੀਗਾ। ਪਰ ਕੇਂਦਰ ਸਰਕਾਰ ਦੀ ਜਦੋਂ ਉਹਨਾਂ ਤੇ ਇਹ ਨਜ਼ਰ ਗਈ ਔਰ ਮੋਦੀ ਸਰਕਾਰ ਨੇ ਇੱਕਦਮ 370 ਬੰਦ ਕਰਤਾ। ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਜਦੋਂ ਵੀ ਇਹ JNK ਆਉਂਦਾ ਹੈਗਾ, ਉਹਦੇ ਵਿੱਚ ਜਿਹੜੇ ਲੋਕ ਉੱਥੇ ਜਗ੍ਹਾ ਲੈਣਾ ਚਾਹੁੰਦੇ ਆ, ਜੋ ਵਸਣਾ ਚਾਹੁੰਦੇ ਆ, ਉਹ ਬੜੇ ਖੁਸ਼ਦਿਲੀ ਨਾਲ, ਖੁੱਲ੍ਹਦਿਲੀ ਨਾਲ ਰਹਿ ਸਕਦੇ ਆ। ਉਹ ਪਰ ਪਹਿਲਾਂ ਜਗ੍ਹਾ ਨਹੀਂ ਸੀ ਲੈ ਸਕਦੇ। ਪਹਿਲਾਂ JNK ਦੇ ਜਿਹੜੇ ਉੱਥੋਂ ਦੇ ਮੁਸਲਮਾਨ ਜਾਂ ਉਹ ਰਹਿ ਸਕਦੇ ਸੀ। 1990 ਦੇ ਵਿੱਚ ਹਿੰਦੂ ਕਮਿਊਨਿਟੀ ਨੂੰ ਉਹਨਾਂ ਨੇ ਬਹੁਤ ਆਵਾਜ਼ਾਰ ਕੀਤਾ, ਤੰਗ ਕੀਤਾ, ਉੱਥੋਂ ਉਹਨਾਂ ਨੇ ਭਜਾ ਦਿੱਤੇ ਗਏ। ਉਹ ਆ ਕੇ ਪੰਜਾਬ ਵਿੱਚ ਵੀ ਰਹੇ ਔਰ ਦਿੱਲੀ 'ਚ ਵੀ ਰਹੇ ਸ਼ਰਨਾਰਥੀਆਂ ਦੇ ਤੌਰ 'ਤੇ। ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਸਰਕਾਰ ਨੇ, ਜਿਹੜੀ ਕੇਂਦਰ ਸਰਕਾਰ, ਉਹਨਾਂ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ।
ਉਹਨਾਂ ਦੀਆਂ ਜਾਇਦਾਦਾਂ ਵੀ ਹੜੱਪ ਕਰ ਗਏ ਉੱਥੋਂ ਦੇ ਬੇਸਿਕਲ ਜਿਹੜੇ ਮੁਸਲਮਾਨ ਨੇ। ਐਕਚੁਅਲੀ ਜਿਹੜੇ JNK ਨੂੰ ਬਿਲੋਂਗ ਕਰਦੇ ਆ ਸਾਰੇ ਕਹਿੰਦੇ ਕਿ JNK ਸਾਡਾ ਇੱਕ ਵੱਖਰਾ ਦੇਸ਼ ਸੀਗਾ। ਫਿਰ ਇਹ ਰੌਲਾ ਪੈ ਗਿਆ ਸੀ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਸੀ, ਉਦੋਂ ਉਹਨਾਂ ਨੇ ਪਲੈਬੀਸਾਈਟ ਜਨਮਤ ਸੰਗ੍ਰਹਿ ਕਰਾਉਣ ਦਾ ਕੀਤਾ ਸੀਗਾ ਕਿ ਇਹਨਾਂ ਨੂੰ ਪੁੱਛੋ ਕਿੱਧਰ ਰਹਿ ਸਕਦੇ ਆ। ਹਾਂਜੀ। ਫਿਰ ਜਿਹੜੇ ਸੋਚਵਾਨ ਸੀਗੇ ਉਹਨਾਂ ਨੇ ਕਿਹਾ ਨਹੀਂ ਇਹਨਾਂ ਨੇ ਜੇ ਤੁਸੀਂ ਇਹ ਕਰ ਲਿਆ ਤੇ ਭੱਜਣੇ ਜੇ, ਇਹਨਾਂ ਨੇ ਕਹਿ ਦੇਣਾ ਕਿ ਅਸੀਂ ਤਾਂ ਪਾਕਿਸਤਾਨ ਨਾਲ ਰਲਦੇ, ਸਹੂਲਤਾਂ ਅਸੀਂ ਦੇ ਰਹੇ ਹਾਂ ਤੇ ਪੱਖ ਉਹਨਾਂ ਦਾ ਪਾਕਿਸਤਾਨ ਨਾਲ ਸੀਗਾ। ਫਿਰ ਇਹਨਾਂ ਨੇ ਆ 370 ਦੇ ਵਿੱਚ ਹਟਾ ਕੇ ਸ਼ਾਸਿਤ ਪ੍ਰਦੇਸ਼ ਜਿਹੜਾ ਯੂਨੀਅਨ ਟੈਰੀਟਰੀ ਸ਼ਾਸਿਤ ਉਹ ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ। ਉਹਦੇ ਵਿੱਚ JNK ਵੀ ਆ, ਲੇਹ ਵੀ ਆ, ਉਹਦੇ 'ਚ ਜਿੰਨਾ ਏਰੀਆ ਸਾਰਾ ਉਹ ਬਣਾ ਦਿੱਤਾ ਉਹਨਾਂ ਨੇ। ਇਹ ਤਾਂ ਸਹੂਲਤ ਲਈ ਉਹਨਾਂ ਨੇ ਸਿੱਧਾ ਕੇਂਦਰ ਦੇ ਅੰਡਰ ਕਰ ਦਿੱਤਾ, ਜਦੋਂ ਕਿ ਸੂਬਾ ਨਹੀਂ ਰਹਿਣ ਦਿੱਤਾ। ਉਹਨਾਂ ਨੂੰ ਪਤਾ ਸੀ ਸੂਬਾ ਰਹਿਣ ਦਿੱਤਾ ਤੇ ਇਹਨਾਂ ਨੇ ਵੱਖਰਾ ਹੀ ਦੇਸ਼ ਬਣਾ ਲੈਣਾ। ਬੇਸਿਕਲੀ ਉਹ ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਸੀਗੇ, ਇਹਨਾਂ ਨੂੰ ਪਤਾ ਹੈਗਾ। ਇਹਨਾਂ ਇਸੇ ਕਰਕੇ ਉਹਨਾਂ ਨੂੰ ਸਹੂਲਤਾਂ ਵੱਧ ਦਿੱਤੀਆਂ। ਹੁਣ ਉਹਨਾਂ ਨੂੰ ਪਤਾ ਲੱਗਾ ਪਾਕਿਸਤਾਨ ਤਾਂ ਪਹਿਲਾਂ ਭੁੱਖਾ ਮਰ ਰਿਹਾ, ਉਹਨਾਂ ਸਾਨੂੰ ਕੀ ਦੇਣਾ, ਰੋਟੀ ਰੋਜ਼ੀ ਸਾਰੀ ਇੰਡੀਆ ਤੋਂ ਮਿਲਣੀ ਹੈ। ਬੇਸਿਕ ਉਹਨਾਂ ਦੇ ਲੀਡਰ ਜਿਹੜੇ ਨੇ ਫਾਰੂਕ ਅਬਦੁੱਲਾ ਜੀ ਉੱਥੋਂ ਦੇ ਰਹੇ ਨੇ, ਮੁਫਤੀ ਮੁਹੰਮਦ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਰਹੇ ਆ, ਉਮਰ ਅਬਦੁੱਲਾ ਉਹਨਾਂ ਦਾ ਬੇਟਾ ਰਿਹਾ, ਸਾਰੇ ਉੱਥੋਂ ਦੇ। ਇਹਨਾਂ ਦੀ ਵਾਗਡੋਰ ਇਹਨਾਂ ਕੋਲ ਰਹੀ ਮੁਸਲਮਾਨਾਂ ਕੋਲ। ਔਰ ਜਿਹੜੇ ਹਿੰਦੂ ਆ ਵਿਚਾਰੇ ਉੱਥੇ ਇਸ ਤਰ੍ਹਾਂ ਹੀ ਰਹੇ ਜਿਸ ਤਰ੍ਹਾਂ ਬੜੀ ਜਿਹੜੀ ਟ੍ਰੈਜਿਕ ਸੀਨ ਸੀ ਉਹਨਾਂ ਦਾ। ਸੈਕੰਡ ਸਿਟੀਜ਼ਨ, ਹਾਂ ਸੈਕੰਡ ਸਿਟੀਜ਼ਨ, ਯੈਸ। ਉਹ ਹੁਣ ਗੱਲ ਸੀਗਾ ਇਹਨਾਂ 300 ਧਾਰਾ ਤੱਕ ਕਰਤੀ ਬੰਦ। ਉਹ ਤੋਂ ਬਾਅਦ ਉਹ ਫਿਰ ਸਿਰ ਚੁੱਕ ਰਿਹਾ, ਫਿਰ ਰੌਲਾ ਪਾ ਰਿਹਾ, ਫਿਰ ਉਸੇ ਤਰ੍ਹਾਂ ਦੀ ਗੱਲ ਹੈ ਵੀ ਸਹੂਲਤਾਂ ਸਾਨੂੰ ਦਿਓ, ਸਾਡੀਆਂ ਸਹੂਲਤਾਂ ਤੁਸੀਂ ਖੋਹ ਲਈਆਂ, ਸਾਨੂੰ ਉਹਨਾਂ ਸਹੂਲਤਾਂ ਤੋਂ ਵਾਂਝੇ ਕਰ ਦਿੱਤਾ। ਹੁਣ ਇਹ 300 ਧਾਰਾ ਦੀ ਮੰਗ ਫਿਰ ਦੁਬਾਰਾ ਆ ਰਹੀ ਹੈ। ਹੁਣ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੂੰ ਉਹ ਕਹਿਣਗੇ, ਇਹਨਾਂ ਦੇ ਨੁਮਾਇੰਦੇ ਮਿਲਣਗੇ ਔਰ ਨੁਮਾਇੰਦਿਆਂ ਦੇ ਮਿਲਣ ਤੋਂ ਬਾਅਦ ਹੋ ਸਕਦਾ ਕੀ ਜਵਾਬ ਦਿੰਦੇ ਆ, ਕੋਈ ਪਤਾ ਨਹੀਂ ਕੇਂਦਰ ਦਾ ਕਿ ਕੀ ਕਰਦੇ ਦੁਬਾਰਾ, ਵੀ ਉਹਨੂੰ ਫਿਰ ਦੁਬਾਰਾ 370 ਨੂੰ ਭੰਗ ਕਰਦੇ। ਹੁਣ 11 ਤਰੀਕ ਨੂੰ ਫਿਰ ਦੁਬਾਰਾ ਜਿਹੜੀ 317 ਲੱਗੀ ਹੈ ਉਹਦੀ ਸੁਣਵਾਈ ਹੈ ਸੁਪਰੀਮ ਕੋਰਟ ਵੱਲੋਂ। ਕੋਰਟ ਕੀ ਕਹਿੰਦੀ ਹੈ ਦੇਖੋ, ਕੋਰਟ ਨੇ ਅਜੇ ਬੋਲਣੀ ਆ ਕੇਂਦਰ ਸਰਕਾਰ ਦੀ। ਇਸ ਵੇਲੇ ਕੋਰਟ ਵੀ ਸਿੱਧੇ ਤੌਰ ਤੇ ਨਹੀਂ ਉਹਨੂੰ ਤੋੜ ਸਕਦੀ। ਅਜੇ ਵਿੱਚ ਜਿਹੜਾ ਨਾ ਇਹ ਰਲਗੋਬਾ ਹੀ ਰਹੂਗਾ, ਇਹ ਰਹਿਣਾ ਇਸੇ ਤਰ੍ਹਾਂ ਦਾ ਡਿਸੀਜਨ ਇੱਕ ਪਾਸੇ ਨਹੀਂ ਹੋਣਾ। ਪਰ ਉਹ ਸਹੂਲਤਾਂ ਤੋਂ ਵਾਂਝੇ ਹੋ ਗਏ। ਪਹਿਲੋਂ ਜਿਹੜੇ ਸੀਗੇ ਇੰਡੀਆ ਤੋਂ ਸਾਰਿਆਂ ਤੋਂ ਵੱਧ ਸਹੂਲਤਾਂ ਸੀ, ਦੁੱਧ, ਖੰਡ, ਹੈ ਨਾ, ਆਟਾ, ਸਭ ਕੁਝ, ਸਾਰਾ ਕੁਝ ਫ੍ਰੀ ਦਾ ਮਤਲਬ ਸਸਤਾ ਮਿਲਦਾ ਸੀ। ਹਾਂ, ਸੋ ਇਹ ਉਮੀਦ ਹੈ ਕਿ ਮਤਲਬ ਜੋ ਵੀ ਫੈਸਲਾ ਹੋਵੇ ਉਹ ਭਾਰਤ ਦੀ ਸ਼ਾਂਤੀ, ਪ੍ਰਭੂਸੱਤਾ, ਅਖੰਡਤਾ, ਏਕਤਾ, ਜਿੱਦਾਂ ਅਸੀਂ ਆਮ ਸੁਣਦੇ ਹਾਂ ਲੀਡਰਾਂ ਦੀ ਭਾਸ਼ਾ ਹੈ, ਤਾਂ ਲੀਡਰਾਂ ਜੋ ਭਾਸ਼ਾ ਬੋਲਦੇ ਨੇ ਉਹੀ ਭਾਸ਼ਾ ਦਾ ਇਸਤੇਮਾਲ ਮੈਂ ਕਰਦਾ ਪਿਆ ਜੀ। ਭਾਰਤ ਨੂੰ ਇਕੱਠਾ ਕਿਵੇਂ ਰੱਖਣਾ ਹੈ, ਹਾਂ, ਜਿਹੜੀਆਂ ਤਾਕਤਾਂ ਭਾਰਤ ਨੂੰ ਤੋੜਨਾ ਚਾਹੁੰਦੀਆਂ ਨੇ ਉਹਨਾਂ ਤੋੜਨਾ ਵਾਲੀਆਂ ਤਾਕਤਾਂ ਦੇ ਖਿਲਾਫ ਕੀ ਕਦਮ ਚੁੱਕਣਾ ਚਾਹੀਦਾ ਔਰ ਉਹਨਾਂ ਨੂੰ ਕਿੱਦਾਂ ਮੂੰਹ ਤੋੜ ਜਵਾਬ ਦੇਣਾ ਚਾਹੀਦਾ। ਇਹ ਕਾਨੂੰਨ ਦੀ ਵੀ ਜ਼ਿੰਮੇਵਾਰੀ ਹੈ, ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ, ਨਾਗਰਿਕਾਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਜੇ ਸਮਾਜ ਹੀ ਟੁੱਟ ਗਿਆ ਤਾਂ ਫਿਰ ਤਾਂ ਦੇਸ਼ ਕਿੱਥੋਂ ਸਲਾਮਤ ਰਹਿਣਾ ਹੈ। ਸਮਾਜ ਨੂੰ ਇਕੱਠਾ ਰੱਖਣਾ ਜ਼ਰੂਰੀ ਹੈ। ਪਰ ਇਹ ਸੋਚ ਕਿਸੇ ਇੱਕ ਨੇਤਾ 'ਚ ਹੁੰਦੀ, ਕਿਸੇ ਇੱਕ ਆਗੂ 'ਚ ਹੁੰਦੀ ਹੈ। ਜਿਹੜੇ ਬਾਕੀ ਆਗੂ ਜਿਹੜੇ ਹੈਗੇ ਉਹ ਤੋੜ ਭੰਨ 'ਚ ਲੱਗੇ ਹੁੰਦੇ, ਸਾਬੋਟਾਜ 'ਚ ਲੱਗੇ ਹੁੰਦੇ। ਸਾਬੋਟਾਜ, ਤੋੜ ਭੰਨ ਨਾਲ ਉਹਨਾਂ ਦੀ ਦੁਕਾਨ ਚੱਲਦੀ ਆ। ਯੈਸ, ਹੁਣ ਮਨੀਪੁਰ 'ਚ ਇਹੀ ਹੋ ਗਿਆ, ਬਾਕੀ ਸੂਬਿਆਂ 'ਚ ਵੀ ਇਹੀ ਹੋਣ ਦੀ ਜਿਹੜੀ ਆਦਤ ਪੈ ਗਈ ਲੋਕਾਂ ਨੂੰ। ਔਰ ਕਰਵਾਉਂਦੇ ਸਾਜ਼ਿਸ਼ ਦੇ ਪਿੱਛੇ ਨੇਤਾਗਿਰੀ ਕੋਈ ਨਾ ਕੋਈ ਤਾਂ ਹੁੰਦੀ ਗੱਲ। ਤੇ ਤੁਹਾਡੇ ਵਾਲੀ ਗੱਲ ਨੂੰ ਮਮਤਾ ਬੈਨਰਜੀ ਵੀ ਮੋਹਰ ਲਾ ਰਹੇ ਨੇ ਕਿ ਕਸ਼ਮੀਰ ਨੂੰ ਵੀ ਤਬਾਹ ਕੀਤਾ, ਮਨੀਪੁਰ ਨੂੰ ਵੀ ਤਬਾਹ ਕੀਤਾ ਤੇ ਹੁਣ ਸਰਕਾਰ ਬੰਗਾਲ ਦੇ ਪਿੱਛੇ ਪਈ ਹੈ। ਤੁਹਾਡੇ ਕੋਲ ਮੁੱਦੇ ਜਿਹੜੇ ਵੀ ਹੁੰਦੇ ਆ, ਮਸਲੇ ਜਿਹੜੇ ਹੈਗੇ ਬੜੇ ਕੋਰਲੇਟ ਹੁੰਦੇ ਆ, ਇੱਕ ਲੜੀ 'ਚ ਪਰੋ ਦਿੰਦੇ ਸਾਰਿਆਂ ਨੂੰ। ਤੁਸੀਂ ਗੱਲ ਕਰਕੇ ਹਟੇ ਤੇ ਮਮਤਾ ਬੈਨਰਜੀ ਵਾਲਾ ਲੈ ਲਿਆ। ਮਮਤਾ ਬੈਨਰਜੀ ਨੇ ਕਹਿਤਾ ਕਿ ਪਹਿਲੋਂ ਤਾਂ ਇਹਨਾਂ ਨੇ ਸਾਰੇ ਦਾ ਸਾਰਾ JNK ਤਬਾਹ ਕਰ ਦਿੱਤਾ, ਉਹਨਾਂ ਨੂੰ ਬਰਬਾਦ ਕਰਤਾ। ਫਿਰ ਮਨੀਪੁਰ ਵਾਲੇ ਪਾਸੇ ਹਿੰਸਾ ਜੇ ਰੁਕੀ ਨਹੀਂ, ਤੀਜੇ ਪਾਸੇ ਹੁਣ ਬੰਗਾਲ ਨੂੰ ਵੀ ਤਬਾਹ ਕਰਨ ਲਈ ਪਿੱਛੇ ਪੈ ਗਏ ਆ। ਔਰ ਉਹਨਾਂ ਨੇ ਸਾਰੇ ਲੀਡਰਾਂ ਨੂੰ ਮੁਖਾਤਬ ਹੋ ਕੇ ਕਿਹਾ, ਕਿਸੇ ਸਮਾਗਮ 'ਚ ਬੋਲ ਰਹੀ ਸੀ, ਉਹਨਾਂ ਨੇ ਕਿਹਾ ਕਿ ਜਿਹੜੇ ਬੰਗਾਲ ਦੇ ਲੋਕ ਨੇ ਬੜੇ ਸੂਝਵਾਨ, ਪੜ੍ਹੇ ਲਿਖੇ ਔਰ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣ ਵਾਲੀ ਕੌਮ ਹੈ, ਪਰ ਉਹਨਾਂ ਨੂੰ ਇਹਨਾਂ ਨੇ ਬਿਲਕੁਲ ਛੰਡ ਕੇ ਇੱਕ ਨੁਕਰੇ ਪਾਸੇ ਝਾੜ ਕੇ ਲਾ ਦਿੱਤਾ। ਜਦੋਂ ਕਿ ਅਸੀਂ ਹਿੰਦੁਸਤਾਨੀ ਹਾਂ, ਸਾਨੂੰ ਸਾਰਿਆਂ ਨਾਲ ਪਿਆਰ ਹੈ, ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ਼ ਬਰਬਾਦ ਨਾ ਹੋਵੇ। 1 to 1 ਜਿਹੜਾ ਇਹ ਮਰਵਾ ਰਹੇ ਆ। ਪੰਜਾਬ ਦੀ ਗੱਲ ਕੀਤੀ ਉਹਨਾਂ ਨੇ ਕਿ ਪੰਜਾਬ ਵਿੱਚ ਵੀ ਜੋ ਉਹਨਾਂ ਨੇ ਸਹੂਲਤ ਨਹੀਂ ਦਿੱਤੀ, ਪੰਜਾਬ ਦੇ ਲੋਕ ਇਸ ਵੇਲੇ ਇਹਨਾਂ ਗੱਲਾਂ ਤੋਂ ਤਰਸ ਰਹੇ ਆ। ਬਾਕੀ ਸੂਬੇ ਜਿਹੜੇ ਹੈਗੇ ਆ ਉਹਨਾਂ ਦੇ ਸਕੇ ਪੁੱਤ ਤੇ ਇਹ ਮਤਰੇਏ ਪੁੱਤਰ ਆ। ਇਸ ਕਰਕੇ ਮੈਨੂੰ ਇਸ ਗੱਲ ਤੇ ਜਾਂਦੀ ਖਦਸ਼ਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਨੇੜੇ ਬੰਗਾਲ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਹੀ ਰੌਲਾ ਰੱਪਾ, ਉਸੇ ਤਰ੍ਹਾਂ ਦੀ ਜੋ ਮਨੀਪੁਰ ਵਿੱਚ ਹੋ ਰਿਹਾ। ਕਹਿੰਦੇ ਅਜੇ ਤੱਕ ਉਹਨੂੰ ਤਾਂ ਰੋਕਣ ਦੀ ਇਹਨਾਂ ਯਤਨ ਨਹੀਂ ਕੀਤਾ। ਉਹਦੇ ਵਿੱਚ ਇਹਨਾਂ ਨੇ ਸਿਆਸੀ ਭਾਸ਼ਣ ਕੀਤੇ ਆ ਔਰ ਉਹਦੇ ਵਿੱਚ ਪਰਚੇ ਪੜ੍ਹੇ ਗਏ ਆ। ਉਹਦੇ ਵਿੱਚ ਇਤਿਹਾਸ ਨੂੰ ਨਹੀਂ ਦੇਖਿਆ ਕਿ ਲੋਕ ਕਿੱਦਾਂ ਰਹਿਣਾ ਚਾਹੁੰਦੇ ਆ, ਆਪੋ 'ਚ ਕੀ ਪਿਆਰ ਮੁਹੱਬਤ ਰੱਖਣਾ ਚਾਹੁੰਦੇ ਆ, ਉਹਦਾ ਕੀ ਨੁਕਤਾ ਹੈ। ਉਸ ਨੁਕਤੇ 'ਤੇ ਕੋਈ ਗੱਲ ਨਹੀਂ ਹੋਈ। ਇਹਨੇ ਕਿਹਾ ਵਾ ਮਮਤਾ ਨੇ ਕਿ ਉਹ ਆਪ ਕਹਿੰਦੇ ਆਪ ਤੇ ਜਹਾਜ਼ਾਂ 'ਤੇ ਝੂਠੇ ਲੈ ਰਹੇ ਆ, ਉੱਥੇ ਉਹਨਾਂ ਦੇ ਡਿਨਰ ਲੈ ਰਹੇ ਆ ਤੇ ਲੋਕ ਤੜਫ ਰਹੇ ਆ, ਲੋਕ ਖੂਨੋ ਖੂਨੀ ਹੋਏ ਆ, ਬੁਰਸ਼ਾਗਰਦੀ ਹੋ ਰਹੀ ਆ। ਉਹਦੇ ਪਿੱਛੇ ਇਹਨਾਂ ਦਾ ਕੋਈ ਧਿਆਨ ਨਹੀਂ ਗਾ।
ਇਹਨਾਂ ਦਾ ਧਿਆਨ ਹੈਗਾ ਆਪਣੇ ਨਾਲ ਦੇ ਹਮਰੁਤਬਾ ਜਿਹੜੇ ਉਹਨਾਂ ਨਾਲ ਕੋ ਡਿਨਰ, ਉਹਨਾਂ ਕੋਲ ਨਾਸ਼ਤਾ, ਉਹਨਾਂ ਕੋਲ ਖਾਣ ਪੀਣ ਦੀਆਂ ਚੀਜ਼ਾਂ, ਔਰ ਉਹਨਾਂ ਨਾਲ ਜਿਹੜੀ ਆ ਸਿਆਸੀ ਭਾਸ਼ਣ ਕਰਨ ਦੀ ਯੋਗਤਾ ਹੈ। ਇੱਕ ਬਲਕਾਰ ਜੀ, ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਕਿਹਾ ਜਾ ਰਿਹਾ ਕਿ ਅਮਰੀਕਾ ਦੀ ਜੋ ਹੁਣ ਦੀ ਫੇਰੀ ਰਹੀ ਹੈ, ਮੋਦੀ ਸਾਹਿਬ ਦੀ ਰੀਸੈਂਟ ਦੀ ਫੇਰੀ ਰਹੀ ਮੋਦੀ ਸਾਹਿਬ ਦੀ, ਉਹਦੇ ਵਿੱਚ ਇੱਕ ਥਾਂ ਦੇ ਉੱਤੇ ਸੰਬੋਧਨ ਕਰਦੇ ਹੋਏ ਸ਼ਾਇਦ ਭਾਰਤੀਆਂ ਨੂੰ, ਜੋ ਇੰਡੀਅਨ ਡਾਇਸਪੋਰਾ ਉੱਥੇ ਹੈਗਾ, ਉਹਨਾਂ ਨੂੰ ਸੰਬੋਧਨ ਕਰਦੇ ਹੋਏ ਕਹਿ ਰਹੇ ਨੇ ਕਿ ਭਾਰਤ ਦੇ ਵਿੱਚ ਹਰ ਹਫਤੇ ਇੱਕ ਯੂਨੀਵਰਸਿਟੀ ਖੁੱਲਦੀ ਪਈ ਹੈ, ਹਰ 3 ਦਿਨਾਂ ਦੇ ਵਿੱਚ ਇੱਕ ਕਾਲਜ ਖੁੱਲਦਾ ਪਿਆ ਹੈ, IIT IIM ਖੁੱਲਦੇ ਪਏ ਨੇ, ਜਦਕਿ ਇਦਾਂ ਦਾ ਤੇ ਕੁਝ ਵੀ ਨਹੀਂ ਹੋ ਰਿਹਾ ਭਾਰਤ ਦੀ ਧਰਤੀ ਦੇ ਉੱਤੇ, ਅਸੀਂ ਦੇਖਦੇ ਹੀ ਪਏ ਹਾਂ। ਤੁਹਾਡੀ ਗੱਲ ਸਹੀ ਹੈ। ਫਿਰ ਉਹ ਵੀਡੀਓ ਤੋਂ ਬਾਅਦ ਲੋਕ ਪੈ ਵੀ ਗਏ, ਜਿਹੜੇ ਸੁਣ ਰਹੇ ਸੀ ਉੱਥੇ ਜਿੰਨੇ NRI ਸੀਗੇ, ਉਹਨਾਂ ਨੇ ਬਹੁਤ ਹੰਗਾਮਾ ਕੀਤਾ, ਪੱਤਰਕਾਰਾਂ ਨੇ ਵੀ ਪੁੱਛਿਆ ਇਹਨਾਂ ਨੂੰ ਆ ਕੇ, ਫਿਰ ਇਹਨਾਂ ਕੋਲ ਵਾਜਬ ਜਵਾਬ ਨਹੀਂ ਸੀ ਹੋਇਆ। ਪਰ ਜੋ ਪ੍ਰੈਕਟੀਕਲ ਤੌਰ ਤੇ ਹੋਇਆ, ਚਲੋ ਪ੍ਰੋਗਰੈਸ ਕੀਤੀ ਇਹਨਾਂ ਨੇ, ਡਿਵੈਲਪਮੈਂਟ ਕੀਤੀ ਆ, ਪਰ ਉਹ ਉੱਥੇ ਇਸ ਤਰ੍ਹਾਂ ਦੀਆਂ ਨਿਰਾਧਾਰ ਗੱਲਾਂ ਕਰਨ ਦੀ ਲੋੜ ਨਹੀਂ ਹੁੰਦੀ। ਸੋਸ਼ਲ ਮੀਡੀਆ ਨਹੀਂ ਕਰਨ ਦਿੰਦਾ। ਇਸ ਵੇਲੇ ਜੋ ਕੁਝ ਇੱਥੇ ਹੋ ਰਿਹਾ, ਇਹਦਾ ਮਤਲਬ ਸਾਡੇ NRI ਵੀਰਾਂ ਨੂੰ ਨਹੀਂ ਪਤਾ। ਜੋ ਅਸੀਂ ਗੱਲਾਂ ਕਰ ਰਹੇ ਹਾਂ, ਜੋ ਸਾਡੇ ਚੈਨਲਾਂ 'ਤੇ ਗੱਲਾਂ ਹੁੰਦੀਆਂ, ਲੋਕਾਂ ਨੂੰ ਇਹਦਾ ਮਤਲਬ ਕੁਝ ਨਹੀਂ ਸਮਝ ਹੈਗੀ। ਔਰ ਇਸ ਕਰਕੇ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਅਸੀਂ 5G 6G ਤੱਕ ਪਹੁੰਚ ਰਹੇ ਹਾਂ, ਮਾਡਰਨ ਟੈਕਨੋਲੋਜੀ ਕਿੱਥੇ ਪਹੁੰਚ ਰਹੀ ਹੈ, ਆਪ ਤੇ ਇਹ ਲਾਗੂ ਕਰਦੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿੱਥੇ ਕਿੰਨੀ ਕੁ ਦੂਰ ਹੈਗੇ ਉਹ ਲੋਕ, ਪਤਾ ਉੱਥੋਂ ਬੈਠੇ ਆ। ਸਾਡੇ ਪ੍ਰਵਾਸੀ ਭਾਰਤੀ ਇੱਕ ਦੂਜੇ ਨੂੰ ਫੋਨ ਕਰ ਦਿੰਦੇ ਆ ਵੀ ਤੁਹਾਡੇ ਕੀ ਹੋਇਆ, ਪੰਜਾਬ 'ਚ ਕੀ ਹੋਇਆ। ਜਦੋਂ ਤਰੱਕੀ ਕੋਈ ਨਹੀਂ, ਡਿਵੈਲਪਮੈਂਟ ਕੋਈ ਨਹੀਂ, ਕੋਈ ਵਿਕਾਸ ਨਹੀਂ ਗਾ, ਕੋਈ ਕਾਰਜ ਨੇਪਰੇ ਨਹੀਂ ਚੜਿਆ, ਤੇ ਫਿਰ ਉੱਥੇ ਕੀ ਭਾਸ਼ਣਬਾਜ਼ੀ ਹੁੰਦੀ ਹੈ, ਪਤਾ ਲੱਗ ਜਾਂਦਾ ਲੋਕਾਂ ਨੂੰ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਹ ਵੀਡੀਓ ਆ ਗਈ ਹੈ ਲੋਕਾਂ ਕੋਲ, ਔਰ ਉਹਦੇ ਵਿੱਚ ਕਈ ਫੰਬਲ ਹੋਏ ਇਹਨਾਂ ਕੋਲ, ਕਈ ਤਰ੍ਹਾਂ ਦੇ ਬੋਲੇ ਆ, ਫਿਰ ਪਾਣੀ ਵੀ ਪੀਤਾ ਇਹਨਾਂ ਨੇ, ਉਹ ਦੱਸਿਆ ਗਿਆ। ਜਿਹਦੇ ਵਿੱਚ ਇੰਗਲਿਸ਼ ਬੋਲ ਰਹੇ, ਇੰਗਲਿਸ਼ ਦੇ ਵਿੱਚ ਕਈ ਪ੍ਰੋਨੰਸੀਏਸ਼ਨ ਜਿਹੜਾ ਹੈਗਾ, ਜੋ ਉਚਾਰਨ ਹੈਗਾ, ਜੋ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਕਹਿਣਾ ਉਹ ਨਹੀਂ ਕਿਹਾ ਗਿਆ, ਉਹ ਐਡਿਟ ਕਰਕੇ ਲੋਕਾਂ ਨੇ ਬੜੇ ਤਰੀਕੇ ਨਾਲ ਭੇਜੇ ਹੈਗੇ। ਉਹਦੇ ਵਿੱਚ ਇਹ ਹੈਗਾ ਕਿ ਅਜੇ ਸਾਰੇ ਪਾਸੇ ਜਿਹੜਾ ਇਹਨਾਂ ਕੋਲ ਰਿਟਨ ਹੁੰਦਾ, ਉਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ, ਕੈਮਰੇ 'ਤੇ ਪੜ੍ਹ ਸਕਦੇ ਆ। ਹਾਂ, ਉਹ ਹੁਣ ਸਾਰਾ ਕੁਝ ਪੜ੍ਹਨ ਦੇ ਵੀ ਕਈ ਥਾਂ ਝਿਜਕੇ ਆ, ਪਰ ਉਹ ਤਾਂ ਹੁੰਦਾ ਸਾਰੇ ਲੋਕ ਵੀ, ਇੱਕ ਨਹੀਂ, ਹਰ ਇੱਕ ਬੰਦਾ ਝਿਜਕ ਸਕਦਾ, ਉਹਦੇ ਵਿੱਚ ਫੰਬਲਿੰਗ ਹੋ ਸਕਦੀ ਆ, ਉਹਦੇ ਵਿੱਚ ਉਟਕ ਸਕਦਾ। ਪਰ ਇਹਦੇ ਵਿੱਚ ਕਈ ਚੀਜ਼ਾਂ ਸੋਸ਼ਲ ਮੀਡੀਆ 'ਤੇ ਐਵੇਂ ਵੀ ਪਾ ਦਿੰਦੇ ਆ। ਹਰਮਨ ਇੰਨਾ ਵਧੀਆ ਕੋਈ ਬੁਲਾਰਾ ਨਹੀਂ ਹੈਗਾ। ਡਾਕਟਰ ਮਨਮੋਹਨ ਸਿੰਘ ਜਿਹੜੇ ਹੈਗਾ, ਉਹ ਕਈ ਵਾਰੀ ਪੱਤਰਕਾਰਾਂ ਤੋਂ ਵੱਜਦੇ ਹੁੰਦੇ ਸੀ, ਉਹਲੇ ਹੋ ਜਾਂਦੇ ਸੀਗੇ। ਉਹ ਇੰਨਾ ਨਹੀਂ ਸੀ ਬੋਲਦੇ, ਕੰਮ ਕਰਦੇ ਸੀ, ਪਰ ਇਹ ਬਹੁਤ ਬੋਲਦੇ ਆ, ਬਹੁਤ ਵਧੀਆ ਬੋਲਦੇ ਆ, ਗੁੱਡ ਓਰੇਟਰ ਆ, ਬੜੇ ਅੱਛੇ ਬੁਲਾਰੇ ਆ। ਇਹਨਾਂ ਦੇ ਵਿੱਚ ਇਹ ਕੋਈ ਡਾਊਟ ਵਾਲੀ ਗੱਲ ਨਹੀਂ। ਤੇ ਕੱਪੜੇ ਵੀ ਸੋਹਣੇ ਪਾਉਂਦੇ ਆ, ਵਧੀਆ। ਐਨਕਾਂ ਵੀ ਇਹਨਾਂ ਦੇ ਬਹੁਤ ਮਹਿੰਗੀਆਂ, ਪੈਨ ਵੀ ਬਹੁਤ ਮਹਿੰਗਾ, ਭਾਵੇਂ ਲਿਖਣਾ ਇੰਨਾ ਨਹੀਂ ਆਉਂਦਾ। ਚਲ ਆਪਾਂ ਅੱਗੇ ਵਧਦੇ ਹਾਂ ਜੀ। ਅਗਲੀ ਗੱਲ ਇਹ ਕਿ ਕੱਟੜਪੰਥੀ ਤੇ ਖਾਲਿਸਤਾਨੀ ਵਿਚਾਰਧਾਰਾ ਦੀ ਹਿਮਾਇਤ ਨਾ ਕਰਨ। ਕੁਝ ਦੇਸ਼ਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਕਿਤੇ ਨਾ ਕਿਤੇ ਇਹ ਲੋਕ ਬੈਠੇ ਨੇ ਜੋ ਇਸ ਵਿਚਾਰਧਾਰਾ ਨੂੰ ਸਪੋਰਟ ਕਰਦੇ ਨੇ। ਹੁਣ ਇਸ ਦੀ ਤੈਅ ਕੀ ਹੈ, ਇਸ ਦੀ ਗਹਿਰਾਈ ਕੀ ਹੈ, ਕਿਉਂ ਸਪੋਰਟ ਕਰਦੇ ਨੇ, ਇਹ ਵਿਚਾਰਧਾਰਾ ਹੈ ਕਿ ਇੱਕ ਅਲੱਗ ਬਹਿਸ ਦਾ ਵਿਸ਼ਾ ਹੈ। ਪਰ ਫਿਲਹਾਲ ਜੋ ਉੱਪਰਲੀ ਗੱਲ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਇਸ ਵਿਚਾਰਧਾਰਾ ਨੂੰ ਸਪੋਰਟ ਨਾ ਕੀਤੀ ਜਾਏ। ਸਹੀ ਗੱਲ ਤੁਹਾਡੀ, ਤੁਸੀਂ ਬੜੇ ਤਰੀਕੇ ਨਾਲ ਗੱਲ ਕੀਤੀ ਆ, ਔਰ ਇਹ ਮੁੱਦਾ ਬੜਾ ਵੱਡਾ ਮੁੱਦਾ ਬਣ ਗਿਆ। ਇਹ ਮੁੱਦਾ ਸਿਰਫ ਪੰਜਾਬ ਦਾ ਨਹੀਂ ਰਿਹਾ, ਇਹ ਵਿਸ਼ਵ ਦਾ, ਵਰਲਡ ਦਾ ਮੁੱਦਾ ਬਣ ਗਿਆ। ਕਿਉਂਕਿ ਹੁਣੇ ਕੈਨੇਡਾ ਵਿੱਚ ਵੀ ਜਦੋਂ ਉੱਥੇ ਇੱਕ ਜਗ੍ਹਾ 'ਤੇ ਪੋਸਟਰ ਵੰਡੇ ਆ, ਉਹਦੇ ਵਿੱਚ ਕੋਈ ਜਗ੍ਹਾ 'ਤੇ ਰੌਲਾ ਪਿਆ ਹੈਗਾ, ਉਹਦੇ ਵਿੱਚ ਉਹ ਜਿਹੜੇ ਪੋਸਟਰ ਵੰਡ ਕੇ ਤੇ ਨਾਅਰੇ ਹੋਏ ਲੱਗੇ ਆ ਖਾਲਿਸਤਾਨ ਦੇ, ਉਹਦੀ ਹਮਾਇਤ ਕੈਨੇਡਾ ਸਰਕਾਰ ਨੇ ਕੀਤੀ ਆ। ਉਹਦਾ ਸੰਕੇਤ ਸਾਡੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਇਸ ਗੱਲ ਤੋਂ ਬਾਜ਼ ਆਉਣਾ ਚਾਹੀਦਾ। ਉਹਨਾਂ ਨੇ ਆਪਣੇ ਹਮ ਰੁਤਬਾ ਜਿਹੜੇ ਵਿਦੇਸ਼ ਮੰਤਰੀ ਨੇ ਕੈਨੇਡਾ ਦੇ, ਉਹਦੇ ਨਾਲ ਵੀ ਗੱਲ ਕੀਤੀ ਹੈ, ਪਰ ਉਹਨਾਂ ਨੇ ਵੀ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੱਤਾ। ਔਰ ਇਹਨਾਂ ਨੇ ਕਿਹਾ ਕਿ ਨਾ ਕੇਵਲ ਕੈਨੇਡਾ, ਇਹਦੇ ਵਿੱਚ ਆਸਟ੍ਰੇਲੀਆ ਵੀ ਹੈ, ਇਹਦੇ ਵਿੱਚ ਅਮਰੀਕਾ ਵੀ ਹੈ, ਔਰ ਇਹਦੇ ਵਿੱਚ ਬ੍ਰਿਟੇਨ ਵੀ ਹੈ, ਬਰਤਾਨੀਆ ਵੀ ਉਹਨਾਂ ਨੇ ਕਿਹਾ ਹੈ। 4-5 ਦੇਸ਼ ਜਿਹੜੇ ਹੈਗੇ ਆ ਹਿੰਦੁਸਤਾਨ ਦੀ ਹਕੂਮਤ ਨੂੰ ਤੇ ਹਿੰਦੁਸਤਾਨ ਦੇ ਜਿਹੜੀ ਐਡਮਿਨਿਸਟ੍ਰੇਸ਼ਨਾਂ ਨੂੰ ਸਾਬੋਟਾਜ ਕਰਨ ਦੇ ਵਿੱਚ ਲੱਗੇ ਆ। ਇਹੋ ਜਿਹੀਆਂ ਜਿਹੜੀਆਂ ਏਜੰਸੀਆਂ ਨੇ, ਜਥੇਬੰਦੀਆਂ ਨੇ, ਉਹਨਾਂ ਨੂੰ ਉਕਸਾ ਰਹੇ ਆ, ਉਹਨਾਂ ਨੂੰ ਇਹ ਸਹੂਲਤਾਂ ਦੇ ਰਹੇ ਆ। ਔਰ ਉਹਨਾਂ ਨੇ ਇਹਨਾਂ ਨੂੰ ਹੁਣੇ ਜਿਹੜਾ ਉਹ ਕਹਿ ਕੇ ਸੰਕੇਤ ਦੇ ਦਿੱਤਾ ਕਿ ਤੁਸੀਂ ਥੋੜ੍ਹਾ ਜਿਹਾ ਇਸ ਗੱਲ ਤੋਂ ਦੂਰ ਰਹੋ, ਅੱਤਵਾਦ ਨੂੰ ਪ੍ਰਫੁੱਲਤ ਨਾ ਕਰੋ, ਤਾਂ ਕਿ ਹਿੰਦੁਸਤਾਨ ਵਿੱਚ ਆ ਕੇ ਇਹਨਾਂ ਦੀਆਂ ਏਜੰਸੀਆਂ ਇੰਡੀਆ ਵਿੱਚ ਆ ਜਾਂ ਪੰਜਾਬ ਵਿੱਚ ਆ ਕੇ ਤੋੜ ਭੰਨ ਦੁਬਾਰਾ ਨਾ ਕਰਨ। ਇਹ ਉਹਨਾਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ, ਪਹਿਲਾਂ ਵੀ ਹੋ ਚੁੱਕਿਆ। ਔਰ ਸਾਰੀਆਂ ਏਜੰਸੀਆਂ ਜਿਹੜੀਆਂ ਸੀਗੀਆਂ ਬਾਹਰੋਂ ਫੀਡ ਕਰਦੀਆਂ ਸੀ, ਬਾਹਰੋਂ ਪੈਸਾ ਭੇਜਦੀਆਂ ਸੀਗੀਆਂ। ਉਹ 'ਚ ਮਨੀ ਹੈਂਡਲਿੰਗ 'ਚ ਵੀ ਕਈ ਪੈਸਾ ਫੜਿਆ ਇਹਨਾਂ ਨੇ, ਕਈ ਕੁਝ ਕੀਤਾ। ਔਰ ਕੈਨੇਡਾ, ਅਮਰੀਕਾ 'ਚ ਉਹ ਏਜੰਸੀਆਂ ਬੈਠੀਆਂ ਨੇ, ਔਰ ਉਹਨਾਂ ਦੇ ਕੁਝ ਲੋਕ ਤੇ ਆਗੂ ਵੈਸੇ ਮਾਰ ਵੀ ਦਿੱਤੇ ਗਏ ਆ 1984 'ਚ ਵੀ। ਔਰ ਉਹਦੇ ਵਿੱਚ ਉਸ ਤੋਂ ਬਾਅਦ ਇਹ ਫਿਰ ਵੀ ਅਜੇ ਉਸੇ ਤਰ੍ਹਾਂ ਹੀ ਸਰਜੀਤ ਨੇ, ਉਸੇ ਤਰ੍ਹਾਂ ਦੀਆਂ ਏਜੰਸੀਆਂ ਨੇ, ਉਹਨਾਂ ਦੇ ਪੈਰੋਕਾਰ ਉੱਥੇ ਆਪਣਾ ਕੰਮ ਕਰ ਰਹੇ ਆ। ਔਰ ਬਹੁਤ ਜਗ੍ਹਾ ਹੰਗਾਮੇ ਹੋ ਰਿਹਾ। ਸਫਾਰਤਖਾਨੇ ਦੀ ਆਪਾਂ ਗੱਲ ਕੀਤੀ ਹੈ, ਉੱਥੇ ਵੀ ਹੋਇਆ, ਜਿੱਥੇ ਅੰਬੈਸੀ ਆ ਉੱਥੇ ਵੀ ਰੌਲਾ ਪੈਂਦਾ। ਔਰ ਉਹਦੇ ਵਿੱਚ ਖਾਲਿਸਤਾਨ ਦੇ ਨਾਅਰੇ ਵੀ ਲਾਏ ਜਾਂਦੇ ਆ।
ਔਰ ਗੁਰਪਤਵੰਤ ਪੰਨੂ ਜਿਹੜੇ ਬੈਠੇ ਨੇ ਇੰਗਲੈਂਡ ਦੇ ਵਿੱਚ, ਉਹਨਾਂ ਦਾ ਜ਼ਿਕਰ ਹਮੇਸ਼ਾ ਹੁੰਦਾ ਰਹਿੰਦਾ। ਉਹ ਬਰਤਾਨੀਆ ਵਿੱਚ ਜਿੰਨੇ ਪੰਜਾਬੀ ਨੇ ਉਹਨਾਂ ਨੂੰ ਉਕਸਾ ਰਹੇ ਆ। ਕੋਈ ਦੇਸ਼ ਮੇਰਾ ਖਿਆਲ ਨਹੀਂ ਬਚਿਆ ਜਿੱਥੇ ਇਸ ਤਰ੍ਹਾਂ ਦੀ ਗੱਲ ਨਾ ਹੁੰਦੀ। ਵਿਚਾਰਧਾਰਾ ਫਿਰ ਯੂਨਾਈਟ ਹੋ ਕੇ ਫਿਰ ਇਹਦਾ ਪ੍ਰਭਾਵ ਕਿੱਥੇ ਪੈਂਦਾ? ਉਲਟਾ ਪ੍ਰਭਾਵ ਹਿੰਦੁਸਤਾਨ 'ਤੇ। ਇੱਥੇ ਫਿਰ ਲੋਕ ਜਿਹੜੇ ਆ ਨੁਕਸਾਨ ਉਠਾਉਂਦੇ ਆ, ਲੋਕਾਂ ਨੂੰ ਮਾਰਿਆ ਜਾਂਦਾ, ਤਸ਼ੱਦਦ ਕੀਤਾ ਜਾਂਦਾ, ਧਾਰਮਿਕ ਸਥਾਨਾਂ ਦੇ ਵਿੱਚ ਵੜ ਕੇ ਰੌਲਾ ਪਾਉਂਦੇ ਆ, ਵੈਪਨ ਆ ਜਾਂਦੇ ਆ। ਪਾਕਿਸਤਾਨ ਤੋਂ ਵੈਪਨ ਆਉਂਦੇ, ਜਿਸ ਤਰ੍ਹਾਂ ਤੁਸੀਂ ਅੱਗੇ ਜ਼ਿਕਰ ਕੀਤਾ ਸੀ, ਪਾਕਿਸਤਾਨ ਤੋਂ ਵਾਇਆ ਅਮਰੀਕਾ ਹੀ ਆਉਂਦੇ ਆ। ਹੁਣ ਇਹਨਾਂ ਦਾ ਰਾਜਨੀਤੀ ਦਾ ਨਹੀਂ ਪਤਾ ਲੱਗਦਾ ਕੀ ਕੁਛ ਹੋ ਰਿਹਾ। ਵਿਹਲੜ ਮੁੰਡੇ ਇਹਦੇ ਪਿੱਛੇ ਲੱਗ ਜਾਂਦੇ। ਜਿੰਨੇ ਮੁੰਡੇ ਫੜੇ ਪੰਜਾਬ ਦੀ ਪੁਲਿਸ ਨੇ, ਉਹਨਾਂ ਨੇ ਦੱਸਿਆ ਵੀ ਜੇ ਖਾਲਿਸਤਾਨ ਦੇ ਨਾਅਰੇ ਅਸੀਂ ਲਿਖਦੇ ਹਾਂ ਸਾਨੂੰ ਪੈਸੇ ਮਿਲਦੇ ਆ, ਅਸੀਂ ਕੰਧਾਂ 'ਤੇ ਲਿਖਦੇ ਹਾਂ, ਅਸੀਂ ਜਗ੍ਹਾ 'ਤੇ ਲਿਖਦੇ ਹਾਂ, ਧਾਰਮਿਕ ਸਥਾਨਾਂ 'ਤੇ ਲਿਖਦੇ ਹਾਂ, ਸਾਨੂੰ ਤਾਂ ਪੈਸਾ ਮਿਲਦਾ। ਪਰ ਵਿਹਲੜ ਨਾ ਰਹਿਣ ਦੇਣ, ਉਹਨਾਂ ਨੂੰ ਰੁਜ਼ਗਾਰ ਦੇਣ, ਉਹਨਾਂ ਨੂੰ ਨੌਕਰੀ ਦੇਣ, ਉਹਨਾਂ ਨੂੰ ਪੈਸਾ ਦੇਣ, ਪੜ੍ਹਾਉਣ, ਉਹਨਾਂ ਨੂੰ ਮਾਰਗਦਰਸ਼ਨ ਕਰਨ, ਉਹਨਾਂ ਨੂੰ ਗਾਈਡ ਕਰਨ। ਬਿਲਕੁਲ ਗਾਈਡੈਂਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਤਾਂ ਹੀ ਇੱਕ ਨੌਜਵਾਨ ਪੀੜ੍ਹੀ ਨੂੰ ਚੈਨਲਾਈਜ਼ ਕੀਤਾ ਜਾ ਸਕਦਾ ਹੈ। ਹੁਣ ਇੱਥੇ ਵੀ ਗਾਈਡੈਂਸ ਹੁੰਦੀ ਪਈ ਹੈ ਕਿ ਗਾਈਡੈਂਸ 17 ਤੇ 18 ਜੁਲਾਈ ਨੂੰ ਮਿਲਣੀ ਹੈ ਬੈਂਗਲੁਰੂ ਦੇ ਵਿੱਚ, ਕਿਉਂਕਿ ਪਹਿਲਾਂ ਸ਼੍ਰੀ ਪਟਨਾ ਸਾਹਿਬ ਦੇ ਵਿੱਚ ਵੀ ਇਹ ਗਾਈਡੈਂਸ ਹੋਈ ਹੈ। ਪਰ ਕਿਹਨਾਂ ਦੀ? ਇਹ ਵਿਰੋਧੀ ਧਿਰ ਜਿਹੜੇ ਇਕੱਠੇ ਹੋ ਰਹੇ ਨੇ ਸਨ 2024 ਦੀਆਂ ਇਲੈਕਸ਼ਨਸ ਵਾਸਤੇ। ਨਿਤਿਸ਼ ਕੁਮਾਰ ਜੀ ਉਹ ਅੱਗੇ ਨੇ ਔਰ ਉਹਨਾਂ ਨੇ ਸਭ ਨੂੰ ਇਕੱਠਾ ਕੀਤਾ ਹੈ। ਲਾਲੂ ਪ੍ਰਸਾਦ ਯਾਦਵ ਵੀ ਉੱਥੇ ਨੇ, ਮਮਤਾ ਬੈਨਰਜੀ ਵੀ ਉੱਥੇ ਨੇ, ਕੇਜਰੀਵਾਲ ਵੀ ਉੱਥੇ ਪਹੁੰਚੇ ਨੇ ਔਰ ਉਹਨਾਂ ਨੇ ਕਿਹਾ ਕਿ ਇੱਕ ਫਰੰਟ ਤਿਆਰ ਕਰੀਏ ਓਪੋਜੀਸ਼ਨ ਦਾ, ਜੋ 2024 ਵਿੱਚ ਬੀਜੇਪੀ ਨੂੰ ਕੜੀ ਚੁਣੌਤੀ ਦੇਵੇਗਾ ਔਰ ਇਹਨਾਂ ਨੂੰ ਸੱਤਾ 'ਚੋਂ ਹਟਾਇਆ ਜਾਵੇ। ਹੁਣ ਅਗਲੀ ਮੀਟਿੰਗ 17 ਤੇ 18 ਜੁਲਾਈ ਨੂੰ ਅਗਲੇ ਹਫਤੇ ਹੋਣ ਜਾ ਰਹੀ ਹੈ। ਤੁਸੀਂ ਪ੍ਰਮੁੱਖ ਨੇਤਾ ਤੇ ਜਿਹੜੇ ਵਿਰੋਧੀ ਧਿਰਾਂ ਦੇ ਗਿਣ ਦਿੱਤੇ ਆ, ਮੈਂ ਉਹਨਾਂ ਦਾ ਨਾਂ ਤਾਂ ਕੀ ਲੈਣਾ ਹੈਗਾ, ਪਰ ਉਹ ਸਾਰਿਆਂ ਦਾ ਹੁਣ ਇਸ ਵੇਲੇ ਦੁਬਾਰਾ ਜਿਹੜੀ ਮੀਟਿੰਗ ਕਰਨ ਦਾ ਜਿਹੜਾ ਐਲਾਨਨਾਮਾ ਜੀ ਉਹ ਉਹਨਾਂ ਨੇ ਕਰਤਾ। ਜਿਸ ਤਰ੍ਹਾਂ ਤੁਸੀਂ ਦੱਸਿਆ 17 ਤੇ 18 ਨੂੰ ਬੰਗਲੁਰੂ ਵਿੱਚ ਹੈ, ਪਹਿਲਾਂ 11-12 ਨੂੰ ਸੀਗਾ, ਪਰ ਇਹਨਾਂ ਨੇ ਤਰੀਕ ਬਦਲ ਦਿੱਤੀ ਆ। ਉਹਦੇ ਵਿੱਚ ਨਿਤਿਸ਼ ਕੁਮਾਰ ਜੀ ਜਿਹੜੇ ਮੁੱਖ ਮੰਤਰੀ ਬਿਹਾਰ ਨੇ, ਉਹ ਸਭ ਤੋਂ ਅੱਗੇ ਆ, ਮੋਹਰਲੀ ਕਤਾਰ ਦੇ ਵਿੱਚ ਉਹ ਨੇ। ਔਰ ਰਾਹੁਲ ਗਾਂਧੀ ਜੀ ਵੀ ਜਾਣਗੇ, ਮਮਤਾ ਬੈਨਰਜੀ ਤੇ ਜਾ ਹੀ ਰਹੇ ਨੇ। ਔਰ ਉਹਦੇ ਵਿੱਚ ਇਹਨਾਂ ਨੇ ਫਿਰ ਐਤਕੀ ਦੁਬਾਰਾ ਉਸ ਜਿਹੜੀ ਸਿੱਟੇ 'ਤੇ ਪਹੁੰਚਣਾ ਵਾ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿਹੜੀ 2024 ਦੇ ਵਿੱਚ ਆ ਕੇ ਸਾਡੇ ਸਿਰ ਦੇ ਉੱਤੇ ਆ ਗਈ ਆ। ਔਰ ਉਹ ਆਗਾਮੀ ਮੀਟਿੰਗ ਦੇ ਵਿੱਚ ਇਹਨਾਂ ਨੇ ਇਹ ਡਿਸਾਈਡ ਕਰਨਾ ਕਿ ਉਹਦੇ ਵਿੱਚ ਸੂਬਾ ਪ੍ਰਤੀ ਉਹਦੇ ਵਿੱਚ ਜਿਹੜੀ ਆਪੋਜੀਸ਼ਨ ਪਾਰਟੀ ਉੱਥੇ ਹੈਗੀ ਆ ਉਹਦਾ ਕੀ ਰੋਲ ਰਹੂਗਾ। ਉਹਦੇ ਵਿੱਚ ਨੇਤਾ ਔਰ ਇਹਨਾਂ ਤਿੰਨਾਂ ਪਾਰਟ ਦੇ ਵਿੱਚ ਵੰਡ ਦਿੱਤਾ ਇੰਡੀਆ ਨੂੰ, ਜਿਹਦੇ ਵਿੱਚ ਇਹਨਾਂ ਦੇ ਪ੍ਰਚਾਰ ਹੋਣਗੇ, ਜਿਹਦੇ ਵਿੱਚ ਇਹਨਾਂ ਦੇ ਜਿਹੜੇ ਵਰਕਰ ਨੇ ਉਹ ਕੰਮ ਕਰਨਗੇ, ਜਿਹਦੇ ਵਿੱਚ ਕਮੇਟੀਆਂ ਕੰਮ ਕਰਨਗੀਆਂ, ਜਿਹਦੇ ਵਿੱਚ ਸਿਰਫ ਤੇ ਸਿਰਫ ਇੱਕ ਦੂਜੇ ਨੂੰ ਭੰਡਣਗੇ। ਜਿੱਦਾਂ ਇਹ ਸਰਕਾਰ ਜਿਹੜੀ ਮੌਜੂਦਾ ਸਰਕਾਰ ਉਹਨਾਂ ਦੇ ਦਿਵਾਲੇ ਹੋ ਗਈ ਆ, ਇਹ ਉਹਨਾਂ ਦੇ ਦਿਵਾਲੇ ਹੋਣਗੇ। ਮਤਲਬ ਪੰਜਾਬੀ 'ਚ ਇੱਕ ਦੂਜੇ ਦੇ ਚਿੱਕੜ ਸੁੱਟਣਗੇ ਔਰ ਲੋਕਾਂ ਨੂੰ ਗੁੰਮਰਾਹ ਕਰਨਗੇ। ਪਰ ਉਹ ਲੋਕ ਵੋਟਰ ਉਹ ਨਹੀਂ ਰਹਿ ਗਏ, ਪਿਛਲੇ 2 ਦਹਾਕਿਆਂ ਤੋਂ ਬਹੁਤ ਬਦਲ ਚੁੱਕੇ ਆ। ਹੁਣ ਐਤਕੀ ਜੋ ਨਿਆਂ ਹੋਣਾ, ਜੋ ਜਸਟਿਸ ਮਿਲਣਾ, ਜੋ ਲੋਕਾਂ ਦੇ ਵੱਲੋਂ ਵੋਟਾਂ ਪਾ ਕੇ ਸਰਕਾਰ ਬਣਾਉਣੀ ਆ, ਉਹ ਬੜੀ ਵੱਡੇ ਨੁਕਤੇ 'ਤੇ ਹੋਊਗੀ। ਪਰ ਇਸ ਵੱਲੋਂ ਜਿਹੜੀ ਆਪੋਜੀਸ਼ਨ ਹੈ, ਅੱਛੀ ਗੱਲ ਹੈ, ਇਹਨਾਂ ਨੂੰ ਮਿਲਣਾ ਚਾਹੀਦਾ ਹੈਗਾ, ਕਿਉਂਕਿ ਇਹ ਤਾਂ ਖਿੰਡਰੇ ਪੁੰਡੇ ਸੀਗੇ, ਇਹ ਵਣ ਦੀ ਲੱਕੜੀ ਦੂਰ ਦੂਰ ਤੱਕ ਬੈਠੀ ਸੀ, ਹੁਣ ਇਹ ਜੁੜ ਗਏ ਨੇ। ਹੁਣ ਇਹ ਇੱਕ ਪੌਦੇ ਦੀ ਤਰ੍ਹਾਂ ਬਣਨਗੇ, ਇੱਕ ਪੌਦੇ ਦੀ ਤਰ੍ਹਾਂ ਫਲ ਦੇਣਗੇ ਲੋਕਾਂ ਨੂੰ, ਇੱਕ ਪੌਦੇ ਦੀ ਤਰ੍ਹਾਂ ਖੁਸ਼ਬੂ ਵੰਡਣਗੇ ਇਕੱਠੇ ਹੋ ਕੇ। ਹੁਣ ਇਸ ਵੇਲੇ ਬੰਗਲੌਰ ਦੇ ਵਿੱਚ ਇਕੱਠੇ ਹੋ ਰਹੇ ਆ, ਪਟਨਾ ਸਾਹਿਬ ਦੇ ਵਿੱਚ ਬੈਠ ਕੇ ਇਹਨਾਂ ਨੇ ਜੋ ਗੱਲਾਂ ਕੀਤੀਆਂ ਉਹ ਉਹਨਾਂ ਦਾ ਸਿੱਟਾ ਬਹੁਤ ਦੂਰ ਤੱਕ ਗਿਆ, ਦੂਰ ਤੱਕ ਲੋਕਾਂ ਦੀ ਸੋਚ ਗਈ। ਹੁਣ ਐਤਕੀ ਵੈਸੇ ਇਹਨਾਂ ਨੇ ਇਹ ਕਹਿਤਾ ਕਿ ਜਿਹੜੇ ਸੂਬਿਆਂ 'ਚ ਵੀ ਹੋ ਰਹੀਆਂ ਇਲੈਕਸ਼ਨ, ਉੱਤਰਾਖੰਡ 'ਚ ਵੀ ਹੋ ਰਹੀ ਆ, ਉਹਦੇ ਵਿੱਚ ਰਾਜਸਥਾਨ 'ਚ ਵੀ ਆ, ਔਰ ਉਹਦੇ ਵਿੱਚ ਬਾਕੀ ਸੂਬੇ ਜਿਹੜੇ ਨਾਲ ਲੱਗਦੇ ਆ, ਉਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਉਹਦੇ ਵਿੱਚ ਵੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਚਾਹੀਦਾ ਹੈਗਾ ਕਿ ਉਹ ਐਤਕੀ ਥੋੜ੍ਹਾ ਜਿਹਾ ਟ੍ਰੇਲਰ ਦਿਖਾ ਦੇਣ। ਫੀਚਰ ਫਿਲਮ ਤਾਂ ਦੇ ਬਾਅਦ 'ਚ ਆਉਣੀ ਆ, ਟ੍ਰੇਲਰ ਦਿਖਾ ਦੇਣ ਕਿ ਆਹ ਜੇ ਸਾਡਾ ਟ੍ਰੇਲਰ, ਅਸੀਂ ਜਿੱਤ ਪ੍ਰਾਪਤ ਕਰ ਲਈ ਹੈ। ਪਹਿਲਾਂ 16 ਰਾਜਾਂ 'ਚ ਅਸੀਂ ਬੈਠੇ ਹਾਂ, ਆਹ ਜਿਹੜੇ 4-5 ਰਾਜ ਇਹਨਾਂ 'ਚ ਵੀ ਸਾਡੀ ਜਿੱਤ ਪ੍ਰਾਪਤ ਹੋ ਗਈ ਅਤੇ ਅਸੀਂ ਸਾਰੇ ਹਿੰਦੁਸਤਾਨ ਦੇ ਰਾਜ ਕਰਾਂਗੇ। ਅਸੀਂ ਸਾਡੇ ਨੇਤਾ ਵਿੱਚੋਂ ਇੱਕ ਨੇਤਾ ਜਿਹੜਾ ਪ੍ਰਧਾਨ ਮੰਤਰੀ ਬਣੂਗਾ। ਇਹਦੇ ਵਿੱਚ ਇਹ ਨਾ ਹੋਏ ਕਿ ਇਹਨਾਂ ਦੀ ਧੂਆ ਘੜੀ ਸੀ ਫਿਰ ਇਹ ਪ੍ਰਧਾਨ ਮੰਤਰੀ ਬਣਤੇ ਹੋ ਜੇ। ਪਰ ਇਸ ਵੇਲੇ ਜਿਹੜੀ ਤਜਵੀਜ਼ ਬਣੀ ਜਾ ਰਹੀ ਆ, ਨਿਤਿਸ਼ ਕੁਮਾਰ ਦੇ ਉੱਤੇ ਗੁਣਾ ਪੈ ਰਿਹਾ ਅਤੇ ਰਾਹੁਲ ਗਾਂਧੀ 'ਤੇ। ਇਹਨਾਂ ਦੋਵਾਂ 'ਚ ਦੇਖੋ ਕੌਣ ਬਣਦਾ। ਜਿਹੜਾ ਰਾਹੁਲ ਗਾਂਧੀ ਉਹ ਤਾਂ ਆਪਣੇ ਆਪ ਪਿੱਛੇ ਹਟ ਜਾਂਦਾ ਹੁੰਦਾ, ਉਹਨੇ ਸਤਿਕਾਰਯੋਗ ਜਿਹੜੇ ਆਪਣੇ ਨਿਤਿਸ਼ ਕੁਮਾਰ ਜੀ ਨੇ ਸ਼ਾਇਦ ਉਹਨਾਂ ਨੂੰ ਮੌਕਾ ਦੇ ਦੇਣ। ਪਹਿਲਾਂ 2 ਟਰਮਸ 'ਤੇ ਡਾਕਟਰ ਮਨਮੋਹਨ ਸਿੰਘ ਜੀ ਬਣੇ ਰਹੇ ਆ ਅਤੇ ਉਹ ਦੇਖਦੇ ਰਹੇ ਆਲੇ ਦੁਆਲੇ। ਉਦੋਂ ਕਹਿੰਦੇ ਇਹ ਨਿਆਣਾ ਸੀਗਾ, ਉਹਨੂੰ ਪੱਪੂ ਕਹਿੰਦੇ ਸੀ, ਹੁਣ ਉਹ ਵੱਡਾ ਹੋ ਗਿਆ। ਹੁਣ ਦੇਖੋ ਕੀ ਜਿਹੜਾ ਸਿੱਟਾ ਨਿਕਲਦਾ। ਜੀ ਸਿੱਟਾ ਨਿਕਲੇਗਾ ਔਰ ਸਿੱਟਾ ਅਸੀਂ ਹਮੇਸ਼ਾ ਇੰਤਜ਼ਾਰ ਕਰਦੇ। ਮੈਨੂੰ ਉਹ ਗੱਲ ਵੀ ਯਾਦ ਆ ਗਈ, ਬਾਜਰੇ ਦਾ ਸਿੱਟਾ। ਨਹੀਂ ਮੈਂ ਤਲੀ ਤੇ ਮਰੋੜੇ ਰੁੱਠੜਾ ਜਾਂਦਾ ਮਾਹੀਆ, ਗਲੀ ਵਿੱਚੋਂ ਮੋੜਿਆ। ਆ ਤਲੀ ਤੇ ਵੀ ਮਰੋੜਨ ਵਾਲੀ ਗੱਲ ਹੋ ਗਈ। ਮਾਹੀਆ ਵੀ ਰੁੱਠੜਾ ਜਾਂਦਾ ਸੀ, ਉਹਨੂੰ ਵੀ ਮੋੜ ਕੇ ਲੈ ਕੇ ਆਏ ਨੇ ਜਾਖੜ ਸਾਹਿਬ ਨੂੰ। ਜੀ ਸੁਨੀਲ ਜਾਖੜ ਜੀ ਨੇ ਬਣਾ ਦਿੱਤਾ ਪੰਜਾਬ ਦਾ ਰੁੱਠੜਾ ਮਾਹੀਆ, ਬਣਾ ਲਿਆ ਪੰਜਾਬ ਦਾ ਸੂਬਾ ਪ੍ਰਧਾਨ ਬਣਾਤਾ। ਹੁਣ ਰਾਜਾ ਵੜਿੰਗ ਜੀ
ਬੈਕ ਸੀਟ ਤੇ ਹੋ ਗਏ ਨੇ, ਹਾਂ। ਹੁਣ ਫਰੰਟ ਸੀਟ ਤੇ ਜਾਖੜ ਸਾਹਿਬ ਆ ਗਏ ਨੇ, ਕਿਉਂਕਿ ਤੁਸੀਂ ਦੇਖੋ ਨਾ ਐਡੀ ਵੱਡੀ ਵੱਡੀ ਕਾਰਵਾਈ ਨੈਸ਼ਨਲ ਔਰ ਪਾਰਟੀ ਦੇ ਛੱਡ ਕੇ ਤੁਸੀਂ ਪਹੁੰਚੇ ਹੋ ਨੈਸ਼ਨਲ ਪਾਰਟੀ ਦੇ ਨੇਤਾ ਬਣਨਾ ਬਹੁਤ ਵੱਡੀ ਗੱਲ, ਔਰ ਇਹ ਪੰਜਾਬ ਦੇ। ਪੰਜਾਬ ਦੇ। ਔਰ ਇਹਦੇ ਵਿੱਚ 3-4 ਦਿਨਾਂ ਤੋਂ ਇਹ ਰੌਲਾ ਪੈ ਰਿਹਾ ਸੀਗਾ ਕਿ ਆਉਣ ਵਾਲੇ ਜਿਹੜੇ ਪ੍ਰਧਾਨ ਨੇ ਬੀਜੇਪੀ ਦੇ ਕੌਣ ਹੋਣਗੇ, ਪਰ ਜਦੋਂ ਅਸ਼ਵਨੀ ਕੁਮਾਰ ਜੀ ਦਾ ਅਸਬਾਬ ਮਾਲ ਸਾਰਾ ਇਕੱਠਾ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਆਪਣੇ ਘਰ ਨੂੰ ਲੈ ਜਾਓ, ਇਹ ਕੁਰਸੀ ਕਰ ਦਿਓ ਖਾਲੀ। ਮੈਂ ਇਹਦੇ 'ਚ ਗਲਤ ਗੱਲ ਯੂਜ਼ ਕਰ ਚੁੱਕਾ ਗਲਤੀ ਨਾਲ, ਉਹ ਮੈਂ ਰਾਜਾ ਵੜਿੰਗ ਜੀ ਦਾ ਨਾਮ ਲੈ ਆਇਆ, ਮੈਂ ਕਾਂਗਰਸ ਵੱਲ ਲੈ ਆਇਆ ਇਹਨਾਂ ਨੂੰ। ਹਾਲਾਂਕਿ ਗੱਲ ਚੰਗੀ ਕੀਤੀ ਆ, ਕਿਉਂਕਿ ਉਹ ਰਾਜਾ ਵੜਿੰਗ ਨੇ ਵੀ ਇੱਥੇ ਨੁਕਤਾਚੀਨੀ ਕੀਤੀ ਆ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਬੀਜੇਪੀ ਦਾ ਜਿਹੜਾ ਸੂਬਾ ਪ੍ਰਧਾਨ ਬਣਾਤਾ ਵਾ, ਪਰ ਉਹਨਾਂ ਕੋਈ ਇੱਧਰ ਤਾਂ ਕੁਝ ਸਰਿਆ ਨਹੀਂ, ਉਹਨਾਂ ਇੱਧਰ ਤਾਂ ਕੁਝ ਕੀਤਾ ਨਹੀਂਗਾ, ਉਧਰ ਕੀ ਫੱਟੀਆਂ ਦੇੜ ਦੇਣਗੇ। ਇਹ ਰਾਜਾ ਵੜਿੰਗ ਦੀ ਜਿਹੜੀ ਹੈਗੀ ਆ, ਤੁਸੀਂ ਬਿਲਕੁਲ ਸਹੀ ਇਸ ਗੱਲ ਤੇ। ਪਰ ਵੈਸੇ ਫੱਟੀਆਂ ਉਡੇੜਨ ਵਾਲੀ ਗੱਲ ਇਹ ਹੈ, ਬੜੇ ਪੁਰਾਣੇ ਖਿਡਾਰੀ ਨੇ ਜਾਖੜ ਸਾਹਿਬ ਵੀ। ਬਿਲਕੁਲ ਰਾਮ ਜਾਖੜ ਦੇ ਬੇਟੇ ਆ, ਔਰ ਇਹ ਆਪ ਰਹੇ ਆ ਸੂਬਾ ਪ੍ਰਧਾਨ ਪਹਿਲੋਂ ਕਾਂਗਰਸ ਦੇ, ਔਰ ਉਦੋਂ ਬਾਅਦ ਇਹ ਮੁੱਖ ਮੰਤਰੀ ਦੀ ਕੁਰਸੀ ਵੱਲ ਵੀ ਇਹਨਾਂ ਦੀ ਨਿਗਾਹ ਸੀਗੀ। ਪਰ ਉਹਦੇ 'ਚ ਜੋ ਪ੍ਰੋੜਤਾ ਹੋਈ, ਜੋ ਹਾਈ ਕਮਾਂਡ ਨੇ ਕਿਹਾ, ਉਹ ਚਰਨਜੀਤ ਚੰਨੀ ਤੇ ਗੁਣਾ ਪੈ ਗਿਆ, ਉਹ ਬਣ ਗਏ, ਔਰ ਉਹਨਾਂ ਦੀ ਕਿਸਮਤ ਪੂਰੀ ਖੁੱਲ ਗਈ। ਔਰ ਇਹ ਉੱਥੋਂ ਗੁੱਸੇ ਹੋ ਕੇ ਇਹਨਾਂ ਨੇ ਛਲਾਂਗ ਮਾਰ ਕੇ ਬੀਜੇਪੀ ਵਾਲੇ ਕੁਰਸੀ ਤੇ ਆ ਕੇ ਬਹਿ ਗਏ ਆ। ਹੁਣ ਉਹਦੇ ਵਿੱਚ ਕੈਪਟਨ ਸਾਹਿਬ ਵੀ ਇੱਧਰ ਆ ਗਏ। ਕੈਪਟਨ ਸਾਹਿਬ ਗਵਰਨਰ ਬਣਨਾ ਚਾਹ ਰਹੇ ਸੀ, ਇਹ ਪ੍ਰਧਾਨ ਬਣਨਾ ਚਾਹੁੰਦੇ ਸੀ। ਇਹਨਾਂ ਦਾ ਤਾਂ ਸੁਪਨਾ ਹੋ ਗਿਆ ਪੂਰਾ, ਔਰ ਇਹਨਾਂ ਨੇ ਜੋ ਕੁਝ ਪੰਜਾਬ ਲਈ ਕਰਨ ਦੀ ਆਦਤ ਸੀਗੀ ਕਰਦੇ ਰਹੇ। ਔਰ ਇਹਨਾਂ ਦੇ ਫਾਦਰ ਰਾਮ ਜਾਖੜ ਜੀ ਵੀ ਸਪੀਕਰ ਰਹੇ ਨੇ ਲੋਕ ਸਭਾ ਦੇ, ਔਰ ਇਹ ਖਾਸ ਤੌਰ ਤੇ 3 ਵਾਰੀ ਤੋਂ ਉੱਧਰੋਂ ਅਬੋਹਰ ਤੋਂ ਜਿੱਤੇ ਆ, ਹਾਂਜੀ, ਔਰ ਇੱਧਰ ਸਾਂਸਦ ਵੀ ਜਿੱਤੇ ਆ। ਔਰ ਇਹਨਾਂ ਦਾ ਅਸਰ ਸੂਖ ਪੰਜਾਬ ਲਈ ਬਹੁਤ ਹੈਗਾ। ਇਹ ਚਾਹੁੰਦੇ ਸੀ ਕੋਈ ਚਿਹਰਾ ਇਸ ਤਰ੍ਹਾਂ ਦਾ ਮਿਲ ਜੇ ਜਿਹੜਾ ਪੁਰਾਣਾ ਚਿਹਰਾ ਹੋਵੇ ਬੀਜੇਪੀ ਨੇ, ਔਰ ਉਸ ਚਿਹਰੇ ਨੂੰ ਇਹਨਾਂ ਨੇ ਲੱਭ ਲਿਆ ਔਰ ਆ ਗਿਆ। ਔਰ ਉਹ ਵੈਸੇ ਜਾਖੜ ਸਾਹਿਬ ਸਿਆਸੀ ਤੌਰ ਤੇ ਬੜੇ ਮੰਝੇ ਨੇਤਾ ਨੇ, ਔਰ ਉਹਨਾਂ ਦੇ ਜੋ ਕੁਝ ਸੋਚ ਆ, ਉਹਨਾਂ ਦੇ ਬਹੁਤ ਵੱਡੀ ਸੋਚ ਨਾਲ, ਕਿਉਂਕਿ ਇਹਨਾਂ ਦਾ ਖਾਨਦਾਨ ਹੀ ਸਿਆਸੀ ਰਿਹਾ। ਔਰ ਉੱਧਰੋਂ ਚੌਧਰੀਆਂ ਦੀ ਵੋਟਾਂ ਅਬੋਹਰ ਦੀਆਂ, ਅਬੋਹਰ ਦਾ ਰਾਜਸਥਾਨ ਦਾ ਇਲਾਕਾ, ਉਹ ਇਲਾਕਾ ਇਹਨਾਂ ਦੇ ਪਿੱਛੇ ਹੈਗਾ ਵਾ, ਔਰ ਪੰਜਾਬ ਵੀ ਇਹਨਾਂ ਨੂੰ ਪੂਜਦਾ ਰਿਹਾ। ਔਰ ਇਹਨਾਂ ਨੇ ਇਸ ਕਰਕੇ ਕਿਹਾ ਕਿ ਇਹਨੂੰ ਇਹਦੇ ਵਿੱਚ ਸ਼ਾਮਲ ਕਰ ਲਿਆ ਜਾਵੇ। ਔਰ ਉਹ ਬੀਜੇਪੀ ਨੇ ਆਉਣ ਵਾਲੀ ਇਲੈਕਸ਼ਨ ਕਰਕੇ ਫੌਰੀ ਤੌਰ ਤੇ ਇਹ ਡਿਸੀਜਨ ਲਿਆ। ਇਸ ਕਰਕੇ ਲਿਆ ਕਿ ਇਹ ਤਾਂ ਵੱਡੀ ਵੋਟ ਬੈਂਕ ਆ, ਇਹਨਾਂ ਤਾਂ ਵੋਟਾਂ ਬਹੁਤ ਇਕੱਠੀਆਂ ਕਰ ਦੇਣੀਆਂ। ਨਾਲੇ ਇਹਨਾਂ ਨੇ ਜਿਹੜੀ ਵਿਉਂਤਬੰਦੀ ਕਰਨੀ ਹੈ ਨਾ, ਸਟ੍ਰੈਟਜੀ ਬਣਾਉਣੀ ਹੈ, ਉਹ ਵੀ ਕਾਫੀ ਉਹ 'ਚ ਲਗਾਉ ਵੀ ਹੈ। ਕਾਬਲ ਹੋਣਗੇ। ਬਿਲਕੁਲ ਇਹ ਤਾਂ ਜਿਹੜੇ ਵੱਡੇ ਨੇਤਾ ਨੇ, ਇਹਨਾਂ ਨੂੰ ਸਮਝ ਹੈਗੀ ਆ ਸਿਆਸਤ ਦੀ। ਸਿਆਸਤ ਦੇ ਪੁਰਾਣੇ ਖੁੰਡ ਤੇ ਖਿਡਾਰੀ ਆਹ ਸ਼ਬਦਾਵਲੀ ਜਿਹੜੀ ਇਸਤੇਮਾਲ ਕੀਤੀ ਜਾਂਦੀ ਹੈ, ਉਹ ਹੈ ਹਾਂ, ਚੰਗੇ ਖਿਡਾਰੀ ਹੈ, ਚੰਗੇ ਖਿਡਾਰੀ ਨੇ। ਔਰ ਇੱਕ ਹੋਰ ਖੇਡ ਹੋਣ ਵਾਲੀ ਆ ਜੀ। ਕਹਿੰਦੇ ਨੇ ਕਿ ਹਰਸਿਮਰਤ ਕੌਰ ਬਾਦਲ ਬੀਜੇਪੀ ਵੱਲ ਚੱਲੇ ਨੇ, ਹੁਣ ਬੀਜੇਪੀ ਵੱਲ ਜਾਣ ਦਾ ਬੜਾ ਰੁਝਾਨ ਹੁੰਦਾ ਪਿਆ। ਇਹ ਕਿਹੜੀ ਗੱਲ ਨਵੀਂ ਆ ਗਈ ਹੈ ਸਾਡੀ ਮਾਰਕੀਟ ਦੇ ਵਿੱਚ? ਇਹਨਾਂ ਦੇ ਸਹੁਰਾ ਸਾਹਿਬ ਹਰਸਿਮਰਤ ਜੀ ਦੇ ਜਿਹੜੇ ਸਹੁਰਾ ਸਾਹਿਬ ਬਾਦਲ ਜੀ, ਸਾਹਿਬ ਬਾਦਲ, ਜੋ ਅਲਵਿਦਾ ਕਹਦੇ ਨੇ ਸਾਰੇ ਸਮਾਜ ਨੂੰ, ਸਾਰੀ ਦੁਨੀਆ ਨੂੰ, ਹਾਂਜੀ, ਉਹਨਾਂ ਨੇ ਸਭ ਤੋਂ ਪਹਿਲਾਂ ਮੋਦੀ ਸਾਹਿਬ ਨਾਲ ਜਦੋਂ ਗਣਤੋਪ ਕੀਤੀ ਸੀ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਮੇਰੀ ਡਾਟਰ ਲਾ, ਇਹਨੂੰ ਇੱਥੇ ਤੁਸੀਂ ਮੰਤਰੀ ਦੇ ਤੌਰ ਤੇ ਤੁਹਾਨੂੰ ਬਣਾਉਣਾ, ਰੁਤਬਾ ਦੇਣਾ ਪਏਗਾ। ਉਹ ਮੋਦੀ ਸਾਹਿਬ ਤਾਂ ਮੰਨ ਗਏ, ਔਰ ਬਾਦਲ ਸਾਹਿਬ ਦੀ ਕੋਈ ਗੱਲ ਮੋੜ ਨਹੀਂ ਸਕਦੇ ਹੋ। ਇਹਨਾਂ ਨੂੰ ਉੱਥੇ ਮਿਨਿਸਟਰੀ ਮਿਲ ਗਈ, ਔਰ ਮਿਨਿਸਟਰ ਰਹੇ ਬਹੁਤ ਦੇਰ। ਔਰ ਉਹਦੇ ਬਾਅਦ MP ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹ ਸੁਖਬੀਰ ਬਾਦਲ ਜੀ ਵੀ ਰਹੇ ਨੇ ਉੱਥੇ, ਔਰ ਇਹਨਾਂ ਦੋਵਾਂ ਦਾ ਇਕੱਠਿਆਂ ਦਾ ਉੱਥੇ ਚੰਗਾ ਟੌਰ ਟਪਕਾ ਰਿਹਾ। ਔਰ ਉਹਦੇ ਬਾਅਦ ਜਦੋਂ ਕਿਸਾਨ ਅੰਦੋਲਨ ਹੋਇਆ, ਜਦੋਂ ਬਿੱਲ ਪਾਸ ਹੋ ਗਿਆ, 3 ਕਾਨੂੰਨ ਬਣਾ ਦਿੱਤੇ ਗਏ ਜਿਨ੍ਹਾਂ ਨੂੰ ਬਲੈਕ ਲਾ, ਕਾਲੇ ਕਾਨੂੰਨ ਕਹਿੰਦੇ ਸੀ ਕਿਸਾਨ, ਉਹ ਜਦੋਂ ਛਪ ਕੇ ਬਾਹਰ ਆ ਗਏ, ਜਦੋਂ ਪੰਜਾਬ 'ਚ ਆਏ, ਪੰਜਾਬ ਦੇ ਕਿਸਾਨਾਂ 'ਚ ਹਫੜਾ ਦਫੜੀ ਪੈ ਗਈ, ਕਿਸਾਨਾਂ ਨੇ ਬਗਾਵਤ ਕਰਦੀ, ਰੌਲਾ ਪੈ ਗਿਆ, ਅੰਦੋਲਨ ਡਿਕਲੇਅਰ ਹੋ ਗਿਆ ਤੇ ਮੂਵਮੈਂਟ ਵਿਗੜ ਗਈ ਹੋਰ ਪਾਸੇ। ਫਿਰ ਇਹਨਾਂ ਨੂੰ ਉੱਥੋਂ ਆਉਣਾ ਪਿਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਸੰਭਾਲੀਏ, ਪੰਜਾਬ ਤਾਂ ਸਾਡੀ ਧਰਤੀ ਹੈ, ਪੰਜਾਬ ਦੇ ਲੋਕ ਸਾਡੇ ਵੋਟਰ ਨੇ, ਔਰ ਪਿੰਡਾਂ ਦੇ ਵਿੱਚ ਖਾਸ ਕਰਕੇ ਕਿਸਾਨੀ ਹੈ, ਜੋ ਹੀ ਸਾਡੇ ਨਾਲ ਰੁੱਸ ਗਈ ਤਾਂ ਅਸੀਂ ਕਾਹੇ ਜੋਗੇ ਨਹੀਂ ਰਹਿਣਾ। ਕਿਉਂਕਿ ਬਾਦਲ ਸਾਹਿਬ ਉਦੋਂ ਜੀਂਦੇ ਸੀ। ਬਾਦਲ ਸਾਹਿਬ ਨੇ ਕਹਿਤਾ ਕਿ ਤੁਸੀਂ ਵਾਪਸ ਆ ਜਾਓ, ਕੇਂਦਰ 'ਚ ਤੁਹਾਡੀ ਨਹੀਂ ਵੱਟੀ ਜਾਣੀ, ਜਿਹੜੇ ਸੂਬੇ 'ਚ ਤੁਸੀਂ ਪੈਰੋਕਾਰ ਜੇ, ਜਿਸ ਸੂਬੇ 'ਚ ਤੁਹਾਡਾ ਬਹੁਤ ਮਤਾ ਵੋਟਰ ਆ, ਤੁਸੀਂ ਉਹਨਾਂ ਦੀ ਗੱਲ ਸੁਣੋ। ਫਿਰ ਉੱਥੋਂ ਇਹ ਆ ਗਏ, ਔਰ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਜਦੋਂ ਬਿੱਲ ਪਾਸ ਹੋਇਆ ਕਦੋਂ ਸਾਈਨ ਹੋ ਗਏ। ਇਹਨਾਂ ਨੇ ਬਹਾਨਾ ਲਾਤਾ ਵੀ ਜਦੋਂ ਬਿੱਲ ਪਾਸ ਹੋ ਗਿਆ ਸਾਨੂੰ ਤਾਂ ਪਤਾ ਨਹੀਂ ਲੱਗਾ ਕਿਹੜੇ ਵੇਲੇ ਬਿੱਲ ਲੋਕ ਸਭਾ 'ਚ ਪਾਸ ਹੋ ਗਏ, ਰਾਜ ਸਭਾ 'ਚ ਫਿਰ ਸਾਡੇ ਤੋਂ ਸਾਈਨ ਹੋ ਗਏ। ਔਰ ਉਹ ਗੱਲ ਤੋਂ ਜਿਹੜੇ ਕਿਸਾਨਾਂ ਨੇ ਜਿਹੜਾ ਥੋੜ੍ਹਾ ਜਿਹੀ ਸ਼ਾਂਤੀ ਤਾਂ ਰੱਖੀ, ਪਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਵੀ ਇਹਨਾਂ ਦਾ ਝੂਠ ਤੂਫਾਨ ਹੈਗਾ। ਔਰ ਉਹਦੇ ਬਾਅਦ ਇਹਨਾਂ ਨੇ ਸਿਆਸਤ ਲਈ ਸੰਭਾਲ ਪੰਜਾਬ ਦੀ, ਸਾਰਾ ਕੁਝ ਹੋ ਗਿਆ। ਹੁਣ ਫਿਰ ਇਲੈਕਸ਼ਨ ਆ ਗਈ, ਫਿਰ ਸਿਰ 'ਤੇ ਆ ਗਈ ਆ। ਬੀਬੀ ਹਰਸਿਮਰਤ ਕੌਰ ਤੇ ਸੁਖਬੀਰ ਬਾਦਲ ਨੇ ਸੋਚਿਆ ਕਿ ਇਸ ਵੇਲੇ ਸਾਡੇ ਵੈਟਰਨ ਜਿਹੜੇ ਨੇ, ਸਾਡੇ ਪੁਰਾਣੇ ਖਿਡਾਰੀ ਨੇ, ਉਹ ਤਾਂ ਸਾਨੂੰ ਗਏ ਛੱਡ, ਇਹ 'ਚ ਜਵਾਨ ਮੁੰਡੇ ਰਹਿ ਗਏ, ਸਾਡੇ ਨਾਲ ਤਾਂ ਅਸੀਂ ਵੀ ਜਵਾਨ ਹੀ ਅਜੇ, ਸਾਨੂੰ ਤਾਂ ਇੱਦਾਂ ਦੀ ਕੋਈ ਗੱਲ ਨਹੀਂ। ਉਹਨਾਂ ਨੇ ਕਿਹਾ ਕਿ ਹੁਣ ਕੋਈ ਨਾ ਕੋਈ ਸਾਂਝ ਪਾਈਏ, ਬੀਬੀ ਹਰਸਿਮਰਤ ਕੌਰ ਨੂੰ ਫਿਰ ਬੀਜੇਪੀ ਨਾਲ ਜੋੜ ਦਈਏ, ਕਿਉਂਕਿ ਪਾਰਟੀ ਬਰਾਬਰ ਦੀ ਹੈਗੀ ਹੈ, ਇੱਕੋ ਜਿਹਾ ਰਿਹਾ ਇਹਨਾਂ ਦਾ। ਸਾਂਝ ਰਹੀ ਪਹਿਲੋਂ BSP ਨਾਲ, ਹੁਣ ਰਹੀ ਸੀ ਇਹਨਾਂ ਦੀ, ਔਰ ਉਹਦੇ ਵਿੱਚ ਇਹਨਾਂ ਨੇ ਹਾਰ ਦਾ ਮੂੰਹ ਵੇਖਣਾ ਪਿਆ। ਇਹਨਾਂ ਨੇ ਕਿਉਂ ਨਾ ਫਿਰ ਮੁੜਦੇ ਪੈਰੀਂ BJP ਕੋਲ ਚੱਲ ਜਾਈਏ, ਜਦੋਂ ਕਿ BJP ਦਾ ਇਹ ਹੋਊਗਾ ਰਸੇਵਾਂ
ਕਿ ਉਹਨਾਂ ਨੇ 3 ਵੋਟਾਂ 3 ਜਿਹੜੀਆਂ ਸੀਟਾਂ ਨਹੀਂ ਲੈਣੀਆਂ, ਉਹ 117 ਸੀਟਾਂ ਚੋਂ ਪੂਰੀਆਂ ਦੀਆਂ ਪੂਰੀਆਂ ਲੈਣਗੇ, ਅੱਧੀਆਂ ਲੈਣਗੇ, ਜਾਂ ਫਿਰ ਜਿਹੜੀਆਂ 13 ਸੀਟਾਂ ਪਾਰਲੀਮੈਂਟ ਦੀਆਂ ਹੈਗੀਆਂ ਉਹਦੇ ਵਿੱਚ ਵੀ ਅੱਧੀਆਂ ਲੈਣਗੇ। ਪਿਛਲੀ ਵਾਰ ਬਾਦਲ ਸਾਹਿਬ ਸੀਗੇ ਜਿੰਦੇ, ਬਾਦਲ ਸਾਹਿਬ ਜੋ ਕਹਿੰਦੇ ਸੀ ਇਹ ਮੰਨ ਲੈਂਦੇ ਸੀਗੇ। ਹੁਣ ਇਹ ਮੇਰਾ ਖਿਆਲ ਇਸ ਗੱਲ 'ਤੇ ਨਹੀਂ ਮੰਨਣਗੇ। ਫਿਰ ਇਹ ਦਫਾੜ ਹੋਣ ਦੇ ਖਦਸ਼ੇ ਹੈਗੇ ਆ। ਬੀਬੀ ਨੂੰ ਇਸ ਵੇਲੇ ਹਰਸਿਮਰਤ ਨੂੰ ਇਹ ਆਪਣੀ ਪੈ ਗਈ ਆ ਕਿ ਇੱਥੇ ਅਕਾਲੀ ਦਲ ਦਾ ਤਾਂ ਰੁਤਬਾ ਰਿਹਾ ਨਹੀਂ ਖਾਸ ਤੌਰ 'ਤੇ, ਜੇ ਹੈਗਾ ਤੇ ਬੀਜੇਪੀ ਦਾ ਹੈਗਾ ਅਰਬਨ ਵੋਟ 'ਤੇ। ਪਿੰਡਾਂ ਵਿੱਚ ਵੀ ਬੀਜੇਪੀ ਜਾ ਵੜੀ ਆ। ਇਸ ਵੇਲੇ ਬੀਜੇਪੀ ਨੇ ਢਾਹ ਲਾਈ ਆ ਆਪ ਪਾਰਟੀ ਨੂੰ। ਆਪ ਪਾਰਟੀ ਦੇ ਬਰਾਬਰ ਦੀ ਪਾਰਟੀ ਬਣ ਰਹੀ ਹੈ, ਕਿਉਂਕਿ ਇਸ ਵੇਲੇ ਜਾਖੜ ਸਾਹਿਬ ਵੀ ਆ ਗਏ ਆ ਔਰ ਇਹਨਾਂ ਦੀ ਥੋੜ੍ਹੀ ਜਿਹੀ ਪੁੱਛਦਾਸ ਹੋਰ ਵੱਧ ਗਈ ਆ। ਔਰ ਬੀਜੇਪੀ ਜਿਹੜੀ ਹੈ ਨੈਸ਼ਨਲ ਪਾਰਟੀ ਵੀ ਹੈਗੀ ਆ। ਪੰਜਾਬੀਆਂ ਨੂੰ ਇਹ ਹੈਗਾ ਕਿ ਜੇ ਬੀਜੇਪੀ ਆ ਜਾਏਗੀ ਤਾਂ 4 ਪੈਸੇ ਤੇ ਆਉਣਗੇ, ਇੱਥੇ ਫੰਡ ਤੇ ਇਕੱਠੇ ਆ ਸਕਦੇ ਆ, ਫੰਡ ਨਾਲ ਵਿਕਾਸ ਕਾਰਜ ਨੇਪਰੇ ਚੜ੍ਹ ਸਕਦੇ ਆ। ਇਸ ਕਰਕੇ ਹਰਸਿਮਰਤ ਕੌਰ ਦਾ ਜੀ ਦਾ ਇਹ ਹੋਣਾ ਇਸ ਵੇਲੇ ਕਿ ਅਸੀਂ ਐਲਾਨਨਾਮਾ ਤਾਂ ਕਰਨਗੇ। ਜਦੋਂ ਕੋਈ ਗੱਲ ਮੀਡੀਆ 'ਚ ਆਉਂਦੀ ਆ, ਜਦੋਂ ਮੀਡੀਆ ਦਾ ਮਾਧਿਅਮ ਬਣਦੀ ਆ, ਉਦੋਂ ਇਹ ਗੱਲ ਹੋ ਜਾਂਦੀ ਆ। ਜਾਖੜ ਸਾਹਿਬ ਦਾ ਜੇ ਮੀਡੀਆ ਦੇ ਵਿੱਚ ਸੀਗਾ ਪਿਆ ਰਹੇ ਆ, ਉਹ ਕੱਲ੍ਹ ਕੁਰਸੀ 'ਤੇ ਬਹਿ ਕੇ ਆ ਕੇ ਇਸੇ ਤਰ੍ਹਾਂ ਹੀ ਹਰਸਿਮਰਤ ਕੌਰ ਦਾ ਵੀ ਹੋਊਗਾ। ਔਰ ਸੁਖਬੀਰ ਬਾਦਲ ਵੀ ਇਹਨਾਂ ਨਾਲ ਨੇ। ਅਸਲ 'ਚ ਇੱਕ ਹੀ ਸਾਰੇ ਪਾਸੇ ਰਹਿੰਦੇ ਆ, ਇੱਕੋ ਹੀ ਰੁੱਖ ਦੇ ਪੱਤੇ ਆ, ਥੈਲੀ ਦੇ ਚੱਟੇ ਪੱਟੇ, ਇੱਕੋ ਮੈਂ ਨਹੀਂ ਕਹਿਣਾ ਚਾਹੁੰਦਾ, ਮੈਂ ਕਿਹਾ ਇੱਕੋ ਰੁੱਖ ਦੇ ਪੱਤੇ ਆ, ਤੁਸੀਂ ਵੱਟੇ ਚੱਟੇ ਕਹਿਤਾ, ਗੱਲ ਬਰਾਬਰ। ਚਲੋ ਥਾਲੀ ਦੇ ਬੈਂਗਣ ਵੀ ਕਹਿ ਸਕਦੇ ਆਪਾਂ, ਕਦੀ ਕਿੱਧਰ ਤੇ ਕਦੀ ਕਿੱਧਰ। ਅਕਸਰ ਕਿਹਾ ਜਾਂਦਾ ਪੋਲੀਟੀਸ਼ੀਅਨਸ ਬਾਰੇ, ਕਿਉਂਕਿ ਹੁਣ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਫਿਰ ਤੋਂ ਜੱਫੀਆਂ ਪੈਣ ਲੱਗੀਆਂ ਲੱਗਦਾ 2024 ਦੀਆਂ ਇਲੈਕਸ਼ਨਸ ਵਾਸਤੇ। ਕਹਿੰਦੇ ਨੇ ਅੰਡਰ ਕਰੰਟ ਤੇ ਹੀ ਰਿਹਾ ਕਿ ਹੱਥ ਪਹਿਲਾਂ ਹੀ ਮਿਲੇ ਹੋਏ ਸੀ, ਉੱਤੋਂ ਦਿਖਾਵਾ ਸੀ ਕਿ ਨਹੀਂ ਅਲੱਗ-ਅਲੱਗ ਹੈਗੇ ਆ। ਉਹ ਕਿਸਾਨ ਅੰਦੋਲਨ ਦੀ ਗੱਲ ਜਿਹੜੀ ਵਿੱਚ ਆ ਗਈ, ਪਰ ਫਿਰ ਤੋਂ ਜੀਠੇ ਸਾਹਿਬ ਦੀ ਤੇ ਸਿੱਧੂ ਦੀ ਜੱਫੀ ਪੈ ਗਈ ਨਾ, ਹੁਣ ਇਹ ਵੀ ਜੱਫੀਆਂ ਪੈਣਗੀਆਂ, ਕਿਉਂਕਿ ਇਲੈਕਸ਼ਨ ਕਰਕੇ ਸਾਰੇ ਇਕੱਠੇ ਹੋ ਜਾਂਦੇ ਆ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇਲੈਕਸ਼ਨ ਆਉਣ ਨਾਲ ਜਿਹੜੇ ਹੈਗੇ ਸਾਰੇ ਗਿਲੇ ਸ਼ਿਕਵੇ ਭੁੱਲ ਜਾਂਦੇ ਆ। ਗਿਲਾ ਸ਼ਿਕਵਾ ਨਹੀਂ ਕੋਈ ਹੁੰਦਾ। ਰਾਤ ਨੂੰ ਰੋਟੀ ਇਕੱਠੇ ਖਾਂਦੇ ਆ, ਹੈ ਨਾ, ਦਾਰੂ ਇਕੱਠੇ ਪੀਂਦੇ ਆ, ਚਾਹ ਇਕੱਠੇ ਪੀਂਦੇ ਆ, ਇਕੱਠੇ ਸੌਂਦੇ ਆ, ਇਕੱਠੇ ਗੱਲਾਂ ਕਰਦੇ ਆ, ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਸਿਆਸੀ ਬਿਆਨ ਦਿੰਦੇ। ਉਹ ਗੀਤ ਹੈ ਨਾ, ਯਾਰਾਂ ਨਾ ਸ਼ਰਮਾ ਕੋਈ ਗਰਮੀ ਸਰਦੀ ਖਾ, ਹੁਣ ਖੁਸ਼ੀ ਦਾ ਦਿਨ ਹੈ ਪਿਆਰੇ ਜੱਫੀ ਵੱਫੀ ਪੈਣ ਲੱਗੀ ਆ। ਇਹ ਸਨ 2024 ਦੀਆਂ ਇਲੈਕਸ਼ਨਸ। ਉਧਰ ਉਹ ਵਿਰੋਧੀ ਧਿਰਾਂ ਜੱਫੀਆਂ ਪਾਉਣ ਲੱਗੇ ਨੇ, ਇੱਧਰ ਇਹ ਵੀ ਜੱਫੀਆਂ ਪਾਉਣ ਲੱਗੇ ਨੇ। ਚਲੋ ਦੇਖਿਓ ਸ਼੍ਰੋਮਣੀ ਅਕਾਲੀ ਦਲ ਦਾ ਤੇ ਬੀਜੇਪੀ ਦਾ ਗੱਠਜੋੜ ਫਿਰ ਤੋਂ ਕੀ ਰੰਗ ਲਿਆਉਂਦਾ। ਵੈਸੇ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਰਹਿੰਦੇ ਆ ਕਿ ਬੀਜੇਪੀ ਦੀ ਪਕੜ ਸ਼ਹਿਰਾਂ ਵਿੱਚ ਹੈ, ਸ਼੍ਰੋਮਣੀ ਅਕਾਲੀ ਦਲ ਦੀ ਪਕੜ ਪਿੰਡਾਂ 'ਚ ਹੈ। ਬਿਲਕੁਲ ਸਹੀ। ਇਸ ਕਰਕੇ ਕੰਬੀਨੇਸ਼ਨ ਸਾਇਲੈਂਟ ਵੋਟ ਜਿਹੜੀ ਹੈ ਪਿੰਡਾਂ 'ਚ ਬੈਠੀ, ਉਹਨਾਂ ਦੇ ਜਿਹੜੇ ਬਾਪੂ ਬੈਠੇ ਉੱਥੇ ਪਿੰਡਾਂ 'ਚ, ਬਜ਼ੁਰਗ ਬੈਠੇ, ਮਾਵਾਂ ਬੈਠੀਆਂ, ਉਹ ਚਾਹੁੰਦੀਆਂ ਨੇ ਕਿ ਸਾਡੀ ਤੱਕੜੀ ਹੈ, ਅਸੀਂ ਇਹਨਾਂ ਨਾਲ ਹੀ ਰਵਾਂਗੇ। ਔਰ ਇਹਦੇ ਨਾਲ ਇਹ ਵੀ ਹੁੰਦਾ ਕਿ ਪੁਰਾਣੇ ਲਿਹਾਜ਼ ਨਾਲ ਕੁਝ ਧਾਰਮਿਕ ਚਿੰਨ੍ਹ ਵੀ ਹੈਗਾ, ਹੈ ਨਾ। ਗੁਰੂ ਨਾਨਕ ਦੇਵ ਜੀ ਦੀ ਤੱਕੜੀ ਦਾ ਕਰਕੇ ਵੀ ਬੀਬੀਆਂ ਵਿਚਾਰੀਆਂ ਨੂੰ ਇਹ ਹੁੰਦਾ ਕਿ ਉਹੀ ਤੱਕੜੀ ਹੈ ਨਾ, 13 ਤੋਲਾ ਜਿਹਦੇ 'ਚ ਇਹ ਵੀ ਹੈ, 13 ਤੋਲੀ ਬਾਬਾ ਜੀ ਦਾ। ਜੇ ਆਹ ਸੋਚ ਹੋ ਜਾਵੇ ਫਿਰ ਤਾਂ ਕਮਾਲ ਹੋ ਜਾਏ। ਜੀ। ਚਲੋ ਆਪਾਂ ਅੱਗੇ ਚੱਲਦੇ ਆ, ਇਹ ਸੋਚ ਕਾਇਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਜੀ। ਸੋ ਅੱਗੇ ਚੱਲਦੇ ਆ ਜੀ, ਗੁਰੂ ਤੇ ਚੇਲੇ ਦੀ ਗੱਲ ਕਰਦੇ ਆ। ਇੱਕ ਤਾਂ ਕੇਜਰੀਵਾਲ ਸਾਹਿਬ, ਗੁਰੂਦੇਵ, ਚੇਲਾ ਸਾਹਿਬ, ਮਾਨ ਸਾਹਿਬ, ਗੁਰੂ ਚੇਲੇ ਦੀ ਗੱਲ ਕਰੀਏ। ਗੁਰੂ ਜਿਨ੍ਹਾਂ ਦੇ ਟੱਪਣੇ ਤੇ ਚੇਲੇ ਜਾਣ ਛੜਪ, ਹੁਣ ਇਹ ਉਹਨਾਂ ਨੂੰ ਟੱਪ ਜਾਂਦੇ। ਹੁਣ ਇਹ ਟੀਮ ਕੀ ਕਰਦੀ ਪਈ ਹੈ। ਇੱਕ ਤਾਂ ਕੇਜਰੀਵਾਲ ਸਾਹਿਬ ਨੂੰ ਸੁਪਰੀਮ ਕੋਰਟ ਨੇ ਪੁੱਛਿਆ ਕਿ ਜਿਹੜੀਆਂ ਤੁਸੀਂ ਇਹ ਸਾਰੀਆਂ ਵਿਗਿਆਪਨ ਦੇ ਉੱਤੇ ਖਰਚੀਲੀਆਂ ਯੋਜਨਾਵਾਂ ਬਣਾਉਂਦੇ ਹੋ, ਇਹਦਾ ਜ਼ਰਾ ਹਿਸਾਬ ਕਿਤਾਬ ਦੇ ਦਿਓ। ਤੇ ਦੂਜੇ ਪਾਸੇ ਮਾਨ ਸਾਹਿਬ ਜਿਹੜੇ ਨੇ, ਉਹ ਜਿਹੜੇ ਗੈਂਗਸਟਰ ਅੰਸਾਰੀ ਨੇ, ਮੁਖਤਿਆਰ ਅੰਸਾਰੀ, ਉਹ 55 ਲੱਖ ਰੁਪਏ ਦਾ ਜਿਹੜਾ ਸਿਆਪਾ ਪਿਆ ਹੋਇਆ, ਉਹ ਲੈ ਕੇ ਬੈਠੇ ਨੇ ਕਿ ਇਹ ਮੈਂ ਸਾਰੇ ਤੱਥ ਸਾਂਝੇ ਕਰੂੰਗਾ। ਰੰਧਾਵਾ ਜੀ ਇਹਦੇ ਵਿੱਚ, ਕੈਪਟਨ ਸਾਹਿਬ, ਇਹ ਸਾਰਿਆਂ ਨੂੰ ਲੈ ਕੇ ਮੈਂ ਸਾਰਾ ਪੋਲ ਖੋਲ ਕੇ ਰਹੂੰਗਾ। ਇਹ ਗੁਰੂ ਚੇਲੇ ਦੀ ਕਥਾ ਇਹ ਬਣਦੀ ਪਈ ਹੈ। ਪਹਿਲਾਂ ਗੁਰੂ ਜੀ ਤੋਂ ਸਟਾਰਟ ਕਰਦੇ ਹਾਂ। ਸੁਪਰੀਮ ਕੋਰਟ ਕੀ ਕਹਿੰਦੀ ਹੈ ਕੇਜਰੀਵਾਲ ਜੀ ਨੂੰ? ਅੱਛਾ, ਇਹ ਜਿਹੜਾ ਪੈਸਾ ਆਇਆ ਸੀਗਾ, ਸੁਪਰੀਮ ਕੋਰਟ ਨੇ ਜਵਾਬ ਮੰਗ ਲਿਆ ਇਹਨਾਂ ਕੋਲ ਕਿ ਤੁਸੀਂ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਵੀ ਸਰਕਾਰੀ ਜਾਂ ਜੋ ਫੰਡ ਸੀਗੇ ਖਜ਼ਾਨੇ 'ਚੋਂ, ਉਹ ਤੁਸੀਂ ਅਜਾਈ ਕਰ ਦਿੱਤੇ ਆ। ਉਹਦੇ ਵਿੱਚ ਇਸ਼ਤਿਹਾਰਬਾਜ਼ੀ ਹੋਈ ਹੈ, ਜਿਸ 'ਚ ਆਬਕਾਰੀ ਦੀ ਹੋਈ ਹੈ, ਜਿਸ 'ਚ ਸਸੋਦੀਆ ਸਾਹਿਬ ਫਸੇ ਨੇ, ਜੈਨ ਜੀ ਫਸੇ ਨੇ। ਉਹ ਸਾਰਿਆਂ ਦਾ ਇਹਨਾਂ ਲੇਖਾ ਜੋਖਾ ਮੰਗ ਲਿਆ ਕਿ ਉਹ ਪੈਸਾ ਕਿੱਥੇ ਖਰਚਿਆ, ਕਿਉਂ ਖਰਚਿਆ ਗਿਆ। ਉਹ ਲੋਕਾਂ ਲਈ ਸੀਗਾ, ਲੋਕਾਂ ਨੂੰ ਸਹੂਲਤਾਂ ਜਿਹੜੀਆਂ ਇਕੱਠੀਆਂ ਕਰਕੇ ਦੱਸੋ ਕੀ ਕੁਝ ਦਿੱਤਾ। ਸੁਪਰੀਮ ਕੋਰਟ ਆ, ਹੈ ਨਾ, ਇਸ ਤਰ੍ਹਾਂ ਦੀ ਸੁਪਰੀਮ ਪਾਵਰ ਆ ਉਹਨਾਂ ਕੋਲ, ਅਥਾਰਟੀ ਆ, ਉਹ ਮੰਗ ਕਰ ਸਕਦੇ ਆ, ਬੋਲ ਸਕਦੇ ਆ। ਔਰ ਹੁਣ ਇਹਨਾਂ ਨੇ ਸਾਰੇ ਏਜੰਡਾ ਬਣਾਉਣ ਕੇ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਕਿ ਦੱਸਾਂਗੇ ਕਿ ਅਸੀਂ ਕੀ ਕਾਰਜ ਕੀਤੇ ਆ, ਕੀ ਕੁਝ ਕੀਤਾ। ਔਰ ਇਸ਼ਤਿਹਾਰਬਾਜ਼ੀ ਦਾ ਜਿਹੜਾ ਮਾਮਲਾ ਹੈਗਾ, ਉਹ ਸੋਸ਼ਲ ਮੀਡੀਆ 'ਤੇ ਤਾਂ ਇਹਨਾਂ ਦਾ ਚੱਲਦਾ ਹੀ ਆ। ਬਾਕਾਇਦਾ ਤੌਰ 'ਤੇ ਕੰਧਾਂ ਨਾਲ, ਦੀਵਾਰਾਂ ਨਾਲ, ਆਲੇ ਦੁਆਲੇ ਜਿੱਥੇ ਲਾਤੇ, ਰੁੱਖਾਂ ਨਾਲ ਇਸ਼ਤਿਹਾਰ ਲਾਤੇ ਆ। ਕੋਈ ਥਾਂ ਹੀ ਨਹੀਂ ਛੱਡੀ, ਸਾਰੀਆਂ ਥਾਵਾਂ ਤੇ ਲਾਤੇ, ਕੋਈ ਨੁੱਕਰ ਨਹੀਂ ਛੱਡੀ, ਸਾਰੀ ਨੁੱਕਰਾਂ 'ਚ ਇਹਨਾਂ ਨੇ ਉਹ ਭਰ ਦਿੱਤੀਆਂ। ਔਰ ਉਹ ਕਾਗਜ਼ ਵੀ ਦੀ ਜਿਹੜੀ ਆ ਬੇਹਰਮਤੀ ਹੋਈ ਆ, ਕਾਗਜ਼ ਵੀ ਜਿਹੜੇ ਗਏ ਆ ਖਾਲੀ।
ਔਰ ਉਹ ਬਰਬਾਦ ਹੋਇਆ। ਫਿਰ ਉਹ 'ਚ ਸਿਆਹੀ ਗਈ ਆ, ਉਹ 'ਚ ਬੱਚੇ ਗਏ ਆ, ਕੁਝ ਗਿਆ। ਉਹਦੇ ਵਿੱਚ ਜਿਹੜੀ ਵਾਤਾਵਰਣ ਵੀ ਖਰਾਬ ਹੋਇਆ ਜਿਹਦੇ ਵਿੱਚ ਗਿਆ ਦੇਖੋ, ਸਾਰਾ ਕੁਝ। ਹਾਂ, ਪੈਸਾ ਬਲਕਾਰ ਤਾਂ ਗਿਆ ਹੀ ਜੀ ਆ। ਆਪਣੀ ਤਾਂ ਮਸ਼ਹੂਰੀ ਕੀਤੀ ਨਾਲ ਉਹ ਪ੍ਰਧਾਨ ਮੰਤਰੀ ਸਾਹਿਬ ਦੀ ਡਿਗਰੀ ਬਾਰੇ ਵੀ ਗੱਲਾਂ, ਉਹ ਵੀ ਗੱਲਾਂ ਹੋਈਆਂ, ਉਹ ਵੀ ਪੋਸਟਰ ਲਾਏ ਹੋਏ ਨੇ। ਉਹ ਵੀ ਹੋਇਆ। ਉਹ ਕਹਿੰਦੇ ਵੀ ਚਾਰ ਜਮਾਤਾਂ ਨਹੀਂ ਪੜਿਆ, ਇਹਨਾਂ ਨੂੰ ਆਉਂਦਾ ਕੁਝ ਨਹੀਂ ਗਾ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਇਸ ਤਰ੍ਹਾਂ ਦਾ ਹੋਵੇ, ਉਹ ਦੇਸ਼ ਅੱਗੇ ਕਿਦਾਂ ਦੋ ਪਲਾਂਘਾਂ ਪੁੱਟ ਸਕਦਾ, ਕਿਉਂਕਿ ਇਹ ਵੈਸੇ ਕੇਜਰੀਵਾਲ ਸਾਹਿਬ ਐਜੂਕੇਟਡ ਆ, ਆਫੀਸਰ ਵੀ ਰਹੇ ਆ, ਤੇ ਇਹਨਾਂ ਦੀ ਇੱਕ ਇਹਨਾਂ ਦੇ ਉੱਤੇ ਆ ਵੀ ਨੁਕਤਾ ਆਉਂਦਾ ਹਾਂ ਕਿ ਤੁਸੀਂ ਪੜ੍ਹੇ ਲਿਖੇ ਹੋ, ਹਰ ਥਾਂ ਤੇ ਕਹਿੰਦੇ ਹੋ ਹਾਂ ਕਿ ਪੜ੍ਹੇ ਲਿਖੇ ਹੋਣਾ ਚਾਹੀਦਾ ਹੈ। ਹਾਂ ਹੁਣ ਜਿਹੜੇ ਤੁਹਾਡੇ ਆਪਣੀ ਪਾਰਟੀ ਦੇ ਪੜ੍ਹੇ ਲਿਖੇ ਨੇ, ਕੁੰਵਰ ਵਿਜੇ ਪ੍ਰਤਾਪ, ਹਾਂ ਉਹਨਾਂ ਕੋਲ ਤਾਂ ਐਕਸਪੀਰੀਅੰਸ ਵੀ ਹੈ, ਉਹਨਾਂ ਨੂੰ ਤੁਸੀਂ ਨੌਕਰੀ ਲਾਇਆ ਹੋਇਆ। ਇਹ ਤਾਂ ਮਾਨ ਸਰਕਾਰ ਦਾ ਨਾ, ਮਾਨ ਗੁਰੂ ਚੇਲਾ ਵਾਲੀ ਕਥਾ ਚੱਲਦੀ ਪਈ ਹੈ। ਇਹ ਉਹਨੂੰ ਲਾਉਂਦੇ ਅੱਗੇ ਜਿਹੜਾ ਇਹਨਾਂ ਦੀ ਆਖੇ ਲੱਗੇ ਐਗਜ਼ੈਕਟਲੀ ਇਸੇ ਤਰ੍ਹਾਂ ਹੀ ਸਾਡੇ ਅਕਾਲ ਤਖਤ ਤੇ ਬਾਕੀ ਜਥੇਦਾਰਾਂ ਦਾ ਜਿਹੜੀ ਹੈਗੀ ਉਹ ਵੀ ਇਸੇ ਤਰ੍ਹਾਂ ਦਾ ਹੀ, ਉਹ ਵੀ ਜਿਹੜੀ ਲਿਫਾਫਿਆਂ 'ਚ ਹੀ ਆਉਂਦਾ। ਇਹ ਗੱਲ ਅਸੀਂ ਕਰ ਰਹੇ ਹਾਂ ਆਪਣੇ ਸਾਰਿਆਂ ਨਾਲ ਸਾਂਝੀ। ਹਾਲਾਂਕਿ ਜਿਹੜੀ ਸੁਪਰੀਮ ਸੰਸਥਾ ਹੈ, ਧਾਰਮਿਕ ਸੰਸਥਾ, ਉਹਦੇ ਤੇ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਨਹੀਂ ਹੁੰਦਾ। ਸਤਿਕਾਰਯੋਗ ਸੰਸਥਾ ਹੈਗੀ ਆ, ਔਰ ਧਰਮ ਦੇ ਨਾਲ ਮੇਲ ਬਹੁਤ ਵੱਡੀ ਸੁਪਰੀਮ ਅਥਾਰਟੀ ਆ। ਉਹਦੇ ਵਿੱਚ ਵੀ ਇਹੀ ਹੁੰਦਾ। ਰਾਜਨੀਤੀ ਜਿਹੜੀ ਹੈਗੀ ਜਦੋਂ ਧਰਮ ਦੇ ਵਿੱਚ ਆ ਜਾਂਦੀ ਆ ਜਾਂ ਸਿਆਸਤ ਦੇ ਵਿੱਚ ਉਲਟੀ ਸੋਚ ਆ ਜਾਂਦੀ ਆ, ਫਿਰ ਉਹਦੇ ਵਿੱਚ ਕੋਈ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਦਾ ਕੋਈ ਵੀ ਕਿਸੇ ਪਾਸੇ ਸਿੱਟਾ ਨਹੀਂ ਹੱਥ ਆਉਂਦਾ। ਤੇ ਹੁਣ ਇਹ ਗੁਰੂ ਜਿਹੜੇ ਗੁਰੂ ਨੇ ਕੇਜਰੀਵਾਲ ਜੀ, ਭਗਵੰਤ ਮਾਨ ਜੀ ਦੇ, ਉਹਨਾਂ ਦੀ ਕਥਾ ਤੇ ਸਪਸ਼ਟ ਹੋ ਗਈ ਕਿ ਸੁਪਰੀਮ ਕੋਰਟ ਇਹ ਮੰਗ ਕਰਦਾ ਕਰ ਰਹੀ, ਉਹਨਾਂ ਨੂੰ ਦੇਣਾ ਪੈਣਾ ਜਵਾਬ ਇਹਦਾ। ਇਹ ਜਿਹੜੇ ਗੁਰੂ ਜੀ ਦੇ ਹੁਣ ਅੱਗੇ ਸ਼ਾਗਿਰਦ ਨੇ ਭਗਵੰਤ ਮਾਨ ਜੀ, ਉਹਨਾਂ ਦੀ ਕਥਾ ਕੀ ਕਹਿੰਦੀ ਹੈ? ਹਾਂ ਜੀ, ਇਹਨਾਂ ਦੇ ਗੁਰੂ ਜੀ ਦੇ ਜਿਹੜੇ ਚੇਲੇ ਨੇ, ਇਹਨਾਂ ਨੇ ਇਸ ਵੇਲੇ ਜਿਹੜੇ ਆ ਪੂਰੀ ਹਫੜਾ ਦਫੜੀ ਪੰਜਾਬ 'ਚ ਪਾਤੀ ਆ। ਔਰ ਦੋ ਜਿਹੜੀਆਂ ਵੱਡੇ ਦਿਗਜ਼ ਨੇ, ਜਿਨ੍ਹਾਂ ਨੂੰ ਸਿਆਸਤ ਦੀਆਂ ਵੱਡੀਆਂ ਤੋਪਾਂ ਕਿਹਾ ਜਾਂਦਾ, ਉਹਨਾਂ ਨੂੰ ਇਹਨਾਂ ਨੇ ਵੱਡਾ ਸੰਕੇਤ ਦਿੱਤਾ ਕਿ ਇਸ ਵੇਲੇ ਜੋ ਪੈਸਾ ਇਹਨਾਂ ਨੇ ਦਿੱਤਾ, ਉਹਨੇ 55 ਲੱਖ ਕਿਹਾ, ਪਰ ਉਹਦੇ ਵਿੱਚ ਜਿਹੜਾ ਸੁਖਜਿੰਦਰ ਰੰਧਾਵਾ ਜੀ, ਉਹ ਕਹਿੰਦੇ 17.5 ਲੱਖ ਆਏ। ਇਹਨਾਂ ਨੇ ਉਹ ਇੰਨਾ ਕਹਿਣਾ ਚਾਹੀਦਾ, ਪਰ ਉਦੋਂ ਉਹ ਜੇਲ੍ਹ ਮੰਤਰੀ ਸੀਗੇ ਸੁਖਜਿੰਦਰ ਰੰਧਾਵਾ ਜੀ। ਉਹਨਾਂ ਨੇ ਕਿਹਾ ਕਿ ਮੈਂ ਤਾਂ ਲੈਟਰ ਲਿਖ ਦਿੱਤਾ ਸੀ ਕੈਪਟਨ ਸਾਹਿਬ ਨੂੰ ਕਿ ਜਿਹੜਾ ਇਹ ਗ੍ਰਹਿ ਮੰਤਰੀ ਦੇ ਹੱਕ ਦਾ ਹੈਗਾ, ਰਾਈਟਸ ਦਾ ਹੈਗਾ, ਉਹਦੇ 'ਤੇ ਡਿਸੀਜਨ ਲੈਣਗੇ। ਪਰ ਇਹਨਾਂ ਨੇ ਹੁਣ ਪੂਰੇ ਪੋਤਲੇ ਫੋਲ ਕੇ ਭਗਵੰਤ ਮਾਨ ਨੇ ਕਹਿਤਾ ਕਿ ਰਣਿੰਦਰ ਜਿਹੜਾ ਇਹਨਾਂ ਦਾ ਬੇਟਾ ਹੈਗਾ, ਉਹ ਰਲਿਆ ਪਿਆ ਸੀ ਅੰਸਾਰੀ, ਮੁਖਤਾਰ ਅੰਸਾਰੀ ਨਾਲ। ਉਹਨਾਂ ਦੀ ਜ਼ਮੀਨ ਰੋਪੜ ਵਿੱਚ ਹੈਗਾ, ਔਰ ਵਕਫ ਬੋਰਡ ਦੀ ਜ਼ਮੀਨ ਆ। ਮਾਲ ਮੰਤਰੀ ਜਿਹੜੇ ਨੇ ਜਾਂ ਮਾਲ ਮਹਿਕਮਾ ਗਾ ਰੈਵਨਿਊ, ਉਹਨਾਂ ਕੋਲ ਇਹਨਾਂ ਨੇ, ਕਿਉਂਕਿ ਇਹ ਮੁੱਖ ਮੰਤਰੀ ਜਿੱਥੇ ਮਰਜ਼ੀ ਇਹਨਾਂ ਨੇ ਕਹਿਤਾ ਉੱਥੋਂ ਹੀ ਸਾਰਾ ਕੁਝ ਖਾਕਾ ਤਿਆਰ ਹੋ ਕੇ ਆ ਜਾਣਾ। ਹੁਣ ਉਹ ਜ਼ਮੀਨ ਨਿਕਲ ਆਈ ਆ, ਔਰ ਜ਼ਮੀਨ ਉਹ ਜਿਹੜੀ ਹੈਗੀ ਆ ਵਕਫ ਬੋਰਡ ਦੀ ਹੈ। ਔਰ ਇਹਨੇ ਕਤਲ ਕੀਤਾ ਸੀ ਮੋਰਿੰਡਾ ਦੇ ਵਿੱਚ, ਜਿਹੜਾ ਅੰਸਾਰੀ ਹੈ, ਕੋਈ ਇੱਥੋਂ ਦਾ ਪ੍ਰਵਾਸੀ ਸੀਗਾ ਬਾਹਰ ਦਾ, ਉਹਨੂੰ ਮਾਰਤਾ ਸੀ ਇਹਨੇ ਉੱਥੇ ਆ ਕੇ। ਉਹਦੀ ਵਾਈਫ ਨੇ ਆ ਕੇ ਪੁਲਿਸ ਨੂੰ ਰਿਪੋਰਟ ਕੀਤੀ ਸੀ। ਉਦੋਂ ਫਿਰ ਕੈਪਟਨ ਸਾਹਿਬ ਤੇ ਸਾਰੇ ਉਹਨੂੰ ਬਚਾਉਣ ਲਈ ਇਹਨਾਂ ਨੇ ਆਪਣੀ ਜੇਲ੍ਹ ਦੇ ਵਿੱਚ ਹੀ ਰੱਖ ਲਿਆ। ਉਹਦੇ ਵਿੱਚ ਜਿਹੜੇ ਵਕੀਲ ਸੀ ਉਹਨਾਂ ਨੂੰ 15-15, 14-14 ਲੱਖ ਦਿੱਤਾ, ਔਰ ਉਹਨਾਂ ਨੇ ਕਿਹਾ ਸੀ ਕਿ ਯੂਪੀ ਦੇ ਵਿੱਚ ਜੇ ਚਲੇ ਗਿਆ ਉੱਥੇ ਇਹਨੂੰ ਸਖਤ ਸਜ਼ਾ ਮਿਲ ਜਾਣੀ ਹੈ, ਇਹਨੂੰ ਕਿਉਂ ਨਾ ਇੱਥੇ ਰੱਖ ਕੇ ਇਹਨੂੰ ਛੋਟੀ ਜਿਹੀ ਸਜ਼ਾ ਦੇ ਦਿੱਤੀ ਜਾਵੇ, ਕਿਉਂਕਿ ਉਹਦੇ ਪਿੱਛੇ ਉਹਦੀ ਜਾਇਦਾਦ, ਉਹਦੀ ਪ੍ਰਾਪਰਟੀ ਬੋਲਦੇ ਸੀ। ਇਹ ਹੁੰਦਾ ਸਾਡੇ ਰਾਜਨੀਤਿਕ ਨੇਤਾ ਦਾ ਗੱਲ ਜੇ ਭਗਵੰਤ ਮਾਨ ਨੇ ਅੱਗੇ ਲਿਆਂਦੀ ਆ ਤਾਂ ਇਹਦੇ ਵਿੱਚ ਕੁਛ ਨਾ ਕੁਛ ਤਾਂ ਹੈ ਜਿਹੜੀ ਗੱਲ ਹੈਗੀ ਆ। ਹੁਣ ਦੋਵੇਂ ਡਰੇ ਫਿਰਦੇ, ਉਹਨੇ ਨੋਟਿਸ ਜਾਰੀ ਕਰਤਾ ਇਹਨਾਂ ਨੂੰ, ਉਹ ਪਾਵਰ 'ਚ ਹੈਗਾ। ਉਹਨਾਂ ਨੇ ਕਹਤਾ ਇਹਦਾ ਜਵਾਬ ਦਿਓ ਵੀ ਸਿੱਧਾ, ਪੈਸਾ ਤੁਸੀਂ ਖਾਦਾ ਵਾ, ਤੁਸੀਂ ਬੀਏਗੇ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ, ਤਾਂ ਉਹਨਾਂ ਨੇ ਕਹਤਾ ਤੁਸੀਂ ਰੰਧਾਵਾ ਸਾਹਿਬ ਉਦੋਂ ਜੇਲ੍ਹ ਮੰਤਰੀ ਸੀਗਾ। ਹੁਣ ਇਹਦੇ ਵਿੱਚ ਇਹਨਾਂ ਦਾ ਬਚ ਕੇ ਨਿਕਲਣਾ ਔਖਾ ਹੋ ਜਾਊਗਾ, ਕਿਉਂਕਿ ਇਹਦੇ ਵਿੱਚ ਵਿਜੀਲੈਂਸ ਹੈ, CBI ਹੈ, ਕਈ ਕੇਸ ਹੈਗੇ ਆ। ਪਰ ਅਜੇ ਤੱਕ ਨੇਤਾ ਨੂੰ ਕੁਝ ਹੋਇਆ ਨਹੀਂਗਾ। ਨੇਤਾ ਜਿਹੜੇ ਆ ਇੱਕ ਵਾਰੀ ਬਲੇਮ ਲੱਗ ਜਾਂਦਾ, ਸਾਰਾ ਕੁਝ ਹੁੰਦਾ, ਫਿਰ ਉਹ ਕੱਪੜੇ ਝਾੜ ਕੇ ਅੰਦਰ ਆ ਕੇ ਸੌਂ ਜਾਂਦੇ, ਕੁਝ ਨਹੀਂ ਹੁੰਦਾ। ਬਹੁਤ ਕਮਾਲ ਦਾ ਡਿਟਰਜੈਂਟ ਪਾਊਡਰ ਹੈ ਇਹਨਾਂ ਕੋਲ, ਬਹੁਤ ਸਾਰੇ ਕੱਪੜੇ ਐ ਚਮਚਮਾਉਂਦੇ, ਹਾਂ, ਸਫੇਦ ਕੋਈ ਚਿੱਕੜ ਦਾ ਨਿਸ਼ਾਨ ਨਹੀਂ ਹੁੰਦਾ। ਔਰ ਇੱਕ ਤਾਂ ਵੈਸੇ ਇੱਕ ਜਰਨਲ ਗੱਲ ਹੈ ਪੂਰੀ ਦੁਨੀਆ ਦੇ ਪੋਲੀਟੀਸ਼ੀਅਨਸ ਵਾਸਤੇ, ਇੱਕ ਜਰਨਲ ਗੱਲ ਕਹੀ ਜਾਂਦੀ ਹੈ, ਕੱਪੜੇ ਸਫेद हो, मन चाहे काला हो, अंदर अंधेरा पर बाहर उजाला हो। ਸੋ ਉਜਾਲੇ ਦੀ ਗੱਲ ਕਰਾਂਗੇ ਕਿ ਤੁਸੀਂ ਆਪਣੇ ਉਜਾਲੇ ਵਾਲੇ ਇਨਬਾਕਸ ਕਰੋ ਵਿਚਾਰ ਸਾਨੂੰ, ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਜੀ ਜੀ ਜੀ, ਸਤਿ ਸ੍ਰੀ ਅਕਾਲ।